हाँ जी, आवाज आ रही मेरी ज्ञानी जी? हाँ जी, आ रही है जी। ਠੀਕ ਹੈ, ਥੈਂਕ ਯੂ ਜੀ। ਗਿਆਨੀ ਜੀ ਹੁਣ ਅਨਮਿਊਟ ਹੋ ਗਏ ਆ ਜੀ, ਤੇ ਸਾਰੀਆਂ ਸੰਗਤਾਂ ਨੂੰ ਹੁਣ ਬੇਨਤੀ, ਤੁਹਾਡਾ ਆਪਣੇ ਫੇਸਬੁੱਕ ਵਾਲਾ ਸੈੱਟ ਹੈ ਜੀ, ਕਰਨਾ ਜੇ? ਨਹੀਂ, ਅੱਜ ਮੈਂ ਫੇਸਬੁੱਕ ਤੇ ਨਹੀਂ ਕੀਤਾ। ਅੱਛਾ ਜੀ। ਅੱਜ ਮੇਰੀ ਸਲਾਹ ਸੀ ਵੀ ਜਿਹੜਾ ਕੱਲ ਆਪਣਾ ਭੋਗਲ ਸਾਹਿਬ ਨੇ ਸ਼ਬਦ ਭੇਜਿਆ ਸੀ, ਜੀ ਜੀ। ਉਹਦੀ ਔਰ ਦੂਜਾ ਜਿਹੜਾ ਸ਼ਬਦ ਸੀ ਉਹਦੀ ਵਿਚਾਰ ਕਰ ਲਈ ਜਾਵੇ, ਥੈਂਕ ਯੂ ਜੀ, ਥੈਂਕ ਯੂ। ਜਿਹਦੇ ਕਰਕੇ ਸ਼ੰਕਾ ਨਿਕਲ ਜਾਏ, ਕਿਉਂਕਿ ਉਹ ਹਾਲੇ ਵਿੱਚ ਅੜਿਆ ਹੀ ਹੈ ਕੰਮ ਭੋਗ ਵਾਲਾ। ਠੀਕ ਹੈ ਜੀ, ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ, ਬਹੁਤ ਤੇ ਵਧੀਆ। ਜੇ ਤੁਸੀਂ ਸਾਰੇ ਚਾਹੋ ਤਾਂ ਮੈਂ ਉਹ ਚਾਹੁੰਦਾ ਸੀ। ਬਹੁਤ ਵਧੀਆ ਜੀ, ਮੇਰਾ ਖਿਆਲ ਹੈ ਵੀ ਸਾਰੇ ਐਗਰੀ ਕਰਦੇ ਹੋਊਗੇ ਇਸ ਚੀਜ਼ ਨਾਲ ਕਿ ਜਿਹੜੇ ਸ਼ੰਕੇ ਆ ਨਾ ਉਹ ਮਿਟਾਉਣ ਵਾਸਤੇ, ਜੇ ਕੋਈ ਗੁਰਬਾਣੀ ਦੇ ਵਿੱਚ ਕੋਈ ਏਦਾਂ ਨਜ਼ਰ ਵੀ ਆਉਂਦੀ ਚੀਜ਼ ਨਾ, ਉਹ ਆਪਾਂ ਡਿਸਕਸ ਜ਼ਰੂਰ ਕਰਨੀ ਆ ਤਾਂ ਕਿ ਸਾਡੇ ਕਲੀਅਰ ਹੋ ਜਾਵੇ ਸਾਰਿਆਂ ਵਾਸਤੇ। ਥੈਂਕ ਯੂ ਤੁਹਾਡਾ ਹਾਂਜੀ, ਬਹੁਤ ਬਹੁਤ। ਉਹ ਨਾ ਯਾਨੀ ਏਦਾਂ ਹੁੰਦਾ ਹੈ ਕਿ ਸ਼ਬਦ ਦੱਸ ਕਦੀ ਦੇਣਾ। ਅਸੀਂ ਨਾ ਕਦੀ ਇੱਕ ਸ਼ਬਦ ਦੇ ਵਿੱਚੋਂ ਨਾ ਇੱਕ ਪੰਕਤੀ ਲੈ ਲੈਣਾ, ਸਿਰਫ ਇੱਕ ਪੰਕਤੀ। ਜੀ ਜੀ। ਸਾਰੇ ਵੀਰ ਭੈਣਾਂ ਧਿਆਨ ਦਿਓਗੇ, ਤੇ ਉਹ ਇੱਕ ਪੰਕਤੀ ਜਿੱਥੇ ਅਸੀਂ ਫਿੱਟ ਕਰ ਰਹੇ ਹੁੰਦੇ ਆ ਉੱਥੇ ਫਿੱਟ ਹੁੰਦੀ ਨਹੀਂ, ਖਿੱਚ ਕੇ ਕਰ ਰਹੇ ਹੁੰਦੇ ਆ। ਉਸ ਸ਼ਬਦ ਦੇ ਅੰਦਰ ਉਸ ਪੰਕਤੀ ਦਾ ਕੀ ਭਾਵ ਹੈ, ਫਿਰ ਸਾਨੂੰ ਕਿਸੇ ਸ਼ਬਦ ਦੀ ਪੂਰੀ ਸਮਝ ਆ ਸਕਦੀ। ਠੀਕ ਹੈ ਜੀ, ਥੈਂਕ ਯੂ। ਜਿਵੇਂ ਰਹਾਉ ਵਾਲੀਆਂ ਪੰਕਤੀਆਂ ਨੇ, ਜੀ ਤਾਂ ਗੁਰੂ ਸਾਹਿਬਾਨ ਜੀ ਜਦੋਂ ਵੀ ਕੀਰਤਨ ਕਰਦੇ ਸੀ ਜਾਂ ਬਾਣੀ ਉਚਾਰਦੇ ਸੀ ਤਾਂ ਉਹਨਾਂ ਦੀ ਰਹਾਉ ਵਾਲੀ ਪੰਕਤੀ ਜਿਹੜੀ ਹੈ ਉਹਦੇ ਵਿੱਚ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਠੀਕ ਅੱਜ ਹੈ ਵੀ ਜਿਹੜੇ ਗਿਆਨਵਾਨ ਰਾਗੀ ਸਾਹਿਬਾਨ ਨੇ, ਜਿਨ੍ਹਾਂ ਨੂੰ ਇਸ ਚੀਜ਼ ਦੀ ਨੌਲੇਜ ਹੈ, ਸਿਆਣੇ ਰਾਗੀ ਅੱਜ ਵੀ ਰਹਾਉ ਵਾਲੀ ਪੰਕਤੀ ਨੂੰ ਹੀ ਬੇਸ ਬਣਾਉਂਦੇ ਨੇ, ਸਥਾਈ। ਬਾਕੀ ਜੀ। ਪੰਕਤੀਆਂ ਨੂੰ ਅੰਤਰਾ ਬਣਾਉਂਦੇ ਨੇ। ਮੈਂ ਜਦੋਂ ਮਾੜਾ ਜਿਹਾ ਇੱਕ ਰਹਾਉ ਵਾਲੀ ਸਕਿੰਟ ਗਿਆਨੀ ਜੀ, ਮੈਂ ਮਾੜਾ ਜਿਹਾ ਕੁਲਦੀਪ ਕੌਰ ਜੀ ਨੂੰ ਦੱਸਦੇ ਆ ਕਿ ਉਹ ਮੇਰਾ ਖਿਆਲ ਕੁਐਸਚਨ ਕਰਦੇ ਸੀਗੇ ਕਿ ਕਿਹੜੇ ਅੰਗ ਤੇ ਆ। ਮੇਰਾ ਖਿਆਲ 1264 ਅੰਗ ਤੇ ਆ ਜੀ ਇਹ। ਹਾਂਜੀ, 1263 ਤੇ ਜੀ। 63 64, ਹਾਂਜੀ ਸ਼ਬਦ ਕਿਹੜਾ? ਹਾਂਜੀ। ਇਹ ਸ਼ਬਦ ਦੀ ਜੀ ਪਹਿਲੀ ਪੰਕਤੀ ਹੈਗੀ ਭੈਣ, ਜਿਤਨੇ ਜੀ ਜੰਤ ਪ੍ਰਭ ਕੀਨੇ ਤਿਤਨੇ ਸਿਰਕਾਰ ਲਿਖਾਵੇ। ਜਿਤਨੇ ਜੀ ਜੰਤ ਪ੍ਰਭ ਕੀਨੇ ਤਿਤਨੇ ਸਿਰਕਾਰ ਲਿਖਾਵੇ। ਇਹ 1293 ਸ਼ਬਦ ਅੰਕ ਤੇ ਹੈਗਾ। ਗ੍ਰੇਟ। ਇੱਕ ਮਿੰਟ। ਜਿਤਨੇ 1200 ਜੀ 1263 ਆ, 1293 ਜੀ। 97 ਆ ਜੀ। ਸੌਰੀ 1263। 63 ਹੈ ਜੀ, ਹਾਂਜੀ ਹਾਂਜੀ 1263, ਸੌਰੀ ਜੀ 1263। ਜੀ ਜੀ। ਚਲੋ ਠੀਕ ਹੈ ਜੀ ਗਿਆਨੀ ਜੀ, ਜਦੋਂ ਵੀ ਤੁਸੀਂ ਰੈਡੀ ਹੋ ਨਾ, ਤੁਸੀਂ ਅੱਜ ਦਾ ਜੋ ਵੀ ਵਿਖਿਆਨ ਕਰਨਾ ਉਹ ਤੁਸੀਂ ਠੀਕ ਹੈ ਕਰਨਾ ਸ਼ੁਰੂ ਕਰ ਦਿਓ। ਥੈਂਕ ਯੂ ਜੀ। ਠੀਕ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਆਪ ਦਾ ਸਾਰਿਆਂ ਦਾ ਗੁਰਮਤਿ ਕਲਾਸ ਵਿੱਚ। ਆਪ ਸਾਰਿਆਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਤਾਂ ਅੱਜ ਅਸੀਂ ਦੋ ਸ਼ਬਦਾਂ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ, ਜੋ ਕੱਲ ਡਿਸਕਸ਼ਨ ਹੋਈ ਸੀ। ਕਿਉਂਕਿ ਅਸੀਂ ਕਿਸੇ ਸ਼ਬਦ ਨੂੰ ਜੇ ਸਮਝਣਾ ਹੋਏ ਤਾਂ ਉਹਦੇ ਅੰਦਰ ਜੋ ਆਈਡੀਆ ਹੁੰਦਾ ਹੈ ਮੁੱਖ, ਉਹ ਹੁੰਦਾ ਰਹਾਉ ਵਾਲੀ ਪੰਕਤੀ ਵਿੱਚ। ਬਾਕੀ ਸਾਰਾ ਸ਼ਬਦ ਜਿਹੜਾ ਉਸ ਰਹਾਉ ਦੀ ਪੰਕਤੀ ਦੀ ਵਿਸਥਾਰ ਹੁੰਦਾ ਹੈ। ਜਿਹੜੇ ਸਿਆਣੇ ਰਾਗੀ ਸਾਹਿਬਾਨ ਨੇ ਅੱਜ ਵੀ ਕੀਰਤਨ ਜਦੋਂ ਕਰਦੇ ਨੇ ਤਾਂ ਉਹ ਰਹਾਉ ਵਾਲੀ ਪੰਕਤੀ ਨੂੰ ਸਥਾਈ ਬਣਾਉਂਦੇ ਨੇ ਤੇ ਬਾਕੀ ਪੰਕਤੀਆਂ ਨੂੰ ਅੰਤਰਾ ਬਣਾਇਆ ਜਾਂਦਾ ਹੈ। ਤੇ ਅੰਤਰੇ ਤੋਂ ਬਾਅਦ ਫਿਰ ਬਾਰ-ਬਾਰ ਸਥਾਈ ਵਾਲੀ ਪੰਕਤੀ ਗਾਈ ਜਾਂਦੀ ਹੈ, ਕਿਉਂਕਿ ਉਸ ਪੰਕਤੀ ਦੇ ਅੰਦਰ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਜਦੋਂ ਕੋਈ ਰਾਗੀ ਸਾਹਿਬਾਨ ਜਾਂ ਵਿਚਾਰਕ ਵੀਰ ਕਿਸੇ ਸ਼ਬਦ ਦੀ ਰਹਾਉ ਦੀ ਪੰਕਤੀ ਤੋਂ ਇਲਾਵਾ ਹੋਰ ਪੰਕਤੀ ਨੂੰ ਸਥਾਈ ਬਣਾ ਲੈਂਦਾ ਹੈ ਤਾਂ ਉਦੋਂ ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੈ ਉਹ ਬਦਲ ਜਾਂਦਾ ਹੈ। ਇਸ ਲਈ ਯਤਨ ਕਰਨਾ ਚਾਹੀਦਾ ਹੈ ਕਿ ਜਦੋਂ ਵੀ ਕੀਰਤਨ ਵੀਰ ਕਰਨ ਤਾਂ ਰਹਾਉ ਵਾਲੀ ਪੰਕਤੀ ਨੂੰ ਜਿਹੜਾ ਹੈ ਉਹ ਸਥਾਈ ਬਣਾਇਆ ਜਾਏ, ਬਾਕੀ ਪੰਕਤੀਆਂ ਨੂੰ ਅੰਤਰਾ ਬਣਾਇਆ ਜਾਏ, ਜਿਸ ਕਰਕੇ ਸ਼ਬਦ ਦਾ ਕੇਂਦਰੀ ਭਾਵ ਨਾ ਗਵਾਚੇ। ਪਹਿਲੀ ਗੱਲ। ਦੂਜੀ ਗੱਲ ਇਹ ਹੈ ਕਿ ਅਸੀਂ ਕਿਸੇ ਸ਼ਬਦ ਦੇ ਵਿੱਚੋਂ ਇੱਕ ਪੰਕਤੀ ਲੈ ਲੈਂਦੇ ਹਾਂ ਤੇ ਉਸ ਸ਼ਬਦ ਦੇ ਅੰਦਰ ਉਸ ਪੰਕਤੀ ਦਾ ਕੀ ਮੀਨਿੰਗ ਹੈ ਉਹਦਾ ਸਾਨੂੰ ਸਮਝ ਆਵੇਗੀ ਪੂਰੇ ਸ਼ਬਦ ਨੂੰ ਪੜ੍ਹਨ ਦੇ ਨਾਲ। ਜੇ ਸ਼ਬਦ ਚੋਂ ਕੇਵਲ ਇੱਕ ਪੰਕਤੀ ਲੈ ਲਈ ਜਾਏਗੀ ਤਾਂ ਉਹਦਾ ਜਿਹੜਾ ਅਰਥ ਹੈ ਉਹ ਬਦਲ ਸਕਦਾ ਹੈ। ਜਿਵੇਂ ਇੱਕ ਪੰਕਤੀ ਹੈ ਪਾਵਨ ਬਾਣੀ ਦੇ ਅੰਦਰ, ਤੀਰਥ ਨਹਾਈਐ ਸੁਖ ਫਲ ਪਾਈਐ ਮੈਲ ਨਾ ਲਾਗੈ ਕਾਈ। ਜੇ ਹੁਣ ਅਸੀਂ ਸਿਰਫ ਇਹ ਪੰਕਤੀ ਲੈ ਲਈਏ ਕਿ ਗੁਰੂ ਜੀ ਕਹਿੰਦੇ ਹਨ ਤੀਰਥ ਨਹਾਈਐ ਸੁਖ ਫਲ ਪਾਈਐ ਮੈਲ ਨਾ ਲਾਗੈ ਕਾਈ, ਤਾਂ ਇਹਦਾ ਅਰਥ ਇਹ ਨਿਕਲੇਗਾ ਕਿ ਅਸੀਂ ਤੀਰਥਾਂ ਤੇ ਨਹਾਉਂਦੇ ਹਾਂ, ਸੁੱਖਾਂ ਦਾ ਫਲ ਪਾਉਂਦੇ ਹਾਂ ਤੇ ਸਾਨੂੰ ਕੋਈ ਮੈਲ ਨਹੀਂ ਲੱਗਦੀ। ਹੁਣ ਗੱਲ ਤਾਂ ਇਹ ਠੀਕ ਹੈ, ਅਰਥ ਐਵੇਂ ਹੀ ਹੈ, ਪਰ ਜਦੋਂ ਜਿਸ ਪੰਕਤੀ ਜਿਹੜੇ ਸ਼ਬਦ ਦੇ ਵਿੱਚੋਂ ਆਈ ਹੈ ਨਾ
ਉੱਥੇ ਜਦੋਂ ਜਾ ਕੇ ਆਪ ਪੜੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਵੀ ਇਹ ਵਿਚਾਰ ਗੁਰੂ ਨਾਨਕ ਦੇਵ ਦੀ ਨਹੀਂ ਹੈ, ਇਹ ਵਿਚਾਰ ਹੈ ਜੋਗੀਆਂ ਦੀ। ਜੋਗੀ ਗੁਰੂ ਨਾਨਕ ਦੇਵ ਜੀ ਨੂੰ ਕਹਿ ਰਹੇ ਨੇ ਕਿ ਅਸੀਂ ਤੀਰਥਾਂ ਤੇ ਨਹਾਉਂਦੇ ਹਾਂ, ਸੁੱਖਾਂ ਦਾ ਫਲ ਪਾਉਂਦੇ ਹਾਂ ਤੇ ਸਾਨੂੰ ਮੈਲ ਨਹੀਂ ਲੱਗਦੀ। ਉਹ ਆਪਣੀ ਵਿਚਾਰ ਦੱਸ ਰਹੇ। ਤੇ ਜੇ ਅਸੀਂ ਇਹਨੂੰ ਹੁਣ ਗੁਰੂ ਨਾਨਕ ਦੇਵ ਜੀ ਦੀ ਵਿਚਾਰ ਲੈ ਕੇ ਪੇਸ਼ ਕਰ ਦਿਆਂਗੇ ਤਾਂ ਪ੍ਰੋਬਲਮ ਕ੍ਰੀਏਟ ਹੋਈ। ਦੂਜੀ ਪੰਕਤੀ ਮੈਂ ਆਪ ਨਾਲ ਸਾਂਝੀ ਕਰਾਂ, ਬੰਦੇ ਸੇ ਜੇ ਪਵੇਂ ਵਿੱਚ ਬੰਦੀ ਵੇਖਣ ਕੋ ਦੀਦਾਰ। ਹੁਣ ਇਹਦਾ ਅਰਥ ਤਾਂ ਇਹੀ ਹੈ ਕਿ ਬੰਦੇ ਉਹੀ ਨੇ ਜੋ ਬੰਦਸ਼ ਵਿੱਚ ਪੈਂਦੇ ਨੇ ਦੀਦਾਰ ਵੇਖਣ ਵਾਸਤੇ। ਪਰ ਇਹ ਵਿਚਾਰ ਗੁਰੂ ਨਾਨਕ ਦੇਵ ਜੀ ਦੀ ਨਹੀਂ ਹੈ, ਇਹ ਵਿਚਾਰ ਮੁਸਲਮਾਨ ਵੀਰਾਂ ਦੀ ਹੈ। ਮੁਸਲਮਾਨਾਂ ਸਿਫਤ ਸ਼ਰੀਅਤ ਪੜ ਪੜ ਕਰੇ ਵਿਚਾਰ, ਬੰਦੇ ਸੇ ਜੇ ਪਵੇਂ ਵਿੱਚ ਬੰਦੀ ਵੇਖਣ ਕੋ ਦੀਦਾਰ। ਗੁਰੂ ਨਾਨਕ ਦੇਵ ਜੀ ਨੇ ਮੁਸਲਮਾਨ ਵੀਰਾਂ ਦੀ ਵਿਚਾਰ ਦੱਸੀ ਹੈ ਕਿ ਉਹ ਮੁਸਲਮਾਨ ਵੀਰ ਸ਼ਰਾ ਪੜ੍ਹਦੇ ਨੇ, ਸ਼ਰਾ ਪੜ੍ਹ ਕੇ ਵਿਚਾਰ ਕਰਦੇ ਹਨ ਔਰ ਇਹ ਕਹਿੰਦੇ ਨੇ ਕਿ ਅਸਲੀ ਬੰਦਾ ਉਹੀ ਹੈ ਜਿਹੜਾ ਇਹ ਸ਼ਰਾ ਦੀ ਬੰਦਸ਼ ਵਿੱਚ ਪੈਂਦਾ ਰੱਬ ਦੇ ਦਰਸ਼ਨ ਕਰਨ ਲਈ। ਅਗਲੀ ਗੱਲ ਹੈ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਜੇ ਹੁਣ ਇਹਨੂੰ ਲੈ ਲਈਏ ਅਸੀਂ ਇਕੱਲੀ ਪੰਕਤੀ ਨੂੰ ਤਾਂ ਇੰਜ ਪ੍ਰਤੀਤ ਹੋਏਗਾ ਕਿ ਗੁਰੂ ਨਾਨਕ ਦੇਵ ਜੀ ਸਾਨੂੰ ਕਹਿ ਰਹੇ ਨੇ ਸੂਖਮ ਮੂਰਤ, ਪਰ ਇਹ ਵਿਚਾਰ ਗੁਰੂ ਨਾਨਕ ਦੇਵ ਜੀ ਦੀ ਨਹੀਂ ਹੈ। ਅੱਗੇ ਹੈ ਹਿੰਦੂ ਸਾਲਾ ਹੀ ਸਾਲਾ ਹਮ ਦਰਸ਼ਨ ਰੂਪ ਅਪਾਰ। ਔਰ ਜੋਗੀਆਂ ਦੀ ਗੱਲ ਹੈਗੀ ਹੈ ਕਿ ਉਹ ਕਹਿੰਦੇ ਨੇ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਇਸ ਪਾਵਨ ਸ਼ਬਦ ਦੇ ਲਾਸਟ ਵਿੱਚ ਜਾ ਕੇ ਗੁਰੂ ਜੀ ਆਪਣੀ ਵਿਚਾਰ ਦੱਸਦੇ ਹਨ। ਨਾਨਕ ਭਗਤਾਂ ਪੋਖਸਾ ਲਾਹਨ ਸੱਚ ਨਾਮ ਆਧਾਰ, ਸਦਾ ਆਨੰਦ ਰਹੇ ਗੁਣ ਦਿਨ ਰਾਤੀ ਗੁਣਵੰਤਿਆਂ ਪਾਛਾਰ। ਕਿ ਜੋ ਪ੍ਰਭੂ ਦੇ ਭਗਤ ਨੇ ਉਹ ਪ੍ਰਭੂ ਦੀ ਰਜ਼ਾ ਦੇ ਅੰਦਰ ਤੁਰਦੇ ਨੇ ਔਰ ਜੋ ਪ੍ਰਭੂ ਦੇ ਪਿਆਰੇ ਨੇ ਉਹ ਰੱਬ ਦੇ ਪਿਆਰਿਆਂ ਦੀ ਚਰਨਾਂ ਦੀ ਧੂੜ ਰਹਿੰਦੇ ਨੇ ਬਣ ਕੇ, ਯਾਨੀ ਨਿਮਰਤਾ ਦੇ ਅੰਦਰ ਰਹਿੰਦੇ ਹਨ। ਤਾਂ ਸ਼ਬਦ ਦੀ ਕੋਈ ਇੱਕ ਪੰਕਤੀ ਨੂੰ ਲੈ ਕੇ ਅਸੀਂ ਸ਼ਬਦ ਨੂੰ ਨਹੀਂ ਸਮਝ ਪਾਵਾਂਗੇ। ਉਹ ਪੰਕਤੀ ਜਿਹੜੀ ਹੈ ਉਸ ਪੰਕਤੀ ਦਾ ਅਰਥ ਬਦਲ ਜਾਏਗਾ। ਇਸ ਲਈ ਜਦੋਂ ਵੀ ਵਿਚਾਰ ਕਰੀਏ ਤਾਂ ਪੂਰੇ ਸ਼ਬਦ ਨੂੰ ਸਾਹਮਣੇ ਰੱਖਿਆ ਜਾਵੇ। ਉਸ ਸ਼ਬਦ ਦੇ ਅੰਦਰ ਉਹ ਪੰਕਤੀ ਕੀ ਕਹਿ ਰਹੀ ਹੈ ਤਾਂ ਸਾਨੂੰ ਉਹਦਾ ਸਮਝ ਆਏਗੀ ਪੂਰੇ ਸ਼ਬਦ ਦੀ। ਪਹਿਲੀ ਗੱਲ। ਦੂਜੀ ਗੱਲ ਹੈ ਪੂਰੇ ਸ਼ਬਦ ਨੂੰ ਵਿਚਾਰਨ ਵਾਸਤੇ ਜਦੋਂ ਵੀ ਕਿਸੇ ਧਰਮ ਗ੍ਰੰਥ ਦੀ ਵਿਚਾਰ ਕਰਨੀ ਹੋਵੇ ਤਾਂ ਉਹਦੇ ਵਾਸਤੇ ਧਰਮ ਸ਼ਾਸਤਰ ਪੜ੍ਹਨਾ ਅਤਿਅੰਤ ਜ਼ਰੂਰੀ ਹੁੰਦਾ ਹੈ। ਧਰਮ ਸ਼ਾਸਤਰ ਦਾ ਮਤਲਬ ਧਰਮ ਫਿਲਾਸਫੀ, ਕਿ ਉਸ ਧਰਮ ਦੀ ਵਿਚਾਰਧਾਰਾ ਕੀ ਹੈ, ਮੁਕੰਮਲ ਟੋਟਲ ਵਿਚਾਰਧਾਰਾ ਮੁਤਾਬਕ ਉਸ ਜਿਹੜਾ ਹੈ ਕਿਸੇ ਵੀ ਇੱਕ ਸ਼ਬਦ ਨੂੰ, ਚਾਹੇ ਉਹ ਕਿਸੇ ਵੀ ਗ੍ਰੰਥ ਦਾ ਹੈ, ਵਿਚਾਰਿਆ ਜਾ ਸਕਦਾ ਹੈ। ਤਾਂ ਜਦੋਂ ਅਸੀਂ ਪੂਰੇ ਸ਼ਬਦ ਦੀ ਵਿਚਾਰ ਕਰੀਏ ਤਾਂ ਉਹਦਾ ਜਿਹੜਾ ਬੇਸ ਹੈ ਉਹ ਮੂਲ ਮੰਤਰ ਹੋਣਾ ਚਾਹੀਦਾ ਹੈ। ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜਿਹੜੇ ਸਾਡੇ ਅਰਥ ਨੇ ਉਹਨਾਂ ਦੇ ਉੱਤੇ ਉਹ ਪੂਰੇ ਉਤਰਨੇ ਚਾਹੀਦੇ ਨੇ। ਜੇ ਸਾਡੇ ਅਰਥ ਉਹਨਾਂ ਤੇ ਪੂਰੇ ਨਹੀਂ ਉਤਰਦੇ ਤਾਂ ਇਹਦਾ ਮਤਲਬ ਸਾਡੇ ਅਰਥ ਗਲਤ ਨੇ। ਜੋ ਮੈਂ ਅਰਥ ਕਰ ਰਿਹਾ ਉਹ ਮੈਂ ਗਲਤ ਕਰ ਰਿਹਾ, ਕਿਉਂਕਿ ਉਹ ਮੂਲ ਮੰਤਰ ਦੇ ਉੱਤੇ ਪੂਰੇ ਨਹੀਂ ਉਤਰਦੇ। ਇਸ ਲਈ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਹੀ ਅਸੀਂ ਪਾਵਨ ਬਾਣੀ ਨੂੰ ਸਹੀ ਢੰਗ ਦੇ ਨਾਲ ਸਮਝ ਕੇ ਔਰ ਅਸੀਂ ਲਾਹਾ ਲੈ ਸਕਦੇ ਹਾਂ। ਤਾਂ ਆਓ ਅਸੀਂ ਇਸ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਗੁਰੂ ਜੀ ਇਸ ਪਾਵਨ ਸ਼ਬਦ ਦੀ ਪਹਿਲੀ ਪੰਕਤੀ ਦੇ ਅੰਦਰ ਬਚਨ ਕਰ ਰਹੇ ਨੇ। ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ ਮਲਾਰ ਰਾਗ ਵਿੱਚ, ਮਲਾਰ ਮਹਿਲਾ ਚੌਥਾ। ਜਿਤਨੇ ਜੀ ਜੰਤ ਪ੍ਰਭ ਕੀਨੇ ਤਿਤਨੇ ਸਿਰਕਾਰ ਲਿਖਾਵੇ। ਲਿਖਾਵੇ ਦਾ ਮਤਲਬ ਲਿਖਾਂਦਾ ਹੈ। ਜੇ ਬਹੁਵਚਨ ਹੁੰਦਾ ਤਾਂ ਲਿਖਾਵੇ ਹੋਣਾ ਸੀ, ਹਾਹੇ ਨਾਲ ਸਿਆਰੀ ਹੋਣੀ ਸੀ। ਇੱਥੇ ਲਿਖਾਵੇ ਦਾ ਮਤਲਬ ਲਿਖਾਂਦਾ ਹੈ। ਇਸ ਪਾਵਨ ਪੰਕਤੀ ਦਾ ਅਰਥ ਕੀਤਾ ਜਾ ਰਿਹਾ ਹੈ ਕਿ ਜਿੰਨੇ ਵੀ ਜੀ ਜੰਤ ਪ੍ਰਭੂ ਨੇ ਪੈਦਾ ਕੀਤੇ ਨੇ ਸਾਰੇ ਐਸੇ ਨੇ ਕਿ ਹਰੇਕ ਦੇ ਕਰਨ ਲਈ ਕਾਰ ਲਿਖੀ ਗਈ ਹੈ, ਹੁਕਮ ਲਿਖਿਆ ਗਿਆ ਹੈ। ਹੁਣ ਦੇਖੋ ਹੁਕਮ ਲਿਖਣਾ ਕੀ ਹੈ, ਨਹੀਂ ਕਿ ਮੱਥੇ ਦੇ ਉੱਤੇ ਪੈਨ ਦੇ ਨਾਲ ਕੱਲੇ ਕੱਲੇ ਦੇ ਉੱਤੇ ਲਿਖਿਆ ਹੈ। ਲੇਖ, ਰਜਾ, ਭਾਣਾ, ਇਹਦਾ ਮੀਨਿੰਗ ਕੀ ਹੈ ਜੀ? ਤੁਸੀਂ ਅਨਮਿਊਟ ਰਹਿ ਕੇ ਹੀ ਬੋਲ ਕੇ ਦੱਸੋਗੇ ਤੇ ਮੈਨੂੰ ਸਮਝ ਆ ਜਾਏ ਕਿ ਬੋਲ ਰਿਹਾ। ਰਜਾ, ਭਾਣਾ, ਲੇਖ, ਇਹਦਾ ਮੀਨਿੰਗ ਕੀ ਹੈ? ਹੁਕਮ। ਇਹਦਾ ਮਤਲਬ ਹੁਕਮ। ਹੁਕਮ ਮੀਨ ਸਿਸਟਮ, ਲਾ ਆਫ ਨੇਚਰ। ਸਾਰਿਆਂ ਦੇ ਸਿਰ ਤੇ ਇਹ ਚੀਜ਼ ਲਿਖੀ ਹੈ। ਲਿਖੀ ਦਾ ਮਤਲਬ ਕਿ ਸਾਰੇ ਹੀ ਜੀਵ ਜੰਤ
ਰੱਬੀ ਰਜ਼ਾ ਦੇ ਅੰਦਰ ਨੇ, ਉਸ ਰਜ਼ਾ ਤੋਂ ਬਾਹਰ ਕੋਈ ਨਹੀਂ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਤੇ ਉਸ ਸਿਸਟਮ ਦੇ ਅੰਦਰ ਹਰ ਜੀਵ ਦੇ ਸਿਰ ਤੇ ਕਾਰ ਲਿਖੀਏ, ਭਾਵ ਕੋਈ ਨਾ ਕੋਈ ਕਰਮ ਹਰ ਜੀਵ ਕਰ ਰਿਹਾ ਹੈ। ਸਾਨੂੰ ਕਰਮ ਕਰਨਾ ਹੀ ਪਵੇਗਾ ਜ਼ਿੰਦਗੀ ਜੀਣ ਲਈ। ਨਿੱਕੀਆਂ ਨਿੱਕੀਆਂ ਕੀੜੀਆਂ ਵੀ ਆਪਣੇ ਖਾਣ ਪੀਣ ਦਾ ਇੰਤਜ਼ਾਮ ਕਰ ਰਹੀਆਂ ਨੇ। ਮੱਖੀ ਹਜ਼ਾਰਾਂ ਕਿਲੋਮੀਟਰ ਉੱਡ ਕੇ ਤੇ ਫਿਰ ਇੱਕ ਬੂੰਦ ਸ਼ਹਿਦ ਇਕੱਠਾ ਕਰਦੀ ਹੈ। ਇਸੇ ਤਰ੍ਹਾਂ ਪਸ਼ੂ ਪੰਛੀ ਆਪਣੇ ਜੀਵਨ ਨਿਰਵਾਹ ਵਾਸਤੇ ਕੁਝ ਕਰਦੇ ਨੇ, ਮਨੁੱਖ ਵੀ ਕਰ ਰਿਹਾ ਹੈ। ਇਹ ਸਿਸਟਮ ਹੈ ਹੁਕਮ। ਇਹਦੇ ਅੰਦਰ ਹਰ ਜੀਵ ਨੂੰ ਕਾਰ ਕਰਨੀ ਪੈਂਦੀ ਹੈ। ਤੇ ਜਿਹੜਾ ਬੰਦਾ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਵੇਗਾ, ਉਹ ਸੁਖੀ ਔਰ ਸ਼ਾਂਤ ਰਹੇਗਾ। ਜੇ ਇਹਨਾਂ ਨਿਯਮਾਂ ਤੋਂ ਉਲਟ ਬੰਦਾ ਜਾ ਕੇ ਕੋਈ ਸ਼ਾਂਤੀ ਪ੍ਰਾਪਤ ਕਰਨੀ ਚਾਹੇ ਤਾਂ ਨਹੀਂ ਕਰ ਪਾਏਗਾ। ਹਰ ਜਨ ਕੋ ਹਰ ਦੀਨ ਵਡਾਈ। ਹੁਣ ਇਹ ਸਾਰੇ ਜਗਤ ਦੇ ਅੰਦਰ ਜਿਹੜਾ ਹਰੀ ਦਾ ਜਨ ਹੈ, ਹਰੀ ਦਾ ਜਨ ਦਾ ਮਤਲਬ ਹਰੀ ਦਾ ਦਾਸ। ਤੇ ਦਾਸ ਕੌਣ ਹੈ? ਜਿਹਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ, ਉਹਨੇ ਹੁਕਮ ਵਿੱਚ ਤੁਰਨਾ ਹੁੰਦਾ ਹੈ। ਮੰਨ ਲਓ ਤੁਸੀਂ ਕੋਈ ਜੌਬ ਕਰਦੇ ਹੋ, ਤਾਂ ਤੁਸੀਂ ਆਪਣੀ ਮਰਜ਼ੀ ਨਾਲ ਉੱਥੇ ਕੰਮ ਨਹੀਂ ਨਾ ਕਰ ਸਕਦੇ। ਜੋ ਬੌਸ ਨੇ ਡਿਊਟੀ ਦੇਣੀ ਹੈ ਉਹ ਹੀ ਕਰੋਗੇ ਨਾ। ਜੇ ਮੰਨ ਲਓ ਤੁਸੀਂ ਕਿਸੇ ਪੀਜ਼ਾ ਹੱਟ ਵਿੱਚ ਕੰਮ ਕਰ ਰਹੇ ਹੋ ਤੇ ਬੌਸ ਤੁਹਾਨੂੰ ਪੀਜ਼ਾ ਬਣਾਉਣ ਲਈ ਕਹੇਗਾ, ਤੇ ਜੇ ਤੁਸੀਂ ਕਹੋ ਨਹੀਂ ਮੈਂ ਇਸ ਗ੍ਰਾਹਕ ਨੂੰ ਪਰੌਂਠੇ ਸਪਲਾਈ ਕਰਨੇ ਨੇ, ਜਾਂ ਮੈਂ ਤੇ ਗੋਭੀ ਦੀ ਸਬਜ਼ੀ ਭੇਜਾਂਗਾ, ਮੈਂ ਤੇ ਪੀਜ਼ਾ ਨਹੀਂ ਬਣਾ ਸਕਦਾ, ਏਦਾਂ ਹੈ ਕਿ ਮੈਂ ਸੇਵੀਆਂ ਵੱਟ ਦਿੰਦਾ ਵਾਂ, ਤਾਂ ਉੱਥੇ ਕੰਮ ਨਹੀਂ ਨਾ ਚੱਲਣਾ। ਆਪਣੀ ਮਰਜ਼ੀ ਨਹੀਂ ਹੈ, ਬੌਸ ਨੇ ਜੋ ਕੰਮ ਕਹਿਣਾ ਉਹ। ਤਾਂ ਹਰਜਨ ਕੌਣ ਹੈ? ਜਿਹੜਾ ਰੱਬੀ ਰਜ਼ਾ ਦੇ ਅੰਦਰ ਤੁਰਦਾ ਹੈ, ਰੱਬ ਦੀ ਸਿਫਤ ਸਲਾਹ ਕਰਦਾ ਹੈ ਔਰ ਪ੍ਰਭੂ ਦੇ ਹੁਕਮ ਦੇ ਅੰਦਰ ਕੰਮ ਕਰਦਾ ਹੈ। ਉਹ ਪ੍ਰਭੂ ਦਾ ਦਾਸ ਹੈ, ਜੋ ਨੇਮ ਤੋਂ ਉਲਟ ਨਹੀਂ ਕਰਦਾ ਕੁਝ। ਰੱਬੀ ਸਿਫਤ ਸਲਾਹ ਕਰਦਾ ਹੈ, ਸਾਰਿਆਂ ਦੇ ਵਿੱਚ ਇੱਕ ਰੱਬ ਨੂੰ ਵੇਖਦਾ ਹੈ, ਸਭ ਦੇ ਨਾਲ ਰੱਬ ਵਰਗਾ ਪਿਆਰ ਵਿਹਾਰ ਕਰਦਾ ਹੈ। ਗੁਰੂ ਜੀ ਕਹਿੰਦੇ ਨੇ ਹਰ ਜਨ ਕੋ ਹਰ ਦੀਨ ਵਡਾਈ। ਰੱਬ ਨੇ ਆਪਣੇ ਪਿਆਰੇ ਨੂੰ, ਹੁਕਮ ਵਿੱਚ ਚੱਲਣ ਵਾਲੇ ਨੂੰ ਇਹ ਵਡਿਆਈ ਬਖਸ਼ੀ ਹੈ। ਕਿਹੜੀ ਵਡਿਆਈ? ਹਰ ਜਨ ਹਰ ਕਾਰੈ ਲਾਵੈ। ਲਾਵੈ ਦਾ ਮਤਲਬ ਲਾਈ ਰੱਖਦਾ ਹੈ। ਜਿਹੜਾ ਰੱਬ ਦਾ ਪਿਆਰਾ ਹੈ ਉਹ ਆਪਣੇ ਆਪ ਨੂੰ ਰੱਬ ਦੇ ਕੰਮ ਵਿੱਚ ਲਾਈ ਰੱਖਦਾ ਹੈ। ਇੱਥੇ ਗੱਲ ਰੱਬ ਦੇ ਪਿਆਰੇ ਦੀ ਹੋ ਰਹੀ ਹੈ, ਉਹ ਆਪਣੇ ਆਪ ਨੂੰ ਰੱਬ ਦੇ ਕੰਮ ਵਿੱਚ ਲਾਈ ਰੱਖਦਾ ਹੈ। ਹੁਣ ਰੱਬ ਦਾ ਕੰਮ ਕੀ ਹੈ? ਦੇਖੋ, ਰੱਬ ਨੇ ਰੋਟੀਆਂ ਤੇ ਖਾਣੀਆਂ ਨਹੀਂ, ਨਾ ਰੱਬ ਨੇ ਕੋਈ ਕਮੀਜ਼ ਪਜਾਮਾ ਸਵਾਣਾ ਵੀ ਚਲੋ ਮੈਂ ਕੱਪੜੇ ਸਿਉਂ ਦਿਆਂ ਉਹਦੇ। ਰੱਬ ਦਾ ਕੰਮ ਕੀ ਹੈ? ਕਿ ਰੱਬ ਦੇ ਹੁਕਮ ਵਿੱਚ ਤੁਰਨਾ ਔਰ ਰੱਬ ਦੀ ਜਿਹੜੀ ਖਲਕਤ ਹੈ ਉਹਦੀ ਸੇਵਾ ਵਿੱਚ ਸਹਿਯੋਗ ਪਾਣਾ। ਤੁਹਾਡੇ ਸਾਰਿਆਂ ਦੇ ਅੰਦਰ ਰੱਬ ਹੈ ਨਾ, ਸਭ ਮੈਂ ਜੋਤ ਜੋਤ ਹੈ ਸੋਏ। ਤੇ ਜੇ ਮੈਂ ਤੁਹਾਡੀ ਕੋਈ ਹੈਲਪ ਕਰਦਾ ਹਾਂ, ਤੁਹਾਡਾ ਸਹਿਯੋਗ ਕਰਦਾ ਹਾਂ, ਤੁਹਾਡੇ ਸੁੱਖ ਦੁੱਖ ਵਿੱਚ ਸ਼ਾਮਲ ਹੁੰਦਾ ਹਾਂ, ਇਹੀ ਰੱਬ ਦਾ ਕੰਮ ਹੈ, ਕਿਉਂਕਿ ਤੁਸੀਂ ਰੱਬ ਦੇ ਬੱਚੇ ਹੋ ਨਾ। ਕਿਸੇ ਦੇ ਬੱਚਿਆਂ ਦੀ ਹੈਲਪ ਕਰਨੀ ਵੀ ਤੇ ਉਹਦਾ ਹੀ ਕੰਮ ਹੈ ਨਾ। ਫਿਰ ਉਹ ਆਣ ਕੇ ਧੰਨਵਾਦ ਕਰਦਾ ਵੀ ਧੰਨਵਾਦ ਤੇਰਾ ਯਾਰ, ਤੂੰ ਮੇਰੇ ਬੱਚੇ ਦੀ ਹੈਲਪ ਕੀਤੀ। ਤਾਂ ਹਰ ਜਨ ਹਰ ਕਾਰੈ ਲਾਵੇ ਦਾ ਮਤਲਬ ਜਿਹੜਾ ਰੱਬ ਦਾ ਪਿਆਰਾ ਹੈ ਉਹ ਆਪਣੇ ਆਪ ਨੂੰ ਸਿਫਤ ਸਲਾਹ ਦੇ ਅੰਦਰ ਲਾਈ ਰੱਖਦਾ ਹੈ, ਗੁਣਾਂ ਦੀ ਗੱਲ ਕਰਦਾ ਹੈ, ਉਹ ਔਗੁਣਾਂ ਦੀ ਗੱਲ ਨਹੀਂ ਕਰਦਾ। ਉਹ ਕਦੇ ਵੀ ਨੈਗੇਟਿਵ ਨਹੀਂ ਸੋਚਦਾ। ਨਾ ਉਹਦੇ ਅੰਦਰ ਇਨਫੀਰੀਓਰਿਟੀ ਕੰਪਲੈਕਸ ਹੈ, ਨਾ ਉਹਦੇ ਅੰਦਰ ਸੁਪਰੀਓਰਿਟੀ ਕੰਪਲੈਕਸ ਹੈ। ਉਹ ਰਜ਼ਾ ਔਰ ਭਾਣੇ ਦੇ ਅੰਦਰ ਜ਼ਿੰਦਗੀ ਜੀ ਰਿਹਾ ਹੈ। ਇਹਨਾਂ ਚੀਜ਼ਾਂ ਨੂੰ ਨਾ ਧਿਆਨ ਨਾਲ ਸੁਣਦੇ ਜਾਣਾ, ਜਿਸ ਕਰਕੇ ਜਿਸ ਪੰਕਤੀ ਦੀ ਅਸੀਂ ਅਰਥ ਕਰਨਾ ਚਾਹੁੰਦੇ ਹਾਂ ਸਮਝਣਾ, ਉਹ ਸਾਨੂੰ ਸਮਝ ਆ ਜਾਏਗਾ। ਹੁਣ ਅਗਲਾ ਬਚਨ ਕਰਦੇ ਨੇ, ਸਤਿਗੁਰ ਹਰ ਹਰ ਨਾਮ ਦ੍ਰਿੜਾਵੇ। ਗੁਰੂ, ਸੱਚਾ ਗੁਰੂ ਕੌਣ ਹੈ? ਹਰ ਹਰ ਨਾਮ ਦ੍ਰਿੜਾਵੇ, ਜੋ ਰੱਬ ਦਾ ਨਾਮ ਦ੍ਰਿੜ ਕਰਾਂਦਾ ਹੈ। ਨਾਮ ਦਾ ਮਤਲਬ ਹੁਕਮ, ਨਾਮ ਦਾ ਮਤਲਬ ਹੁਕਮ। ਸੱਚਾ ਸਤਿਗੁਰੂ ਕੌਣ ਹੈ? ਜੋ ਹੁਕਮ ਦ੍ਰਿੜ ਕਰਾਂਦਾ ਹੈ। ਦੇਖੋ, ਇਸ ਦੁਨੀਆ ਦੇ ਅੰਦਰ ਕੱਚੇ ਗੁਰੂ ਵੀ ਮੌਜੂਦ ਨੇ। ਗੁਰਬਾਣੀ ਵਿੱਚ ਬਚਨ ਕੀਤਾ ਹੈ, ਕਾਚੇ ਗੁਰ ਤੇ ਮੁਕਤ ਨਾ ਹੁਆ। ਜਿਹੜੇ ਕੱਚੇ ਪਿੱਲੇ ਗੁਰੂ ਨੇ, ਬਣੇ ਹੋਏ ਨੇ, ਉਹਨਾਂ ਤੋਂ ਕਦੇ ਵੀ ਮੁਕਤੀ ਨਹੀਂ ਹੁੰਦੀ। ਅਸੀਂ ਗੁਰੂ ਦੇ ਕੋਲ ਕਿਉਂ ਜਾਂਦੇ ਹਾਂ? ਗਿਆਨ ਲੈਣ ਵਾਸਤੇ। ਤੇ ਗਿਆਨ ਸਾਨੂੰ ਕਿਉਂ ਚਾਹੀਦਾ ਹੈ? ਕਿਉਂਕਿ ਉਸ ਗਿਆਨ ਰਾਹੀਂ ਇਸ ਦੁਨੀਆ ਨੂੰ ਅਸਾਂ ਵੇਖਣਾ ਹੈ, ਇਸ ਦੁਨੀਆ ਵਿੱਚ ਜ਼ਿੰਦਗੀ ਜੀਣੀ ਹੈ। ਮੈਨੂੰ ਤੁਹਾਡੇ ਵਿੱਚ ਰੱਬ ਨਹੀਂ ਦਿਸਦਾ ਤਾਂ ਮੈਂ ਗੁਰੂ ਦੇ ਕੋਲ ਜਾਣਾ ਹੈ। ਮੈਨੂੰ ਐਸੀ ਨਜ਼ਰ ਦੇਵੇ, ਮੇਰੀਆਂ ਅੱਖਾਂ ਵਿੱਚ ਐਸਾ ਸੁਰਮਾ ਗਿਆਨ ਦਾ ਪਾਏ ਕਿ ਮੈਨੂੰ ਤੁਹਾਡੇ ਵਿੱਚ ਵੀ ਤੇ ਹਰ ਥਾਂ ਤੇ ਵੀ ਰੱਬ ਔਰ ਰੱਬ ਦਾ ਹੁਕਮ ਨਜ਼ਰੀ ਪੈਣ ਲੱਗ ਜਾਏ।
ਗਿਆਨ ਅੰਜਨ ਗੁਰ ਦੀਆ, ਗੁਰੂ ਨੇ ਗਿਆਨ ਦਾ ਸੁਰਮਾ ਪਾਣਾ ਹੈ। ਤੇ ਯਾਦ ਰੱਖਣਾ, ਅੱਖਾਂ ਵਾਲੇ ਡਾਕਟਰ ਕੋਲ ਅਸੀਂ ਉਦੋਂ ਜਾਂਦੇ ਹਾਂ ਜਦੋਂ ਸਾਡੀਆਂ ਨਜ਼ਰਾਂ ਦੇ ਵਿੱਚ ਗੜਬੜ ਹੁੰਦੀ ਹੈ, ਕੋਈ ਇੱਕ ਦੇ ਦੋ ਦਿਸਣ ਲੱਗ ਜਾਣ, ਝੋਲਾ ਦਿਸਣ ਲੱਗ ਜਾਏ, ਨਜ਼ਰ ਕਮਜ਼ੋਰ ਹੋ ਜਾਏ, ਫਿਰ ਡਾਕਟਰ ਕੋਲ ਜਾਈਦਾ। ਡਾਕਟਰ ਸਾਡੀ ਦਵਾਈ ਅੱਖ ਵਿੱਚ ਦਵਾਈ ਪਾਉਂਦਾ ਹੈ, ਆਪਰੇਸ਼ਨ ਦੀ ਲੋੜ ਹੈ, ਆਪਰੇਸ਼ਨ ਲੈਂਸ ਵਗੈਰਾ ਜੋ ਵੀ ਉਹਨਾਂ ਨੇ ਕਰਨਾ ਹੈ ਕਰਦੇ ਨੇ, ਸਾਡੀ ਨਜ਼ਰ ਠੀਕ ਹੋ ਜਾਂਦੀ ਹੈ। ਤੇ ਜੇ ਦਵਾਈ ਗਲਤ ਪੈ ਜਾਏ, ਨਜ਼ਰ ਜਾ ਵੀ ਸਕਦੀ। ਇਸ ਲਈ ਅੱਖਾਂ ਦਾ ਆਪਰੇਸ਼ਨ ਕਰਾਉਣ ਲੱਗਿਆਂ ਅਸੀਂ 100 ਵਾਰੀ ਸੋਚਦੇ ਹਾਂ, ਸੈਂਕੜੇ ਲੋਕਾਂ ਤੋਂ ਪੁੱਛਦੇ ਹਾਂ ਵੀ ਕਿਹੜਾ ਡਾਕਟਰ ਠੀਕ ਹੈ, ਚੰਗਾ ਹੈ। ਐਵੇਂ ਨਹੀਂ ਜਿਹਦੇ ਕੋਲ ਮਰਜ਼ੀ ਚਲੇ ਜਾਂਦੇ ਵੀ ਆਨੇ ਕਢਾ ਕੇ ਆ ਜਾਈਏ। ਮੇਰੇ ਮਿੱਤਰ ਨੇ ਕਰਨਾਲ ਦੇ ਅੰਦਰ ਭਾਈ ਦਿਲਬਾਗ ਸਿੰਘ ਜੀ, ਆਪ ਵਿੱਚੋਂ ਕਈ ਵੀਰ ਜਾਣਦੇ ਹੋਣਗੇ, ਰਾਗੀ ਸਾਹਿਬਾਨ ਨੇ, ਬਹੁਤ ਚੰਗਾ ਕੀਰਤਨ ਕਰਦੇ ਨੇ, ਜੀਵਨ ਉਹਨਾਂ ਦਾ ਬੜਾ ਵਧੀਆ, ਬਹੁਤ ਬਾਣੀ ਯਾਦ ਹੈ, ਮਿੱਠਾ ਆਵਾਜ਼ ਉਹਨਾਂ ਦੀ, ਪਰ ਅੱਖਾਂ ਨਹੀਂ। ਮੈਂ ਉਹਨਾਂ ਤੋਂ ਇੱਕ ਦਿਨ ਪੁੱਛਿਆ, ਵੀਰ ਜੀ ਇਹ ਭਾਣਾ ਕਿਵੇਂ ਵਾਪਰਿਆ, ਕਿ ਜਨਮ ਤੋਂ ਹੀ ਨਹੀਂ ਅੱਖਾਂ ਜਾਂ ਕੇ? ਉਹ ਕਹਿਣ ਲੱਗੇ, ਮੈਂ 7-8 ਸਾਲ ਤੱਕ ਇਹ ਦੁਨੀਆ ਵੇਖੀ ਹੈ। ਮੈਂ 7-8 ਸਾਲ ਦਾ ਸੀ ਤੇ ਮੇਰੀਆਂ ਅੱਖਾਂ ਆ ਗਈਆਂ ਸੀ, ਪਿੰਡਾਂ 'ਚ ਕਹਿੰਦਾ ਨਾ ਅੱਖਾਂ ਆ ਗਈਆਂ, ਖਰਾਬ ਹੋ ਗਈਆਂ ਅੱਖਾਂ। ਤੇ ਮਾਂ ਮੇਰੀ ਲੈ ਗਈ ਡਾਕਟਰ ਕੋਲ, ਜਿਹੜੇ ਪਿੰਡਾਂ ਦੇ ਡਾਕਟਰ ਨੇ, ਅੱਜ ਤੋਂ 50 ਸਾਲ ਪਿੱਛੇ ਦੀ, 60 ਸਾਲ ਪਿੱਛੇ ਦੀ ਗੱਲ। ਤੇ ਪਿੰਡ ਦੇ ਡਾਕਟਰ ਦਾ ਵੀ ਅੱਗੋਂ ਕੰਪਾਊਂਡਰ ਸੀ, ਉਹਨੇ ਮੇਰੀਆਂ ਅੱਖਾਂ ਵਿੱਚ 2 ਬੂੰਦਾਂ ਦਵਾਈ ਦੀਆਂ ਪਾਈਆਂ, ਅੱਖਾਂ ਸਦਾ ਲਈ ਖਤਮ ਹੋ ਗਈਆਂ, ਕਿਉਂਕਿ ਗਲਤੀ ਨਾਲ ਉਹਨੇ ਦਵਾਈ ਦੀ ਜਗ੍ਹਾ ਤੇਜ਼ਾਬ ਪਾ ਦਿੱਤਾ, ਅੱਖਾਂ ਸਦਾ ਲਈ ਖਤਮ ਹੋ ਗਈਆਂ। ਸਾਰੀ ਜ਼ਿੰਦਗੀ ਉਹ ਬੰਦਾ ਇਸ ਦੁਨੀਆ ਨੂੰ ਵੇਖ ਨਹੀਂ ਸਕੇਗਾ। ਇੱਕ ਵੱਖਰਾ ਟੌਪਿਕ ਹੈ ਕਿ ਉਹਨਾਂ ਬਾਣੀ ਯਾਦ ਕੀਤੀ, ਉਹਨਾਂ ਨੇ ਹਿੰਮਤ ਨਹੀਂ ਹਾਰੀ, ਉਹ ਇੱਕ ਵੱਖਰਾ ਟੌਪਿਕ ਹੈ। ਪਰ ਗੱਲ ਗਲਤ ਡਾਕਟਰ ਦੀ ਹੋ ਰਹੀ ਹੈ। ਜੇ ਗਲਤ ਡਾਕਟਰ ਕੋਲ ਚਲੇ ਜਾਓਗੇ ਅੱਖਾਂ ਠੀਕ ਕਰਾਉਣ ਲਈ, ਇਹ ਅੱਖਾਂ ਸਦਾ ਲਈ ਵੀ ਬੰਦ ਹੋ ਜਾਣਗੀਆਂ। ਤੇ ਗੁਰੂ ਕੌਣ ਹੈ? ਜਿਨੇ ਸਾਨੂੰ ਇਸ ਸੰਸਾਰ ਨੂੰ ਵੇਖਣ ਦਾ ਢੰਗ ਦੇਣਾ ਹੈ, ਜਿਨੇ ਸਾਨੂੰ ਕਾਮਨ ਸੈਂਸ ਦੇਣੀ ਹੈ, ਵਿਵੇਕ ਬੁੱਧ ਦੇਣੀ ਹੈ, ਠੀਕ ਔਰ ਗਲਤ ਦਾ ਨਿਰਣਾ ਕਰਨਾ ਦੇਣਾ ਹੈ। ਤੇ ਜੇ ਕਿਸੇ ਐਸੇ ਗੁਰੂ ਦੇ ਢਹਿ ਚੜ ਗਏ ਤੇ ਉਹਨੇ ਗਲਤ ਸੁਰਮਾ ਪਾ ਦਿੱਤਾ, ਤਾਂ ਅੱਖਾਂ ਸਦਾ ਲਈ ਬੰਦ ਹੋ ਜਾਣਗੀਆਂ, ਕਦੇ ਰੱਬ ਦਿਸੇਗਾ ਨਹੀਂ। ਔਰ ਪ੍ਰੋਬਲਮ ਇਹ ਹੀ ਕ੍ਰੀਏਟ ਹੋਈ ਪਈ ਹੈ ਕਿ ਅਸੀਂ ਐਸੇ ਲੋਕਾਂ ਤੋਂ ਰੱਬ ਨੂੰ ਵੇਖਣ ਦੀ ਜਾਚ ਸਿੱਖ ਰਹੇ ਹਾਂ ਜੋ ਆਪਣੇ ਆਪ ਨੂੰ ਨਹੀਂ ਵੇਖ ਪਾਏ। ਅਸੀਂ ਉਹਨਾਂ ਬੀਬੀਆਂ ਕੋਲ ਜਾ ਕੇ ਅਰਦਾਸ ਕਰ ਰਹੇ ਹਾਂ ਜਿਹੜੀਆਂ ਦੇਵੀਆਂ ਬਣੀਆਂ ਨੇ ਕਿ ਬੀਬੀ ਸਾਡੀ ਕੁੜੀ ਦਾ ਵਿਆਹ ਨਹੀਂ ਹੁੰਦਾ, ਘਰ ਨਹੀਂ ਕੋਈ ਲੱਭਦਾ, ਤੇ ਉਹ ਨਾਲ ਬੈਠਾ ਸੇਵਕ ਇਸ਼ਾਰਾ ਕਰਦਾ ਵੀ ਇਹਦਾ ਤੇ ਆਪਣਾ ਨਹੀਂ ਹੋਇਆ। ਬਾਬਿਆਂ ਕੋਲ ਅਸੀਂ ਜਾ ਰਹੇ ਹਾਂ, ਬਾਬਾ ਜੀ ਸਾਡੇ ਕਾਕੇ ਦਾ ਵਿਆਹ ਨਹੀਂ ਹੁੰਦਾ। ਮੈਂ ਕਿਹਾ ਜੇ ਇਹਨਾਂ ਦਾ ਵਿਆਹ ਹੋਇਆ ਹੁੰਦਾ ਬਾਬੇ ਕਿਉਂ ਬਣਦੇ, ਇਹ ਤੇ ਆਪ ਨਹੀਂ ਵਿਆਹ। ਅਸੀਂ ਪੜ੍ਹੇ ਲਿਖੇ ਲੋਕ ਅਨਪੜ੍ਹ ਬਾਬਿਆਂ ਕੋਲੋਂ ਆਸ਼ੀਰਵਾਦ ਦਵਾ ਰਹੇ ਹਾਂ, ਬਾਬਾ ਜੀ ਆਸ਼ੀਰਵਾਦ ਦਿਓ, ਸਾਡਾ ਬੱਚਾ ਐਮਏ ਦਾ ਪੇਪਰ ਦੇਣ ਚੱਲਿਆ, ਪਾਸ ਹੋ ਜਾਏ, ਤੇ ਬਾਬਾ ਤੇ 10 ਪੜ੍ਹਿਆ। ਅਸੀਂ ਉਹਨਾਂ ਤੋਂ ਸਿੱਖਿਆ ਲੈ ਰਹੇ ਹਾਂ। ਇਸ ਲਈ ਸਤਿਗੁਰ ਕੌਣ ਹੈ? ਸਤਿਗੁਰ ਹਰ ਹਰ ਨਾਮ ਦ੍ਰਿੜਾਵੇ, ਨਾਮ ਦਾ ਮਤਲਬ ਹੁਕਮ। ਸੱਚਾ ਗੁਰੂ ਉਹ ਹੈ ਜੋ ਰੱਬ ਦਾ ਹੁਕਮ ਸਾਨੂੰ ਦ੍ਰਿੜ ਕਰਾਉਂਦਾ ਹੈ ਕਿ ਰਜਾ ਦੇ ਅੰਦਰ ਤੁਰੋ, ਸਿਸਟਮ ਨੂੰ ਫੋਲੋ ਕਰੋ, ਸਿਸਟਮ ਨੂੰ ਸਮਝੋ, ਰੱਬ ਦੇ ਕੁਦਰਤ ਦੇ ਨੇਮਾਂ ਨੂੰ ਸਮਝੋ, ਇਹਦੇ ਮੁਤਾਬਕ ਜ਼ਿੰਦਗੀ ਜੀਵੋ, ਰੱਬੀ ਰਜਾ ਵਿੱਚ ਰਹੋ। ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ। ਹੁਣ ਗੁਰੂ ਕੀ ਸਿਖਾਉਂਦਾ ਹੈ ਕਿ ਹੈ ਮੇਰੇ ਗੁਰੂ ਦੇ ਸਿੱਖੋ, ਮੇਰੇ ਭਰਾਵੋ, ਹਰ ਬੋਲੋ। ਹਰ ਬੋਲੋ ਦਾ ਮਤਲਬ ਰੱਬ ਦੇ ਗੁਣ ਗਾਓ, ਰੱਬ ਦੀ ਗੱਲ ਕਰੋ, ਇੱਕ ਦੀ ਗੱਲ ਕਰੋ ਕਿ ਉਹ ਇੱਕ ਓੰਕਾਰ ਹੈ, ਉਹ ਸਤਨਾਮ ਹੈ, ਯਾਨੀ ਸੱਚ ਹੈ, ਨਿਰਭਉ ਹੈ, ਨਿਰਵੈਰ ਹੈ, ਦਇਆਵਾਨ ਹੈ, ਪਿਆਰਾ ਹੈ, ਪ੍ਰੇਮ ਕਰਨ ਵਾਲਾ ਹੈ। ਇਹਨਾਂ ਚੀਜ਼ਾਂ ਦੀ ਗੱਲ ਕਰੋ, ਪੋਜ਼ਿਟਿਵ ਬੋਲੋ, ਚੜ੍ਹਦੀ ਕਲਾ ਵਾਲੇ ਬੋਲੋ, ਗੁਣਾਂ ਦੀ ਗੱਲ ਕਰੋ, ਕਦੀ ਅਵਗੁਣਾਂ ਦੀ ਗੱਲ ਨਾ ਕਰੋ। ਗੁਰੂ ਸਾਨੂੰ ਇਹ ਸਿੱਖਿਆ ਦਿੰਦਾ ਹੈ, ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ। ਹੇ ਮੇਰੇ ਗੁਰੂ ਦੇ ਸਿੱਖੋ, ਹੇ ਮੇਰੇ ਭਰਾਵੋ, ਰੱਬੀ ਗੁਣਾਂ ਦੀ ਗੱਲ ਕਰੋ। ਦੇਖੋ ਹੁਣ ਸਾਡੀ ਪ੍ਰੋਬਲਮ ਕੀ ਹੈ, ਅਸੀਂ ਕਹਿੰਦੇ ਹਾਂ ਉਹ ਬਾਬਾ ਜੀ ਇੰਝ ਕਹਿੰਦੇ ਸੀ, ਜੋਤ ਸੀ ਇੰਝ ਕਹਿੰਦਾ ਸੀ, ਕਿਵੇਂ ਹੋ ਸਕਦਾ ਹੈ? ਹੁਣ ਅਸੀਂ ਇੱਥੇ ਭਟਕੇ ਹੋਏ ਹਾਂ। ਸਾਡੇ ਸਵਾਲ ਕਿਉਂ ਨੇ? ਕਿਉਂਕਿ ਅਸੀਂ ਇਸ ਗੱਲ ਨੂੰ ਨਹੀਂ ਸਮਝ ਰਹੇ। ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ, ਕਿ ਇਹ ਮੇਰੇ ਸਿੱਖੋ, ਮੇਰੇ ਭਰਾਵੋ, ਹਰੀ ਦੇ ਗੁਣਾਂ ਦੀ ਗੱਲ ਕਰੋ। ਸਟੈਂਡਰਡ ਤੁਹਾਡਾ ਗੱਲ ਦਾ ਇਹ ਹੋਣਾ ਚਾਹੀਦਾ ਹੈ, ਨਿਰਭੈਤਾ, ਨਿਰਵੈਰਤਾ, ਇਹਨਾਂ ਦੀ ਗੱਲ ਕਰੋ, ਵਿਕਾਸ ਦੀ ਗੱਲ ਕਰੋ, ਇਹ ਸਾਰੇ ਸੰਸਾਰ ਨੂੰ ਇੱਕ ਕਰਨ ਦੀ ਗੱਲ ਕਰੋ, ਸੱਚੇ ਹੋਣ ਦੀ ਗੱਲ ਕਰੋ। ਤੇ ਅਸੀਂ ਕਹਿ ਰਹੇ ਹਾਂ ਜੋਤ ਜਗਾਣੀ ਚਾਹੀਦੀ ਹੈ ਕਿ ਨਹੀਂ? ਸਵਾਲ ਦੇਖੋ ਸਾਡੇ, ਹਰ ਬੋਲੋ ਕਿਉਂ?
ਹਰੀ ਨੂੰ ਕਿਉਂ ਬੋਲਣਾ ਹੈ, ਉਹਦੇ ਗੁਣ ਕਿਉਂ ਗਾਈਏ? ਗੁਰੂ ਜੀ ਕਹਿੰਦੇ ਨੇ ਹਰ ਭੌਜਲ ਜਗਤ ਤਰਾਵੈ, ਕਿਉਂਕਿ ਜੇ ਰੱਬ ਦੇ ਗੁਣ ਗਾਓਗੇ ਤਾਂ ਰੱਬ ਤੁਹਾਨੂੰ ਭੌਜਲ ਤੋਂ ਪਾਰ ਕਰ ਦੇਵੇਗਾ। ਭੌਜਲ ਕਿਹੜਾ ਹੈ? ਹੁਣ ਸਾਨੂੰ ਕਿਹਾ ਜਾਂਦਾ ਹੈ ਕਿ ਮਰਨ ਤੋਂ ਬਾਅਦ ਉੱਤੇ ਹੈ ਨਰਕ, ਰਾਸਤੇ ਦੇ ਵਿੱਚ ਹੈ ਕੋਈ ਵੈਤਰਨੀ ਨਦੀ ਜਿਹੜੀ ਲਹੂ ਪਾਕ ਦੀ ਭਰੀ ਹੈ, ਉਹਦੇ ਚੋਂ ਪਾਰ ਲੰਘਣਾ ਹੈ, ਤੇ ਉਹਦੇ ਚੋਂ ਪਾਰ ਲੰਘਣ ਲਈ ਚੰਗੇ ਕੰਮ ਕਰਨੇ ਤੇ ਗਾਂ ਦੀ ਪੂਛ ਫੜਨੀ ਪਵੇ। ਬੰਦਾ ਪੁੱਛੇ ਮੈਂ ਤੇ ਮਾੜੇ ਕੰਮ ਕੀਤੇ, ਮੈਨੂੰ ਤੇ ਲਹੂ ਪਾਕ ਦੀ ਨਹਿਰ 'ਚ ਸੁੱਟਿਆ, ਤੇ ਉਹ ਗਾਂ ਵਿਚਾਰੀ ਨੇ ਕਿਹੜੇ ਕੰਮ ਕੀਤੇ ਨੇ ਵੀ ਕੱਲੀ ਗਾਂ ਰੋਜ਼ ਹੀ ਕਦੀ ਇੱਧਰ ਨੂੰ ਤੇ ਕਦੀ ਇੱਧਰ ਨੂੰ ਪੂਛ ਫੜਾ ਕੇ, ਉਹਨੇ ਕਿਹੜੇ ਕੰਮ ਕੀਤੇ ਨੇ ਮਾੜੇ? ਸਾਨੂੰ ਫਿਰ ਕਿਹਾ ਜਾਂਦਾ ਹੈ ਕਿ ਮਰਨ ਤੋਂ ਬਾਅਦ ਤੁਹਾਨੂੰ ਨਰਕ ਦੇ ਵਿੱਚ ਤਲਿਆ ਜਾਏਗਾ, ਤੇ ਸਾਡੇ ਤੇ ਸਰੀਰ ਨੇ ਇੱਥੇ ਜਾਣਾ, ਉੱਥੇ ਕਿਹਨੂੰ ਤਲਣਗੇ? ਉੱਥੇ ਤੁਹਾਨੂੰ ਨੇਜੇ ਮਾਰੇ ਜਾਣਗੇ, ਕੋਏ ਜਾਣਗੇ, ਤੁਹਾਨੂੰ ਅੱਗ ਵਿੱਚ ਸਾੜਿਆ ਜਾਏਗਾ, ਫਿਰ ਚਮੜੀ ਪੈਦਾ ਕੀਤੀ ਜਾਏਗੀ, ਫਿਰ ਅੱਗ 'ਚ ਸੁੱਟ ਦੇਣਗੇ। ਜਮਾਂ ਨੂੰ ਹੋਰ ਕੰਮ ਹੀ ਕੋਈ ਨਹੀਂ, ਉਹਨਾਂ ਤੁਹਾਨੂੰ ਹੀ ਭੁੰਨੀ ਜਾਣਾ। ਮਰਨ ਤੋਂ ਬਾਅਦ ਗੁਰੂ ਜੀ ਕਹਿੰਦੇ ਨੇ ਹਰ ਭੌਜਲ ਜਗਤ ਤਰਾਵੈ, ਜੇ ਰੱਬ ਦੇ ਗੁਣ ਬੋਲੋਗੇ ਤਾਂ ਰੱਬ ਤੁਹਾਨੂੰ ਭਵਜਲ ਤੋਂ ਪਾਰ ਇੱਥੇ ਹੀ ਕਰ ਦੇਵੇਗਾ। ਉਹ ਭਵਜਲ ਕਿਹੜਾ ਹੈ? ਨੈਗੇਟਿਵਿਟੀ ਭਰੀ ਪਈ ਅੰਦਰ, ਬਾਹਰ ਨਹੀਂ ਹੈ। ਮੇਰੇ ਅੰਦਰ ਹੈ ਭੌਜਲ, ਤੁਹਾਡੇ ਅੰਦਰ ਹੈ ਭੌਜਲ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠੱਗੀਆਂ, ਪਹਿਨਾਮੀਆਂ, ਪਾਪ, ਅਪਰਾਧ, ਮੇਰ, ਤੇਰ, ਭਰੂਣ ਹੱਤਿਆ, ਜਾਤੀਵਾਦ, ਦਾਜ, ਦਹੇਜ, ਲੜਾਈ, ਦੰਗੇ, ਫਸਾਦ, ਇਹ ਸਭ ਭਵਜਲ ਹੀ ਹੈ। ਆ ਜਿੰਨੇ ਵੀ ਕਰਮ ਕਾਂਡ ਨੇ, ਜਿੰਨੇ ਵੀ ਕਰਮ ਕਾਂਡ ਅਸੀਂ ਕਰਦੇ ਹਾਂ, ਇਹ ਸਾਰੇ ਦੇ ਸਾਰੇ ਜੋ ਕਰਮ ਕਾਂਡ ਨੇ ਉਹ ਸਾਰੇ ਭਵਜਲ ਹੀ ਨੇ। ਵਰਤ, ਨਰਾਤੇ, ਸਰਾਧ ਵਗੈਰਾ ਵਗੈਰਾ, ਤੀਰਥਾਂ ਤੇ ਨਹਾ ਲਓ, ਪੁੰਨ ਦਾਨ ਕਰ ਲਓ, ਆ ਬਾਬਿਆਂ ਨੂੰ ਪੂਜ ਲਓ, ਇਹ ਸਾਰੇ ਦੇ ਸਾਰੇ ਕੀ ਨੇ? ਇਹ ਸਭ ਭਵਜਲ ਹੈ। ਗੁਰੂ ਜੀ ਕਹਿੰਦੇ ਨੇ ਜੇ ਰੱਬ ਦੇ ਗੁਣ ਗਾਓਗੇ ਤੇ ਇਸ ਭਵਜਲ ਤੋਂ ਤਰ ਜਾਓਗੇ, ਨਕਾਰਾਤਮਕਤਾ ਚੋਂ ਬਾਹਰ ਆ ਜਾਓਗੇ, ਗੁਣਾਂ ਦੇ ਧਾਰਨੀ ਹੋ ਜਾਓਗੇ। ਜੋ ਗੁਰ ਕੋ ਜਨ ਪੂਜੇ ਸੇਵੇ, ਪੂਜੇ ਸੇਵੇ ਦਾ ਮਤਲਬ ਜਿਹੜਾ ਗੁਰੂ ਦਾ ਆਦਰ ਸਤਿਕਾਰ ਕਰਦਾ ਹੈ, ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ। ਦੇਖੋ, ਗੁਰੂ ਜੀ ਨੂੰ ਪੂਜਣਾ ਔਰ ਸੇਵਣਾ ਕੀ ਹੈ? ਇਹ ਚੀਜ਼ ਅਸੀਂ ਦੋ ਗੁਰੂ ਸਾਹਿਬਾਨ ਦੇ ਜੀਵਨ ਤੋਂ ਸਮਝ ਸਕਦੇ ਹਾਂ। ਹੁਣ ਭਾਈ ਲਹਿਣਾ ਜੀ ਦੇਵੀ ਦੇ ਪੁਜਾਰੀ ਨੇ ਔਰ ਹਰ ਸਾਲ ਜਾਂਦੇ ਨੇ ਜਥੇ ਨੂੰ ਲੈ ਕੇ, ਪਰ ਜਦੋਂ ਗੁਰੂ ਨਾਨਕ ਦੇਵ ਦੇ ਦਰ ਤੇ ਆਏ ਤੇ ਸਾਖੀ ਆਉਂਦੀ ਹੈ ਨਾ ਕਿ ਘੋੜੀ ਤੇ ਜਾ ਰਹੇ ਸਨ, ਤੇ ਉਹਨਾਂ ਨੇ ਬਜ਼ੁਰਗ ਬਾਬੇ ਤੋਂ ਪੁੱਛਿਆ ਕਿ ਬਾਬਾ ਮੈਂ ਗੁਰੂ ਨਾਨਕ ਦੇਵ ਦੇ ਘਰ ਜਾਣਾ ਹੈ, ਤੇ ਉਹਨਾਂ ਨੇ ਕਿਹਾ ਲਿਆ ਭਾਈ ਘੋੜੀ ਫੜਾ, ਮੈਂ ਤੈਨੂੰ ਗੁਰੂ ਨਾਨਕ ਦੇਵ ਦੇ ਘਰ ਛੱਡ ਆਉਣਾ। ਘੋੜੀ ਫੜਾ ਦਿੱਤੀ, ਗੁਰੂ ਨਾਨਕ ਦੇਵ ਦੇ ਘਰ ਲੈ ਗਏ, ਤੇ ਉਹ ਬਜ਼ੁਰਗ ਬਾਬੇ ਨੇ ਆਖਿਆ ਵੀ ਸੱਜਣਾ ਘੋੜੀ ਇੱਥੇ ਬੰਨ੍ਹ ਦੇ, ਧਰਮਸ਼ਾਲਾ ਵਿੱਚ ਗੁਰੂ ਨਾਨਕ ਦੇਵ, ਇਹ ਗੁਰੂ ਨਾਨਕ ਦੇਵ ਦਾ ਘਰ ਹੈ। ਘੋੜੀ ਬੰਨ੍ਹ ਦਿੱਤੀ, ਹੱਥ ਪੈਰ ਧੋ ਕੇ ਜਦੋਂ ਧਰਮਸ਼ਾਲਾ ਵਿੱਚ ਗਏ ਤੇ ਅੰਦਰ ਉਹ ਤਖਤ ਤੇ ਉਹੀ ਬਜ਼ੁਰਗ ਬਾਬਾ ਬੈਠਾ ਜੋ ਘੋੜੀ ਫੜ ਕੇ ਲਿਆਇਆ। ਪਹਿਚਾਨ ਨਹੀਂ ਨਾ ਪਾਏ, ਹਾਲਾਂਕਿ ਪਹਿਲਾਂ ਇੱਕ ਵਾਰੀ ਆਪਣੀ ਭੂਆ ਵਿਰਾਈ ਦੇ ਨਾਲ ਉਹ ਮਿਲ ਚੁੱਕੇ ਸਨ, ਪਛਾਣ ਨਹੀਂ ਪਾਏ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਆਮ ਇਲਾਕੇ ਵਾਲੇ ਮਨੁੱਖਾਂ ਵਾਲੇ ਕੱਪੜੇ ਪਾਏ ਸਨ, ਕੋਈ ਵੱਖਰਾ ਚੋਲਾ ਨਹੀਂ ਸੀ ਪਾਇਆ, ਦੋ ਚਾਰ ਮਾਲਾ ਨਹੀਂ ਸੀ ਪਾਈਆਂ, ਕੋਈ 5-10 ਸੇਵਕ ਨਹੀਂ ਸਨ ਨਾਲ, ਪਛਾਣ ਨਹੀਂ ਪਾਏ। ਮੱਥਾ ਟੇਕਿਆ ਤੇ ਕਹਿਣ ਲੱਗੇ ਪਾਤਸ਼ਾਹ ਗਲਤੀ ਹੋ ਗਈ ਕਿ ਮੈਂ ਘੋੜੀ ਤੁਹਾਨੂੰ ਫੜਾ ਕੇ ਲਿਆ, ਮੈਨੂੰ ਮੁਆਫ ਕਰ। ਗੁਰੂ ਨਾਨਕ ਦੇਵ ਨੇ ਸੀਨੇ ਨਾਲ ਲਾਇਆ, ਕਹਿਣ ਲੱਗੇ ਭਾਈ ਲੈਣਿਆ, ਜੇ ਤੂੰ ਘੋੜੀ ਮੈਨੂੰ ਨਾ ਫੜਾਂਦਾ ਤੇ ਤੂੰ ਮੇਰੇ ਘਰ ਕਦੇ ਨਹੀਂ ਸੀ ਆਉਣਾ। ਮੇਰੇ ਘਰ ਵਿੱਚ ਉਹ ਹੀ ਆ ਸਕਦਾ ਜੋ ਆਪਣੀ ਘੋੜੀ ਦੀ ਵਾਗ ਮੈਨੂੰ ਫੜਾ ਦੇਗਾ, ਮੈਂ ਉਹਨੂੰ ਆਪਣੇ ਘਰ ਲੈ ਆਵਾਂ। ਭਾਈ ਲਹਿਣੇ ਨੇ ਘੋੜੀ ਦੀ ਵਾਗ ਫੜਾ ਦਿੱਤੀ, ਭਾਈ ਲਹਿਣੇ ਨੂੰ ਗੁਰੂ ਨਾਨਕ ਦੇਵ ਨੇ ਘਰ ਲੈ ਆਂਦਾ, ਤੇ ਫਿਰ ਭਾਈ ਲਹਿਣੇ ਨੇ ਘੋੜੀ ਉੱਥੇ ਬੰਨ੍ਹ ਦਿੱਤੀ, ਖੋਲੀ ਨਹੀਂ ਮੁੜ ਕੇ, ਦਰ ਛੱਡ ਕੇ ਗਏ ਨਹੀਂ। ਤੇ ਘੋੜੀ ਕਿਹੜੀ ਹੈ? ਸਾਡੇ ਮਨ ਦੀਆਂ ਵਾਗਾਂ, ਇਹ ਗੁਰੂ ਨੂੰ ਫੜਾ ਦਿਓ, ਗੁਰੂ ਤੁਹਾਨੂੰ ਆਪਣੇ ਘਰ ਲੈ ਜਾਏਗਾ। ਤੇ ਫਿਰ ਆਪਣੇ ਵਿਚਾਰ ਦੀਆਂ ਜਿਹੜੀਆਂ ਵਾਗਾਂ ਨੇ ਗੁਰੂ ਦੇ ਕਿੱਲੇ ਨਾਲ ਬੰਨ੍ਹ ਦਿਓ, ਸ਼ਬਦ ਦੇ ਨਾਲ, ਫਿਰ ਖੋਲ ਕੇ ਪਾਸੇ ਨਾ ਲੈ ਜਾਇਓ। ਗੁਰੂ ਅੰਗਦ ਦੇਵ ਜੀ ਨੇ ਉਹ ਘੋੜੀ ਫਿਰ ਸਦਾ ਲਈ ਬੰਨ੍ਹ ਦਿੱਤੀ, ਤੇ ਭਾਈ ਲਹਿਣੇ ਤੋਂ ਗੁਰੂ ਅੰਗਦ ਦੇਵ ਹੋ ਗਏ ਨਾ। ਇਹਨੂੰ ਕਹਿੰਦੇ ਨੇ ਸਤਿਗੁਰੂ ਨੂੰ ਸੇਵਣਾ ਔਰ ਪੂਜਣਾ, ਆਪਣੀ ਮੱਤ ਨੂੰ ਛੱਡ ਕੇ ਗੁਰੂ ਦੇ ਮੱਤ ਦੇ ਧਾਰਨੀ ਹੋ ਜਾਣਾ, ਆਪਣੇ ਇਹਨਾਂ ਵਿਚਾਰਾਂ ਨੂੰ ਸਾਰਿਆਂ ਨੂੰ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਹੋ ਜਾਣਾ। ਇਹਨੂੰ ਕਹਿੰਦੇ ਨੇ ਜੋ ਗੁਰ ਕੋ ਜਨ ਪੂਜੇ ਸੇਵੇ, ਜਿਹੜਾ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਅਦਬ ਸਤਕਾਰ ਕਰਦਾ ਹੈ, ਉਹਦਾ ਰਿਜ਼ਲਟ ਕੀ ਨਿਕਲਦਾ ਹੈ? ਸੋ ਜਨ ਮੇਰੇ ਹਰ ਪ੍ਰਭ ਭਾਵੈ, ਉਹ ਮੇਰੇ ਰੱਬ ਨੂੰ ਪਿਆਰਾ ਲੱਗਦਾ ਹੈ, ਉਹਨੂੰ ਰੱਬ ਦਾ ਪਿਆਰ ਮਿਲ ਜਾਂਦਾ ਹੈ।
ਸਾਰੀ ਮਨੁੱਖਤਾ ਵੀ ਉਹਨੂੰ ਪਿਆਰ ਕਰਦੀ ਹੈ। ਤਾਂ ਰੱਬ ਦਾ ਪਿਆਰ, ਰੱਬ ਦੀ ਰਹਿਮਤ ਪਾਉਣ ਲਈ ਸਾਡੇ ਕੋਲ ਸਾਧਨ ਕੀ ਹੈ? ਗੁਰੂ ਦੇ ਦੱਸੇ ਰਾਹਾਂ ਤੇ ਤੁਰੋ। ਹਰ ਕੀ ਸੇਵਾ ਸਤਿਗੁਰ ਪੂਜੋ। ਸਤਿਗੁਰ ਪੂਜੋ ਦਾ ਮਤਲਬ ਗੁਰੂ ਦੇ ਹੁਕਮ ਨੂੰ ਮੰਨੋ, ਤੇ ਹਰ ਕੀ ਸੇਵਾ ਦਾ ਮਤਲਬ ਰੱਬ ਦੀ ਸੇਵਾ ਕਰੋ, ਮੀਨਸ ਰੱਬ ਦੇ ਹੁਕਮ ਦੇ ਅੰਦਰ ਤੁਰੋ। ਗੁਰੂ ਤੋਂ ਗਿਆਨ ਲੈ ਕੇ ਰੱਬੀ ਹੁਕਮ ਵਿੱਚ ਤੁਰੋ। ਫਿਰ ਕੀ ਹੋਏਗਾ? ਕਰ ਕਿਰਪਾ ਆਪ ਤਰਾਵੈ। ਜਿਹੜਾ ਬੰਦਾ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਗੁਰੂ ਗਿਆਨ ਰਾਹੀਂ ਰੱਬ ਦੇ ਹੁਕਮ ਨੂੰ ਸਮਝ ਕੇ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਵੇਗਾ, ਰੱਬ ਕਿਰਪਾ ਕਰਕੇ ਉਹਨੂੰ ਆਪ ਤਾਰ ਦੇਵੇਗਾ। ਉਹਨੂੰ ਇਹ ਚਿੰਤਾ ਕਰਨ ਦੀ ਲੋੜ ਨਹੀਂ ਕਿ ਮੈਂ ਡੁੱਬ ਜਾਵਾਂਗਾ, ਕਿ ਮੇਰਾ ਕੀ ਬਣੇਗਾ। ਉਹਦੇ ਅੰਦਰ ਚਿੰਤਾਵਾਂ ਨਹੀਂ ਰਹਿੰਦੀਆਂ, ਕਿਉਂਕਿ ਚਿੰਤਾ ਤੇ ਉਹ ਕਰੇ ਜਿਹਦੇ ਅੰਦਰ ਨੈਗੇਟਿਵਿਟੀ ਹੈ। ਚਿੰਤਾ ਔਰ ਡਰ ਤੇ ਉਹਨੂੰ ਇਹ ਜੋ ਰੱਬੀ ਨੇਮਾਂ ਨੂੰ, ਕੁਦਰਤ ਦੇ ਨੇਮਾਂ ਨੂੰ ਤੋੜ ਰਿਹਾ ਹੈ, ਤੇ ਜਿਹੜਾ ਨੇਮਾਂ ਦੇ ਮੁਤਾਬਕ ਜ਼ਿੰਦਗੀ ਜੀ ਰਿਹਾ ਹੈ, ਉਹਨੂੰ ਚਿੰਤਾ ਕਾਦੀ? ਉਹਦੇ ਵਾਸਤੇ ਤਾਂ ਆਗੈ ਸੁਖ ਮੇਰੀ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਅਬ ਡੋਲਤ ਕਤਹੂ ਨਾਹੀ। ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ। ਤਾਂ ਉਹਨੂੰ ਕਿਰਪਾ ਕਰਕੇ ਰੱਬ ਆਪ ਤਾਰ ਦੇਵੇਗਾ। ਕੌਣ? ਜਿਹੜਾ ਸਤਿਗੁਰ ਦੀ ਆਗਿਆ ਮੰਨੇਗਾ। ਅਗਲਾ ਬਚਨ ਗੁਰਦੇਵ ਪਾਤਸ਼ਾਹ ਜੀ ਕਰਦੇ ਨੇ, ਭਰਮ ਭੂਲੇ ਅਗਿਆਨੀ ਅੰਧਲੇ। ਪਰ ਜਿਹੜੇ ਗੁਰੂ ਦੇ ਹੁਕਮ ਅਨੁਸਾਰ ਜ਼ਿੰਦਗੀ ਨਹੀਂ ਜੀਂਦੇ। ਅਗਿਆਨੀ ਅੰਧਲੇ ਦਾ ਮਤਲਬ ਅਗਿਆਨੀ, ਅੰਧਲੇ, ਅੰਨੇ, ਬੇਸਮਝ, ਜਿਨ੍ਹਾਂ ਨੂੰ ਜੀਵਨ ਸਫਰ ਦੀ ਸਹੀ ਸੂਝ ਨਹੀਂ। ਭਰਮ ਭੂਲੇ, ਇੱਥੇ ਭਰਮ ਦੇ ਮੰਮੇ ਨਾਲ ਸਿਹਾਰੀ ਹੈ। ਭਰਮ ਵਿੱਚ, ਭਟਕਣਾ ਵਿੱਚ ਪਏ ਹੋਏ ਭੁੱਲੇ ਫਿਰਦੇ ਨੇ। ਹੁਣ ਭਰਮ ਦੇ ਅੰਦਰ ਪੈਣਾ ਕੀ ਹੈ? ਕਿ ਚੀਜ਼ ਕੋਈ ਹੋਰ ਹੋਵੇ, ਅਸਲੀਅਤ ਉਹਦੀ ਕੁਝ ਹੋਰ ਹੋਵੇ ਤੇ ਸਮਝ ਉਹਨੂੰ ਹੋਰ ਲਵੇ। ਜਿਵੇਂ ਰਾਤ ਨੂੰ ਰੱਸੀ ਪਈ ਹੋਵੇ ਤੇ ਬੰਦਾ ਭਰਮ ਕਰਕੇ ਉਹਨੂੰ ਸੱਪ ਸਮਝ ਲਵੇ। ਅਸਲੀਅਤ ਇਹ ਹੈ ਕਿ ਉਹ ਰੱਸੀ ਹੈ, ਪਰ ਹਨੇਰੇ ਕਰਕੇ ਅਸੀਂ ਉਹਨੂੰ ਸੱਪ ਸਮਝ ਬੈਠੇ ਤੇ ਡਰਦੇ ਰਹਿਣਾ। ਹੁਣ ਇਸੇ ਤਰ੍ਹਾਂ ਜਿਹੜੇ ਅਗਿਆਨਤਾ ਵਾਲੇ ਜੀਵ ਨੇ, ਜਿਨ੍ਹਾਂ ਨੇ ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਨਹੀਂ ਜੀਵੀ, ਉਹ ਅਸਲੀਅਤ ਤੋਂ ਅਣਜਾਣ ਚੀਜ਼ਾਂ ਨੂੰ ਠੀਕ ਸਮਝ ਬੈਠੇ ਨੇ। ਜਿਵੇਂ ਸਾਡੇ ਮਨਾਂ ਵਿੱਚ ਬਹਿ ਗਿਆ ਕਿ ਤੀਰਥ ਤੇ ਨਹਾਉਣ ਦੇ ਨਾਲ ਮੁਕਤੀ ਹੋ ਜਾਣੀ ਹੈ। ਇੰਡੀਆ ਵਾਲੇ ਬੰਦੇ ਸਮਝੀ ਬੈਠੇ ਨੇ ਬਹੁਤ। ਸਭ ਤੋਂ ਜ਼ਿਆਦਾ ਇੰਡੀਆ ਵਿੱਚ ਤੀਰਥਾਂ ਤੇ ਇਸ਼ਨਾਨ ਕੀਤਾ ਜਾਂਦਾ ਹੈ, ਚਾਹੇ ਉਹ ਸਿੱਖ ਨੇ ਜਾਂ ਹਿੰਦੂ ਨੇ, ਜੋ ਵੀ ਨੇ। ਸਭ ਤੋਂ ਜ਼ਿਆਦਾ ਇਸ਼ਨਾਨ ਇੰਡੀਆ ਵਿੱਚ ਕੀਤਾ ਜਾਂਦਾ ਹੈ। ਲੇਕਿਨ ਉੱਥੇ ਦੇਖਦੇ ਹਾਂ ਕਿ ਕਿਵੇਂ ਹੁਣ ਪਿੱਛੇ 1-2 ਲੈਬਾਂ ਦਾ ਵੀ ਆਇਆ ਸੀ ਨਾ ਅਖਬਾਰਾਂ ਦੇ ਵਿੱਚ, ਕਿ ਉਹਨਾਂ ਨੇ ਮਤਲਬ ਜਿਹੜੇ ਨੈਗੇਟਿਵ ਲੋਕ ਨੇ ਉਹਨਾਂ ਦੀ ਵੀ ਪੋਜ਼ਿਟਿਵ ਰਿਪੋਰਟ ਦਿੱਤੀ ਕਰੋਨਾ ਦੀ, ਪੈਸੇ ਦੇ ਲਾਲਚ ਕਰਕੇ। ਤੀਰਥਾਂ ਤੇ ਇਸ਼ਨਾਨ ਕਿੱਧਰ ਗਿਆ? ਯਾਨੀ ਸਾਡੇ ਮਨਾਂ ਵਿੱਚ ਬਹਿ ਗਿਆ ਨਾ, ਇਹ ਅਗਿਆਨਤਾ ਹੈ, ਭਰਮ ਹੈ ਵੀ ਤੀਰਥ ਤੇ ਨਹਾਉਣ ਦੇ ਨਾਲ ਅੰਦਰਲੇ ਪਾਪ ਥੋੜਾ। ਲੇਕਿਨ ਅਸੀਂ ਬੋਲਾਂਗੇ ਨਹੀਂ, ਕਿਉਂਕਿ ਡਰ ਹੈ ਅੰਦਰ। ਹਜ਼ਾਰਾਂ ਸਾਲਾਂ ਤੋਂ ਸਾਡੇ ਮਨਾਂ ਦੇ ਅੰਦਰ ਇਹ ਠੂਸਿਆ ਗਿਆ ਹੈ। ਸਾਡੇ ਅਖਬਾਰ, ਸਾਡੇ ਰੇਡੀਓ, ਸਾਡੇ ਮਾਪੇ, ਸਾਡਾ ਆਂਢ ਗੁਆਂਢ, ਸਾਡੇ ਬਾਬੇ ਪ੍ਰਚਾਰਕ, ਇੰਨਾ ਪ੍ਰਚਾਰ ਉਸ ਚੀਜ਼ ਦਾ ਕੀਤਾ ਗਿਆ ਹੈ। ਤੇ ਖਾਸ ਕਰਕੇ ਇਹ ਜਿਹੜੀ ਮਨੁੱਖਤਾ ਦੀ ਕਮਜ਼ੋਰੀ ਹੈ, ਇਹਨੂੰ ਵਿਗਿਆਪਨਾਂ ਵਾਲਿਆਂ ਨੇ ਆਪਣਾ ਸਮਝਿਆ ਹੈ। ਸਾਡੇ ਖਾਸ ਕਰਕੇ ਇੰਡੀਆ ਦੇ ਅੰਦਰ ਚੀਜ਼ਾਂ ਲੋਕੀ ਲੋੜ ਕਰਕੇ ਨਹੀਂ ਖਰੀਦਦੇ, ਮਸ਼ਹੂਰੀਆਂ ਕਰਕੇ ਖਰੀਦਦੇ ਨੇ। ਕਿ ਟੈਲੀਵਿਜ਼ਨ ਤੇ ਮਸ਼ਹੂਰੀਆਂ ਆ ਰਹੀਆਂ ਨੇ, ਤੇ ਜਦੋਂ ਅਸੀਂ ਦੁਕਾਨ ਤੇ ਜਾਂਦੇ ਹਾਂ ਉਹ ਚੀਜ਼ ਖਰੀਦ ਲੈਂਦੇ ਹਾਂ, ਲੋੜ ਭਾਵੇਂ ਨਾ ਹੋਵੇ, ਕਿਉਂਕਿ ਮਸ਼ਹੂਰੀ ਕੀਤੀ ਜਾ ਰਹੀ ਹੈ ਨਾ। ਇਸੇ ਤਰ੍ਹਾਂ ਇਹਨਾਂ ਕਰਮ ਕਾਂਡਾਂ ਦੀਆਂ ਮਸ਼ਹੂਰੀਆਂ ਕੀਤੀਆਂ ਜਾ ਰਹੀਆਂ ਨੇ ਕਿ ਪੁੰਨ ਦਾਨ ਕਰੋਗੇ ਤੇ ਸਵਰਗ ਮਿਲੇਗਾ। ਨਾ ਚਾਹੁੰਦੇ ਹੋਏ ਵੀ ਅਸੀਂ ਪੁੰਨਦਾਰ ਕਰ ਰਹੇ ਹਾਂ, ਚੱਲ ਭਾਈ ਮੋਹਰ ਸਿੰਘ ਨੂੰ ਦੇ ਚਲੋ ਇੱਕ ਕਮੀਜ਼ ਪਜਾਮਾ, ਅੱਗੇ ਸਵਰਗ ਤੇ ਮਿਲੇ। ਯਾਨੀ ਭਰਮ ਭੂਲੇ ਅਗਿਆਨੀ ਅੰਧਲੇ, ਜਿਹੜੇ ਗੁਰੂ ਦੇ ਗਿਆਨ ਤੋਂ ਵਾਂਝੇ ਨੇ, ਭਰਮ ਦੇ ਅੰਦਰ ਭਟਕ ਰਹੇ ਨੇ, ਉਹ ਕੀ ਕਰਦੇ ਨੇ? ਭਰਮ ਭਰਮ ਫੂਲ ਤੋੜਾਵੇ। ਤੋੜਾਵੇ ਦਾ ਮਤਲਬ ਤੋੜਦਾ ਹੈ। ਭਰਮ ਭਰਮ ਦਾ ਮਤਲਬ ਭਟਕਣਾ ਵਿੱਚ ਪੈ ਕੇ ਜੀਵਨ ਦੇ ਸਹੀ ਰਾਸਤੇ ਨੂੰ ਛੱਡ ਕੇ ਫੁੱਲ ਤੋੜਦਾ ਫਿਰਦਾ ਕਿ ਮੈਂ ਰੱਬ ਨੂੰ ਫੁੱਲ ਚੜਾਵਾਂ, ਰੱਬ ਨੂੰ ਫੁੱਲ ਚੜਾਵਾਂ, ਕਿ ਸ਼ਾਇਦ ਮੇਰੇ ਫੁੱਲਾਂ ਦੇ ਗੁਲਦਸਤੇ ਦੇ ਨਾਲ ਰੱਬ ਖੁਸ਼ ਹੋ ਜਾਏਗਾ। ਫੁੱਲਾਂ ਦੇ ਗੁਲਦਸਤੇ ਨਾਲ ਸ਼ਾਇਦ ਰੱਬ ਖੁਸ਼ ਹੋ ਜਾਏ। ਅੱਜ ਕੱਲ ਇੱਕ ਸਟੰਡ ਚੱਲਿਆ ਨਾ, ਮਦਰ ਡੇ ਤੇ ਫਾਦਰ ਡੇ ਤੇ ਫਲਾਣਾ ਡੇ ਤੇ ਢਿੰਗੜਾ ਡੇ। ਮਦਰ ਡੇ, ਸਾਲ ਦੇ ਵਿੱਚ ਉਹ ਮਾਤਾ ਨੂੰ ਇੱਕ ਫੁੱਲ ਫੜਾਇਆ, ਉਹ ਗੁਲਾਬ ਦਾ, ਉਹਨੇ ਫੁੱਲ ਸਿਰ 'ਚ ਮਾਰਨਾ। ਮਾਂ ਨੂੰ ਰੋਟੀ ਚਾਹੀਦੀ ਹੈ, ਕੱਪੜੇ ਚਾਹੀਦੇ ਨੇ, ਉਹਨੂੰ ਆਦਰ ਚਾਹੀਦਾ, ਸਤਿਕਾਰ।
ਬਿਰਧ ਆਸ਼ਰਮ ਵਿੱਚ ਛੱਡੀ ਇਹ ਮਾਂ ਤੇ ਉਹਨੂੰ ਫੁੱਲ ਦੇਣ ਜਾ ਰਹੇ ਨੇ, ਮਾਂ ਨੂੰ ਫੁੱਲ ਦੇਣ ਚੱਲੇ ਆ, ਪਿਓ ਨੂੰ ਫੁੱਲ ਦੇ ਰਹੇ ਆ। ਮਾਂ ਪਿਓ ਵਾਸਤੇ ਇੱਕ ਦਿਨ ਥੋੜਾ ਹੁੰਦਾ, ਸਾਰੀ ਜ਼ਿੰਦਗੀ ਹੈ ਯਾਰ। ਮਿੱਤਰਤਾ ਡੇ ਹੈ ਜੀ, ਅੱਜ ਫਰੈਂਡ ਡੇ ਹੈ, ਇੱਕ ਦਿਨ ਫਰੈਂਡ ਨੂੰ ਫੁੱਲ ਦੇ ਰਹੇ ਆ। ਅੱਜ ਚਾਕਲੇਟ ਡੇ ਹੈ, ਵੀ ਜਿਵੇਂ ਅੱਜ ਹੀ ਚਾਕਲੇਟ ਖਾਣਾ ਹੈ, ਬਾਕੀ ਸਾਰਾ ਸਾਲ ਅਸੀਂ ਚਾਕਲੇਟ ਨੂੰ ਕਦੀ ਮੂੰਹ ਨਹੀਂ ਲਾਇਆ। ਮੇਰਾ ਇਹਨਾਂ ਦੇ ਖਿਲਾਫ ਬੋਲਣ ਦਾ ਕੋਈ ਮਕਸਦ ਨਹੀਂ ਹੈ, ਗੱਲ ਸਿਰਫ ਇੰਨੀ ਹੈ ਕਿ ਭਰਮ ਫੂਲ ਤੁਰਾਵੇ, ਬੰਦਾ ਭਟਕਣਾ ਦੇ ਅੰਦਰ ਪਿਆ ਹੋਇਆ ਹੈ ਔਰ ਅਸਲੀਅਤ ਤੋਂ ਅਣਜਾਣ ਹੋ ਗਿਆ ਹੈ। ਜੇ ਬੰਦੇ ਨੇ ਅਸਲੀਅਤ ਨੂੰ ਸਮਝਿਆ ਹੁੰਦਾ ਤੇ ਸਾਲ ਵਿੱਚ ਇੱਕ ਵਾਰੀ ਫੁੱਲ ਦੇਣ ਦੀ ਲੋੜ ਨਹੀਂ ਸੀ, ਸਾਰੀ ਜ਼ਿੰਦਗੀ ਮਾਂ-ਬਾਪ ਦੇ ਨਾਲ ਪਿਆਰ ਕਰਦੇ। ਪਤਨੀ ਨੂੰ ਬਰਥਡੇ ਦੇ ਉੱਤੇ ਫੁੱਲ ਦੇਣ ਦੀ ਲੋੜ ਨਹੀਂ ਸੀ, ਪਲ ਪਲ ਹਰ ਪਲ ਪਤਨੀ ਦਾ ਆਦਰ ਸਤਿਕਾਰ ਕਰਦੇ, ਪਤੀ ਦਾ ਆਦਰ ਸਤਿਕਾਰ ਕਰਦੇ। ਇੱਕ ਦਿਨ ਕਿਤੇ ਕਰਵਾ ਚੌਥ ਦਾ ਵਰਤ ਰੱਖਣ ਦੀ ਲੋੜ ਨਹੀਂ ਪਵੇਗੀ, ਨਹੀਂ ਲੋੜ ਇਹਨਾਂ ਚੀਜ਼ਾਂ ਦੀ। ਪਰ ਗੁਰੂ ਜੀ ਕਹਿੰਦੇ ਨੇ ਜਿਹੜਾ ਭਟਕਣਾ ਦੇ ਵਿੱਚ ਪਿਆ ਬੰਦਾ ਹੈ, ਭਟਕ ਭਟਕ ਕੇ ਫੁੱਲ ਤੋੜਦਾ ਫਿਰਦਾ ਹੈ ਕਿ ਫੁੱਲਾਂ ਦੇ ਨਾਲ ਰੱਬ ਮਿਲੇਗਾ। ਇਹੀ ਭਟਕਣਾ ਸਾਡੀ ਲੰਗਰ ਪਾਣੀ ਦੀ ਵੀ ਹੈ ਕਿ ਸ਼ਾਇਦ ਭੋਗ ਲਵਾਉਣ ਦੇ ਨਾਲ ਰੱਬ ਮਿਲ ਜਾਏਗਾ, ਨਵਾਉਣ ਦੇ ਨਾਲ ਰੱਬ ਮਿਲ ਜਾਏਗਾ, ਤੂੰ ਬੱਤੀ ਦਿਖਾਉਣ ਦੇ ਨਾਲ ਰੱਬ ਮਿਲ ਜਾਏਗਾ। ਇਹ ਭਟਕਣਾ ਦੇ ਕਰਮ ਨੇ। ਅਗਲਾ ਵਚਨ ਕਰਦੇ ਨੇ, ਨਿਰਜੀਉ ਪੂਜੈ ਮੜਾ ਸਰੇਵੇਂ, ਕਿ ਜਿਹੜੇ ਜਿਉਂਦੇ ਬੰਦੇ ਨੇ ਇਸ ਦੁਨੀਆ ਵਿੱਚ, ਉਹਨਾਂ ਦੇ ਨਾਲ ਤੇ ਲੜਾਈ ਝਗੜਾ ਹੈ। ਦੇਖੋ ਤੁਸੀਂ ਧਰਮ ਦੇ ਲੋਕ ਕਰ ਕੀ ਰਹੇ ਨੇ, ਕਿਸੇ ਮੈਂ ਇੱਕ ਧਰਮ ਦੀ ਗੱਲ ਨਹੀਂ ਕਰ ਰਿਹਾ, ਬਹੁ ਗਿਣਤੀ ਲੋਕ ਸਾਰੇ ਧਰਮਾਂ ਦੀ, ਇੱਕ ਧਰਮ ਦੇ ਲੋਕ ਦੂਜੇ ਧਰਮ ਦੇ ਲੋਕਾਂ ਦੇ ਵੈਰੀ ਨੇ, ਇੱਕ ਧਰਮ ਦੂਜੇ ਧਰਮ ਦੇ ਉੱਤੇ ਹਮਲਾਵਰ ਹੈ, ਧਾਰਮਿਕ ਤੌਰ ਤੇ ਲੜਾਈਆਂ ਦੰਗੇ ਹੁੰਦੇ ਨੇ, ਔਰ ਜਿੰਨੇ ਕਤਲ ਧਰਮ ਦੇ ਨਾਮ ਤੇ ਹੋਏ ਨੇ, ਇਹਨੇ ਕਤਲ ਔਰ ਲੜਾਈਆਂ ਹੋਰ ਕਿਸੇ ਕੰਮ ਕਰਕੇ ਨਹੀਂ ਹੋਈਆਂ। ਅੱਜ ਵੀ ਵੇਖ ਲਓ ਚਾਰ ਚੁਫੇਰੇ। ਇੱਕ ਧਰਮ ਦੂਜੇ ਧਰਮ ਦਾ ਵੈਰੀ ਹੈ ਕਿ ਧਰਮ ਸਾਨੂੰ ਲੜਨਾ ਸਿਖਾਉਂਦਾ ਹੈ। ਫਿਰ ਇੱਕ ਹੀ ਧਰਮ ਆਪਣੇ ਹੀ ਧਰਮ ਨੂੰ ਮੰਨਣ ਵਾਲਿਆਂ ਦਾ ਵਿਰੋਧੀ ਹੈ। ਇਸਲਾਮ ਵਿੱਚ ਵੇਖ ਲਓ, ਸ਼ੀਆ ਔਰ ਸੁੰਨੀਆਂ ਦੀ ਆਪਸ 'ਚ ਨਹੀਂ ਬਣਦੀ। ਬੌਧੀਆਂ ਦੇ ਵਿੱਚ ਇਹੀ ਹਾਲ ਹੈ, ਜੈਨੀਆਂ ਵਿੱਚ ਇਹ ਹਾਲ ਹੈ, ਹਿੰਦੂਆਂ ਵਿੱਚ ਇਹ ਹਾਲ ਹੈ, ਈਸਾਈਆਂ ਵਿੱਚ ਪ੍ਰੋਟੈਸਟੈਂਟੀ ਔਰ ਕੈਥੋਲਿਕ ਨੇ। ਤੇ ਜੇ ਸਿੱਖਾਂ ਵੱਲ ਵੇਖੀਏ ਤੇ ਇੱਥੇ ਤੇ ਤੋਬਾ ਮੇਰੇ ਖੁਦਾ, ਕੰਨਾਂ ਨੂੰ ਹੱਥ ਲੱਗ ਜਾਂਦਾ ਮਰਿਆਦਾ ਦੇ ਨਾਮ ਦੇ ਉੱਤੇ। ਤੇ ਭੈੜਾ ਹਾਲ ਹੈ, ਕਿੰਨੀਆਂ ਮਰਿਆਦਾਵਾਂ ਨੇ, ਹਰ ਡੇਰੇ ਦੀ ਵੱਖਰੀ ਮਰਿਆਦਾ। ਇੱਥੋਂ 10 ਕਦਮ ਇੰਗਲੈਂਡ ਦੇ ਵਿੱਚ ਤੇ ਕਿੰਨੇ ਗੁਰਦੁਆਰੇ ਨਾ, ਤੁਸੀਂ ਸਾਰੇ ਜਾਣਦੇ ਹੋ। 10 ਮਿੰਟ ਤੁਰੀਏ ਅੱਗੇ ਗੁਰਦੁਆਰਾ ਆ ਜਾਂਦਾ ਤੇ ਹਰ ਗੁਰਦੁਆਰੇ ਦੀ ਵੱਖਰੀ ਮਰਿਆਦਾ ਹੈ। ਤੇ ਮਰਿਆਦਾ ਦੇ ਨਾਮ ਤੇ ਪੱਗਾਂ ਲੈ ਰਹੀਆਂ ਨੇ, ਤੇ ਧਰਮ ਕਿੱਧਰ ਗਿਆ? ਗੁਰੂ ਜੀ ਕਹਿੰਦੇ ਨੇ ਨਿਰਜੀਉ ਪੂਜੈ, ਐਸੇ ਜਿਹੜੇ ਲੋਕ ਭਰਮ ਦੇ ਅੰਦਰ ਪਏ ਨੇ, ਨਿਰਜਿੰਦ ਨੂੰ ਤੇ ਪੂਜ ਰਹੇ ਨੇ, ਪੱਥਰ ਦੀ ਮੂਰਤੀ ਨੂੰ ਪੂਜ ਰਹੇ ਨੇ, ਮੜਾ ਸਰੇਵੇਂ ਮੜੀਆਂ ਨੂੰ ਪੂਜ ਰਹੇ ਨੇ। ਮਾਂ ਪਿਓ ਦੀ ਮੜੀ ਤੇ ਜਾ ਕੇ ਫੁੱਲ ਚੜਾਉਣਗੇ, ਜਿਉਂਦਿਆਂ ਨੂੰ ਰੋਟੀ ਨਹੀਂ ਦੇਣੀ। 9 ਵਜੇ ਦੀ ਪੀਰ ਤੇ ਜਾ ਰਹੇ ਆ ਜੀ। ਆ ਜਾਈਏ ਨਾ ਕਰਨਾਲ ਤੋਂ ਜਦੋਂ ਅੰਬਾਲਾ ਸਾਈਡ ਨੂੰ, ਤੇ ਆ ਸ਼ਾਹਬਾਦ ਦੇ ਕੋਲ ਕਰਕੇ ਕਹਿੰਦਾ 9 ਵਜਾ ਪੀਰ, ਉਥੋਂ ਸੜਕ ਬਦਲਣੀ ਪਈ ਹੈ। ਇੰਨੀਆਂ ਘੜੀਆਂ ਉੱਥੇ ਚੜੀਆਂ ਹੁੰਦੀਆਂ ਨੇ, ਕੋਈ ਟਰੱਕ ਡਰਾਈਵਰ ਉੱਥੇ ਰੁਕਣ ਤੋਂ ਬਿਨਾਂ ਨਹੀਂ ਲੰਘਦਾ। ਔਰ ਇੱਥੇ ਇਹ ਮਸ਼ਹੂਰ ਕਰਤਾ ਗਿਆ ਵੀ ਜੇ ਇੱਥੇ ਨਾ ਰੁਕਿਆ ਤੇ ਇੱਥੇ ਐਕਸੀਡੈਂਟ ਬੜੇ ਹੁੰਦੇ ਨੇ। ਟਰੱਕਾਂ ਵਾਲੇ ਵਿਚਾਰੇ ਵੀਰ ਤੇ ਦੂਜੇ ਉੱਥੇ ਦੇ ਘੜੀਆਂ ਤੇ ਘੜੀਆਂ ਚੜਾਈਆਂ ਹੋਈਆਂ। ਅਸੀਂ ਰੋਜ਼ ਉੱਥੋਂ ਲੰਘਨੇ ਆ, ਪੀਰ ਨੂੰ 2-4 ਭੈੜੇ ਵਚਨ ਬੋਲ ਕੇ ਜਾਣ ਕੇ ਲੰਘੀਦਾ ਵੀ ਪੀਰ ਹੋਏ ਤੇ ਕੁਛ ਕਰੇ। ਲੇਕਿਨ ਲੋਕ ਮੜੀਆਂ ਪੂਜ ਰਹੇ ਨੇ, ਫੁੱਲ ਤੋੜ ਤੋੜ ਕੇ ਮੜੀਆਂ ਤੇ ਚੜਾ ਰਹੇ ਨੇ, ਤੇ ਕੁਦਰਤ ਦਾ ਨਾਸ ਮਾਰਦੇ ਨੇ। ਜੰਗਲ ਕੱਟੀ ਜਾ ਰਹੇ ਨੇ, ਰੁੱਖ ਕੱਟੀ ਜਾ ਰਹੇ ਨੇ, ਔਰ ਕੁਦਰਤ ਦਾ ਨਾਸ ਮਾਰਦੇ ਨੇ, ਪੋਲੂਸ਼ਨ ਫੈਲਾ ਰਹੇ ਨੇ, ਪਾਣੀ ਨੂੰ ਗੰਦਾ ਕਰ ਰਹੇ ਨੇ, ਧਰਤੀ ਤੇ ਗੰਦਗੀ ਪਾ ਰਹੇ ਨੇ। ਇੰਡੀਆ ਦੇ ਵਿੱਚ ਜੇ ਅਸੀਂ ਵੇਖੀਏ, ਜਿੱਥੇ ਵੀ ਮਤਲਬ ਕੋਈ ਚੀਜ਼, ਕੇਲਾ ਖਾਇਆ, ਫਰੂਟ, ਤੇ ਉਹ ਮਾਰਿਆ ਚੁੱਕ ਕੇ ਪਰਾਂ। ਅਸੀਂ ਸਾਰੇ ਉੱਥੋਂ ਹੀ ਆਏ ਆ, ਇੱਧਰ ਅਸੀਂ ਨਹੀਂ ਕਰਦੇ, ਉੱਥੇ ਜਾਈਏ ਅਸੀਂ ਵੀ ਕਰਦੇ ਹਾਂ। ਗੜਬੜ ਹੋ ਗਈ ਨਾ, ਤੇ ਪੂਜਾ ਕਿੱਧਰ ਗਈ? ਇੱਥੇ ਅਸੀਂ ਬਰਮਿੰਗਮ ਸਾਂ, ਮੇਰੇ ਨਾਲ ਸਨ ਇੱਕ ਦਿਨ ਗਿਆਨੀ ਜੀ, ਤੇ ਉਹਨਾਂ ਨੇ ਕੱਢੇ ਪੈਸੇ ATM 'ਚ, ਤੇ ਨਿੱਕੀ ਜਿਹੀ ਰਸੀਦ ਇੰਨੀ ਕੁ ਉਹਨਾਂ ਨੇ ਸੁੱਟਤੀ ਸੜਕ ਤੇ। ਪਿੱਛੇ ਪੁਲਿਸ ਵਾਲੇ ਸਾਨੂੰ ਰੋਕ ਲਿਆ, 75 ਪਾਉਂਡ ਜੁਰਮਾਨਾ ਕੀਤਾ। ਇੰਡੀਆ ਦੇ ਹਿਸਾਬ ਨਾਲ 7000 ਬਣ ਜਾਂਦਾ। ਕਿਉਂ ਬੰਦਾ ਦੁਬਾਰਾ ਸੁੱਟੇਗਾ ਇੰਨੀ ਕੁ ਰਸੀਦ ਥੱਲੇ? ਤਾਂ ਕਹਿਣ ਦਾ ਮਤਲਬ ਨਿਰਜੀਉ ਪੂਜੈ ਮੜਾ ਸਰੇਵੇਂ, ਇਹ ਜਿਹੜੇ ਅਗਿਆਨਤਾ ਵਾਲੇ ਕਰਮ ਨੇ, ਨਿਰਜੀਉ ਨੂੰ ਪੂਜ ਰਹੇ ਨੇ ਔਰ ਮੜੀਆਂ ਦੀ ਪੂਜਾ ਕਰ ਰਹੇ ਨੇ ਤੇ ਫੁੱਲ ਤੋੜ ਰਹੇ ਨੇ। ਭਗਤ ਕਬੀਰ ਜੀ ਨੇ ਕਿੰਨੇ ਪਿਆਰ ਨਾਲ ਸਮਝਾਇਆ, ਭੂਲੀ ਮਾਲਨੀ ਹੈ ਏਉ, ਸਤਿਗੁਰ ਜਾਗਤਾ ਹੈ ਦੇਉ, ਬ੍ਰਹਮਪਾਤੀ ਵਿਸ਼ਨਡਾਰੀ, ਫੂਲ ਸ਼ੰਕਰ ਦੇਉ, 3 ਦੇਵ ਪ੍ਰਤੱਖ ਤੋੜੈ, ਕਰੇ ਕਿਸ ਕਿਸੇਉ।
ਕਿ ਤਿੰਨ ਪ੍ਰਤੱਖ ਦੇਵਤਿਆਂ ਵਰਗੀਆਂ ਚੀਜ਼ਾਂ ਤੂੰ ਤੋੜ ਦਿੱਤੀਆਂ, ਪੱਤੀ ਤੋੜਤੀ, ਫੁੱਲ ਤੋੜ ਦਿੱਤਾ, ਟਹਿਣੀ ਤੋੜ ਦਿੱਤੀ, ਤੇ ਸੇਵਾ ਕਿਹਦੀ ਕਰ ਰਹੀ ਹੈ? ਸਭ ਬਿਰਥੀ ਘਾਲ ਗਵਾਵੇ। ਗੁਰੂ ਜੀ ਕਹਿੰਦੇ ਨੇ ਜਿਹੜਾ ਬੰਦਾ ਇਹੋ ਜਿਹੇ ਕੰਮ ਕਰਦਾ ਹੈ ਉਹ ਆਪਣੀ ਸਾਰੀ ਘਾਲ ਕਮਾਈ ਬੇਕਾਰ ਗਵਾ ਰਿਹਾ ਹੈ। ਉਹਨੂੰ ਇਹ ਫੁੱਲ ਤੋੜਨ ਦਾ ਤੇ ਇਹਨਾਂ ਦਾ ਲਾਭ ਨਹੀਂ ਹੋਏਗਾ ਕੋਈ ਵੀ। ਬ੍ਰਹਮ ਬਿੰਦੇ ਸੋ ਸਤਿਗੁਰ ਕਹੀ ਹੈ, ਹਰ ਹਰ ਕਥਾ ਸੁਣਾਵੇ। ਹੁਣ ਬ੍ਰਹਮ ਬਿੰਦੇ, ਬਿੰਦੇ ਦਾ ਮਤਲਬ ਜੋ ਜਾਣਦਾ ਹੈ, ਬ੍ਰਹਮ ਨੂੰ ਜਾਣਦਾ ਹੈ, ਸੋ ਸਤਿਗੁਰ ਕਹੀ ਹੈ। ਉਸ ਗੁਰੂ ਦੀ ਗੱਲ ਕਰੋ ਜਿਹੜਾ ਸਾਨੂੰ ਬ੍ਰਹਮ ਦੇ ਨਾਲ ਜੋੜ ਦੇਵੇ। ਉਸ ਸੱਚੇ ਗੁਰੂ ਦੇ ਨਾਲ ਜੁੜੋ ਜੋ ਸਾਨੂੰ ਬ੍ਰਹਮ ਦੇ ਨਾਲ ਜੋੜੇ, ਜੋ ਸਾਨੂੰ ਇਹ ਚੀਜ਼ ਸਮਝਾ ਦੇਵੇ ਕਿ ਇਹ ਸਾਰਿਆਂ ਦੇ ਵਿੱਚ ਰੱਬ ਹੈ, ਸਾਰੇ ਰੱਬ ਵਰਗੇ ਨੇ, ਸਭ ਦੇ ਨਾਲ ਰੱਬ ਵਰਗਾ ਪਿਆਰ ਕਰਨਾ ਹੈ। ਤੇਰੇ ਆਪਣੇ ਅੰਦਰ ਰੱਬੀ ਗੁਣ ਮੌਜੂਦ ਨੇ, ਤੇਰੇ ਆਪਣੇ ਅੰਦਰੋਂ ਰੱਬੀ ਗੁਣ ਪ੍ਰਗਟ ਹੋ ਜਾਣ, ਤੂੰ ਰੱਬ ਵਰਗਾ ਹੋ ਸਕਦਾ ਹੈ। ਦੂਜਿਆਂ ਦੇ ਅੰਦਰ ਵੀ ਇਹ ਗੁਣ ਮੌਜੂਦ ਨੇ, ਉਹਨਾਂ ਗੁਣਾਂ ਦੇ ਨਾਲ ਜੁੜੋ। ਉਹ ਸਤਿਗੁਰੂ ਹੈ। ਹਰ ਹਰ ਕਥਾ ਸੁਣਾਵੇ, ਤੇ ਗੁਰੂ ਸਾਨੂੰ ਹਰੀ ਦੀ ਕਥਾ ਸੁਣਾਉਂਦਾ ਹੈ। ਯਾਨੀ ਜੋ ਗੁਰੂ ਦੇ ਦੱਸੇ ਰਾਹ ਤੇ ਤੁਰੇਗਾ ਉਹ ਬ੍ਰਹਮ ਦੇ ਨਾਲ ਵੀ ਜੁੜੇਗਾ ਔਰ ਉਹ ਦੂਜਿਆਂ ਨੂੰ ਵੀ ਰੱਬ ਦੀ ਗੱਲ ਸੁਣਾਏਗਾ, ਸੱਚ ਦੀ ਗੱਲ ਸੁਣਾਏਗਾ ਕਿ ਸੱਚ ਦੇ ਨਾਲ ਜੁੜੋ, ਰੱਬੀ ਹੁਕਮ ਵਿੱਚ ਤੁਰੋ, ਇਹਦੇ ਨਾਲ ਤੁਹਾਡਾ ਜੀਵਨ ਸੁਖਾਲਾ ਹੋ ਜਾਏਗਾ। ਹੁਣ ਅਗਲੀ ਪੰਕਤੀ ਹੈ ਜਿਹਦੀ ਅਸਲ ਵਿਚਾਰ ਕਰਨੀ ਚਾਹੁੰਦੇ ਆ, ਜੋ ਕੱਲ ਵੀਰ ਜੀ ਭੋਗਲ ਸਾਹਿਬ ਨੇ ਕਿਹਾ ਸੀ ਕਿ ਤਿਸ ਗੁਰ ਕੋ ਛਾਦਨ ਭੋਜਨ ਪਾਠ ਪਟੰਬਰ ਬਹੁਬਿਧ ਸਤ ਸਤ ਕਰ ਮੁਖ ਸੰਚੋ, ਤਿਸ ਪੁੰਨ ਕੀ ਫਿਰਤੂਤ ਨਾ ਆਵੇ। ਇਹਦਾ ਅਰਥ ਕਰਨ ਲੱਗਿਆਂ ਪ੍ਰੋਬਲਮ ਆਈ ਹੈ। ਆਮ ਕਰਕੇ ਇਸ ਦਾ ਅਰਥ ਕਰ ਦਿੱਤਾ ਜਾਂਦਾ ਹੈ ਕਿ ਅਜਿਹੇ ਗੁਰੂ ਅੱਗੇ ਕਈ ਕਿਸਮਾਂ ਦੇ ਕੱਪੜੇ, ਖਾਣੇ, ਰੇਸ਼ਮੀ ਕੱਪੜੇ ਸ਼ਰਧਾ ਨਾਲ ਭੇਟ ਕਰਿਆ ਕਰੋ, ਇਸ ਭਲੇ ਕੰਮ ਦੀ ਟੂਟ ਨਹੀਂ ਹੁੰਦੀ। ਹੁਣ ਮੁਖ ਸੰਚੇ ਦਾ ਮਤਲਬ ਮੁਖ ਦੇ ਖੱਖੇ ਨਾਲ ਸਿਹਾਰੀ ਹੈ, ਮੁਖ ਵਿੱਚ ਤੇ ਮੂੰਹ ਦੇ ਵਿੱਚ ਪਾਓ। ਹੁਣ ਕੱਪੜੇ ਥੋੜਾ ਮੂੰਹ ਚ ਪਾਣੇ ਨੇ। ਮੁਖ ਸੰਚੋ ਦਾ ਇੱਥੇ ਮਿਲਵਾਂ ਅਰਥ ਹੈ ਵਰਤੋਂ ਕਰੋ। ਤਾਂ ਤਿਸ ਗੁਰ ਕੋ ਇੱਥੇ ਰੁਕ ਜਾਣਾ ਹੈ। ਤਿਸ ਗੁਰ ਕੋ, ਜਿਸ ਗੁਰੂ ਦੀ ਇੰਨੀ ਮਹਾਨਤਾ ਹੈ, ਤਿਸ ਗੁਰ ਕੋ ਦਾ ਮਤਲਬ ਉਸ ਗੁਰੂ ਤੋਂ ਕੁਰਬਾਨ ਜਾਓ, ਉਸ ਗੁਰੂ ਤੋਂ ਵਾਰ ਨੇ ਸਦਕੇ ਹੋਵੋ, ਉਸ ਗੁਰੂ ਦੇ ਦੱਸੇ ਰਾਹ ਤੇ ਤੁਰੋ। ਤੇ ਨਾਲ ਕੀ ਕਰੋ? ਛਾਦਨ ਭੋਜਨ ਪਾਠ ਪਟੰਬਰ ਬਹੁਬਿਧ ਸਤ ਕਰ ਮੁਖ ਸੰਚੋ। ਸਤ ਕਰ ਦਾ ਮਤਲਬ ਸੱਚੀ ਕਾਰ ਕਰਕੇ, ਮੁਖ ਸੰਚੋ ਦਾ ਮਤਲਬ ਮੁਖ ਚ ਪਾਓ, ਆਪਣੇ ਮੁਖ ਵਿੱਚ ਵਰਤੋਂ ਕਰੋ। ਯਾਨੀ ਚਾਹੇ ਤੁਹਾਡੇ ਛਾਦਨ, ਭੋਜਨ ਦਾ ਮਤਲਬ, ਛਾਦਨ ਦਾ ਮਤਲਬ ਕੱਪੜੇ, ਭੋਜਨ ਦਾ ਮਤਲਬ ਖਾਣਾ, ਪਾਠ ਪਟੰਬਰ ਦਾ ਮਤਲਬ ਰੇਸ਼ਮੀ ਕੀਮਤੀ ਕੱਪੜੇ ਕਈ ਤਰ੍ਹਾਂ ਦੇ, ਸਤ ਕਰ ਸੱਚੀ ਕਿਰਤ ਕਰਕੇ ਸੰਚੋ ਇਕੱਠੇ ਕਰੋ। ਯਾਨੀ ਸੱਚੀ ਕਿਰਤ ਕਰਕੇ ਮੁਖ ਸੰਚੋ, ਮੁਖ ਸੰਚੋ ਦਾ ਮਤਲਬ ਵਰਤੋਂ ਕਰੋ। ਗੁਰੂ ਤੋਂ ਕੁਰਬਾਨ ਜਾਓ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਸੱਚੀ ਕਿਰਤ ਕਰਕੇ ਛਾਦਨ ਭੋਜਨ ਪਾਠ ਪਟੰਬਰ ਪੈਦਾ ਕਰੋ। ਮੁਖ ਸੰਚੋ ਆਪਣੇ ਮੂੰਹ ਚ ਪਾਓ ਖਾਣਾ, ਲੇਕਿਨ ਮਲਕ ਭਾਗੂ ਦੀ ਤਰ੍ਹਾਂ ਨਹੀਂ, ਭਾਈ ਲਾਲੋ ਦੀ ਤਰ੍ਹਾਂ। ਕੱਪੜੇ ਰੇਸ਼ਮੀ ਪਾਓ, ਪਰ ਰੇਸ਼ਮੀ ਕੱਪੜੇ ਲੋਕਾਂ ਦਾ ਖੂਨ ਚੂਸ ਕੇ ਨਹੀਂ, ਲੋਕਾਂ ਦੀ ਹੱਕ ਖਾ ਕੇ ਨਹੀਂ। ਰੇਸ਼ਮੀ ਕੱਪੜੇ ਤੁਸੀਂ ਪਾ ਸਕਦੇ ਹੋ, ਆਪਣੇ ਕਿਰਤਕਾਰ ਕਰੋ, ਬਜਟ ਆਪਣਾ ਠੀਕ ਰੱਖੋ, ਬਹੁਤੀਆਂ ਇਧਰ ਉਧਰ ਖਰਚੇ ਛੱਡ ਕੇ ਤੇ ਆਪਣੇ ਕੱਪੜੇ ਚੰਗੇ ਪਾ ਲਓ, ਰੋਟੀ ਚੰਗੀ ਖਾ ਲਓ, ਫਰੂਟ ਦਾ ਜੂਸ ਪੀ ਲਓ, ਫਰੂਟ ਚਾਟ ਬਣਾ ਕੇ ਖਾ ਲਓ, ਯਾਨੀ ਚੰਗਾ ਭੋਜਨ ਛਕ ਲਓ, ਪਰੌਂਠੇ ਬਣਾ ਲਓ, ਜੋ ਤੁਹਾਡਾ ਜੀ ਕਰਦਾ ਹੈ, ਲੇਕਿਨ ਸੱਚੀ ਕਿਰਤ ਕਰਕੇ, ਠੱਗੀ ਮਾਰ ਕੇ। ਤਾਂ ਇਸ ਪੰਕਤੀ ਦਾ ਅਰਥ ਦੁਬਾਰਾ ਸੁਣ ਲਓ। ਤਿਸ ਗੁਰ ਕੋ, ਇੱਥੇ ਰੁਕ ਜਾਓ। ਤਿਸ ਗੁਰ ਕੋ ਦਾ ਮਤਲਬ ਉਸ ਗੁਰੂ ਤੋਂ ਕੁਰਬਾਨ ਜਾਓ। ਤੇ ਗੁਰੂ ਸਾਨੂੰ ਕੀ ਕਹਿੰਦਾ ਹੈ? ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਤੇ ਅਗਲਾ ਹੈ ਬਹੁਬਿਧ ਸਤ ਸਤ ਕਰ ਮੁਖ ਸੰਚੋ, ਲਾਸਟ ਦੇ ਹੈ। ਤਾਂ ਯਾਨੀ ਸੱਚੀ ਕਿਰਤ ਕਰੋ। ਸੱਚੀ ਕਿਰਤ ਕਰਕੇ ਜੇ ਛਾਦਨ ਭੋਜਨ ਪਾਠ ਪਟੰਬਰ ਕੱਪੜੇ ਆਦਿਕ ਜੋ ਵੀ ਤੁਹਾਡੀਆਂ ਵਰਤੋਂ ਦੀਆਂ ਚੀਜ਼ਾਂ ਨੇ, ਆਪਣੀ ਵਰਤੋਂ ਵਿੱਚ ਲਿਆਓ, ਸੱਚੀ ਕਿਰਤ ਕਰਕੇ, ਠੱਗੀ ਮਾਰ ਕੇ ਨਹੀਂ, ਚੋਰੀ ਕਰਕੇ ਨਹੀਂ। ਫਿਰ ਕੀ ਹੋਏਗਾ? ਤਿਸ ਪੁੰਨ ਕੀ ਫਿਰਤੂਟ ਨਾ ਆਵੇ। ਇਹ ਭਲਾ ਕੰਮ ਹੈ, ਭਲੇ ਕੰਮ ਕਰੋਗੇ ਨਾ, ਫਿਰ ਇਸ ਭਲੇ ਕੰਮ ਦੀ ਤੋਟ ਨਹੀਂ ਆਏਗੀ, ਕਦੇ ਅਸੰਤੋਸ਼ ਨਹੀਂ ਪੈਦਾ ਹੋਏਗਾ, ਸੈਟਿਸਫੈਕਸ਼ਨ ਤੁਹਾਡੇ ਅੰਦਰ ਆਏਗੀ, ਤੁਸੀਂ ਸੰਤੋਸ਼ੀ ਹੋਵੋਗੇ, ਤੁਹਾਡੇ ਅੰਦਰ ਖੁਸ਼ੀ ਪੈਦਾ ਹੋਏਗੀ। ਇਹਨਾਂ ਚੀਜ਼ਾਂ ਦੀ ਕਦੇ ਤੋਟ ਨਹੀਂ ਹੋਣੀ ਜੇ ਸੱਚ ਕਰਕੇ, ਸੱਚ ਨੂੰ ਆਧਾਰ ਬਣਾ ਕੇ ਆਪਣੇ ਜੀਵਨ ਦੇ ਅੰਦਰ ਕਿਰਤਕਾਰ ਕਰੋਗੇ, ਤਾਂ ਇਸ ਭਲੇ ਕੰਮ ਦੇ ਅੰਦਰ ਫਿਰ ਕਦੇ ਤੋਟ ਨਹੀਂ ਹੋਣੀ, ਕਦੇ ਨਿਰਾਸ਼ਾ ਨਹੀਂ ਹੋਣੀ।
ਮਾੜੇ ਕਰਮ ਕਰਕੇ ਨਿਰਾਸ਼ਾ ਆਏਗੀ। ਦੇਖੋ ਹੁਣ ਇਸ ਪਾਵਨ ਪੰਕਤੀ ਦਾ ਸਾਡੇ ਲੰਗਰ ਦੇ ਭੋਗ ਲਵਾਉਣ ਦੇ ਨਾਲ ਕੋਈ ਸੰਬੰਧ ਨਹੀਂ। ਜਿਹੜਾ ਅਸੀਂ ਸਮਝ ਬੈਠੇ ਹਾਂ, ਸਾਡਾ ਉਹਦੇ ਨਾਲ ਕੋਈ ਵੀ ਇਹਦਾ ਨਾਤਾ ਔਰ ਸੰਬੰਧ ਨਹੀਂ ਜੁੜਦਾ। ਤਿਸ ਗੁਰ ਕੋ, ਉਸ ਗੁਰੂ ਤੋਂ ਕੁਰਬਾਨ ਜਾਓ, ਸਾਧਨ ਭੋਜਨ ਪਾਠ ਪਨੰਬਰ ਬਹੁਵਿਧ ਸਤ ਕਰ ਮੁਖ ਸੰਚੋ, ਸੱਚੀ ਕਿਰਤ ਕਰਕੇ ਆਪਣੇ ਮੁਖ ਛਪਾਓ, ਯਾਨੀ ਵਰਤੋਂ ਕਰੋ। ਤਿਸ ਪੁੰਨ ਕੀ ਫਿਰ ਤੋਟ ਨਾ ਆਵੇ, ਇਸ ਭਲੇ ਕੰਮ ਚੋਂ ਫਿਰ ਕਦੇ ਤੋਟ ਨਹੀਂ ਆਉਂਦੀ, ਕਦੇ ਘਾਟਾ ਨਹੀਂ ਪੈਂਦਾ, ਕਦੇ ਦੁੱਖ ਨਹੀਂ ਆਉਂਦੇ, ਕਦੇ ਚਿੰਤਾਵਾਂ ਨਹੀਂ ਆਉਂਦੀਆਂ। ਇਹ ਚੀਜ਼ਾਂ ਵੱਧਦੀਆਂ ਜਾਂਦੀਆਂ ਨੇ। ਤੇ ਇੱਕ ਮੈਂ ਸ਼ਬਦ ਆਪ ਦੇ ਨਾਲ ਹੋਰ ਸਾਂਝਾ ਕਰਾਂਗਾ ਕਿ ਜੋ ਸਾਨੂੰ ਅਸੀਂ ਪੜ੍ਹਦੇ ਹਾਂ ਨਾ, ਆਮ ਕਰਕੇ ਸ਼ਬਦ ਹੈ, ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ, ਕਿ ਹੁਣ ਭੋਗ ਲਾਓ। ਇਹ ਸ਼ਬਦ ਵੀ ਮੈਂ ਆਪ ਦੇ ਨਾਲ ਥੋੜਾ ਸਾਂਝਾ ਕਰਦੇ ਹਾਂ, ਉਸ ਤੋਂ ਬਾਅਦ ਅਸੀਂ ਅਗਲੀ ਗੱਲ ਕਰਦੇ ਹਾਂ। ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ, ਮਲਾਰ ਰਾਗ ਦੇ ਅੰਦਰ 1266 ਅੰਗ ਤੇ ਹੈ। ਇਹਦੀ ਪਹਿਲੀ ਪੰਕਤੀ ਹੈ, ਕਿਆ ਤੂੰ ਸੋਚੈਂ ਕਿਆ ਤੂੰ ਚਿਤਵੇਂ, ਕਿਆ ਤੂੰ ਕਰੇ ਉਪਾਏ। ਕਿ ਇਹ ਮੇਰੇ ਮਨਾ, ਕੀ ਤੂੰ ਸੋਚਾਂ ਸੋਚਦਾ ਹੈ, ਕੀ ਤੂੰ ਹੋਰ ਹੋਰ ਚਿੰਤਾਵਾਂ ਕਰਦਾ ਹੈ, ਕੀ ਤੂੰ ਹੋਰ ਹੋਰ ਉਪਾਅ ਕਰਦਾ ਫਿਰਦਾ ਹੈ। ਦੇਖੋ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕੰਮ ਦੀ ਚਿੰਤਾ ਨਹੀਂ ਕਰਨੀ, ਵੀ ਸਵੇਰੇ ਬੱਚੇ ਪੜ੍ਹਨ ਸਕੂਲ ਭੇਜਣੇ ਨੇ, ਬੱਚਿਆਂ ਦੀ ਫੀਸ ਦੇਣੀ ਹੈ, ਰੋਟੀ ਪਾਣੀ ਪਕਾਉਣਾ ਹੈ, ਜਾਂ ਕੁਛ ਵੀ। ਇਹ ਚਿੰਤਾਵਾਂ ਨਹੀਂ, ਇਹ ਜ਼ਿੰਮੇਵਾਰੀਆਂ ਨੇ, ਇਹ ਜ਼ਰੂਰੀ ਨੇ। ਇਹ ਨਹੀਂ ਹੋਣਗੀਆਂ ਤਾਂ ਸਾਡਾ ਜੀਵਨ ਇੱਕ ਹੀ ਚਿੰਤਾ ਸੁੱਕੀ ਜਾਣੀ, ਡਿਪਰੈਸ਼ਨ ਦਾ ਸ਼ਿਕਾਰ ਹੋ ਜਾਣਾ। ਹੁਣ ਇੱਥੇ ਇਹਨਾਂ ਦੀ ਗੱਲ ਨਹੀਂ ਕੀਤੀ ਜਾ ਰਹੀ। ਕਿਆ ਤੂੰ ਸੋਚੈਂ ਕਿਆ ਤੂੰ ਚਿਤਵੇਂ, ਕਿਆ ਤੂੰ ਕਰੇ ਉਪਾਏ। ਅਸੀਂ ਹੁਣ ਕੀ ਚਾਹੁੰਦੇ ਹਾਂ? ਖੁਸ਼ੀ ਚਾਹੁੰਦੇ ਹਾਂ ਨਾ। ਸਾਰੇ ਵੀਰ ਭੈਣਾਂ, ਸਾਰੀ ਦੁਨੀਆ ਦਾ ਹਰ ਇਨਸਾਨ ਖੁਸ਼ੀ ਚਾਹੁੰਦਾ ਹੈ, ਆਨੰਦ ਚਾਹੁੰਦਾ ਹੈ, ਚੜ੍ਹਦੀ ਕਲਾ ਚਾਹੁੰਦਾ ਹੈ, ਰੱਬ ਵਿੱਚ ਮਿਲਣਾ ਚਾਹੁੰਦਾ ਹੈ, ਮੁਕਤੀ ਚਾਹੁੰਦਾ ਹੈ। ਇਹੀ ਚਾਹੁੰਦੇ ਹਾਂ ਨਾ। ਤੇ ਗੁਰੂ ਜੀ ਕਹਿੰਦੇ ਨੇ, ਖੁਸ਼ੀ ਵਾਸਤੇ ਰੱਬੀ ਮਿਲਾਪ ਲਈ ਕੀ ਤੂੰ ਸੋਚਾਂ ਸੋਚਦਾ ਹੈ, ਕੀ ਹੋਰ ਹੋਰ ਕੰਮ ਚਿਤਵਦਾ ਫਿਰਦਾ ਹੈ, ਕਿ ਵਰਤ ਰੱਖ ਲਵਾਂ, ਨਰਾਤੇ ਕਰ ਲਵਾਂ, ਤੀਰਥਾਂ ਤੇ ਨਹਾ ਲਵਾਂ, ਬਾਬਾ ਹੋ ਜਾਵਾਂ, ਸੰਨਿਆਸੀ ਹੋ ਜਾਵਾਂ, ਸਿਰ ਚ ਸਵਾ ਪਾ ਲਵਾਂ, ਯੋਗਾ ਕਰ ਲਵਾਂ, ਪੁੱਠਾ ਸਿੱਧਾ ਲਟਕ ਲਵਾਂ, ਕਮਾਲ ਭਾਂਤੀ ਕਰ ਲਵਾਂ, ਜਾਂ ਮੈਂ ਮੜੀਆਂ ਦੇ ਵਿੱਚ ਜਾ ਕੇ ਬਹਿ ਜਾਵਾਂ, ਜਾਂ ਦਾਨ ਪੁੰਨ ਕਰ ਲਵਾਂ, ਤੀਰਥਾਂ ਤੇ ਨਹਾਵਾਂ। ਇਹ ਸੋਚਾਂ ਕਿਉਂ ਸੋਚਦਾ ਹੈ? ਇਹਨਾਂ ਕਰਮਕਾਂਡਾਂ ਨਾਲ ਰੱਬ ਥੋੜਾ ਮਿਲਦਾ। ਇਹ ਤੇ ਅਸੀਂ ਜਪਜੀ ਸਾਹਿਬ ਦੇ ਸ਼ੁਰੂ ਵਿੱਚ ਹੀ ਪੜ੍ਹ ਆਏ। ਕਿਆ ਤੂੰ ਸੋਚੇ ਕਿਆ ਤੂੰ ਚਿਤਵੇਂ, ਕਿਆ ਤੂੰ ਕਰੇ ਉਪਾਏ। ਅਗਲਾ ਬਚਨ ਕਰਦੇ ਨੇ, ਤਾਕੋ ਕਹੋ ਪਰਵਾਹ ਕਾਹੂ ਕੀ, ਜਿਹੇ ਗੋਪਾਲ ਸਹਾਏ। ਉਸ ਬੰਦੇ ਨੂੰ ਕਿਸ ਚੀਜ਼ ਦੀ ਪਰਵਾਹ ਹੈ ਜਿਹਦਾ ਗੋਪਾਲ ਦਾ ਮਤਲਬ, ਗੋ ਦਾ ਮਤਲਬ ਸ੍ਰਿਸ਼ਟੀ, ਪਾਲ ਦਾ ਮਤਲਬ ਪਾਲਣਾ ਕਰਨ ਵਾਲਾ। ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਰੱਬ ਜਿਹਦਾ ਸਹਾਇਕ ਹੈ, ਉਹਨੂੰ ਕਾਹਦੀ ਪਰਵਾਹ? ਰੱਬ ਹੁਣ ਕਿਹਦਾ ਸਹਾਇਕ ਹੈ? ਜੋ ਰੱਬ ਦੀ ਸ਼ਰਨ ਵਿੱਚ ਹੈ। ਤੇ ਰੱਬ ਕਿਹਦਾ ਸਹਾਇਕ ਹੈ? ਜੋ ਰੱਬ ਦੇ ਹੁਕਮ ਵਿੱਚ ਤੁਰਦਾ ਹੈ। ਤੇ ਸਹਾਇਕ ਸਾਡਾ ਕੌਣ ਹੈ? ਸਿਸਟਮ। ਹੁਣ ਮੇਰੇ ਖਿਆਲ ਚ 1000 ਵਾਰੀ ਪ੍ਰੈਕਟਿਸ ਕੀਤੀ ਸੀ ਇਸ ਬੰਦੇ ਨੇ ਜਿਹਨੇ ਬਲਬ ਬਣਾਇਆ ਹੈ। ਮੈਨੂੰ ਪੂਰਾ ਨਹੀਂ, ਮੇਰੇ ਖਿਆਲ ਚ 1000 ਵਾਰੀ, 999 ਵਾਰੀ ਇਹ ਬੰਦਾ ਫੇਲ ਹੋਇਆ ਸੀ ਸ਼ਾਇਦ। ਤੇ ਇਸ ਨੂੰ ਬਾਰ-ਬਾਰ ਕਿਸੇ ਨੇ ਕਿਹਾ ਵੀ ਇਹ ਮੈਂ ਬਲਬ ਨਹੀਂ ਬਣਨਾ, ਤੂੰ ਇੰਨੇ ਪ੍ਰੈਕਟੀਕਲ ਕਰਕੇ। ਉਹ ਕਹਿਣ ਲੱਗਾ, ਨਹੀਂ, ਇਹ ਗਲਤੀਆਂ ਨਹੀਂ ਹੋਈਆਂ, ਇਹ ਮੇਰੀ ਪ੍ਰੈਕਟੀਕਲ ਹੈ, ਔਰ ਮੈਂ ਕਹਿ ਰਿਹਾ ਹਾਂ ਕਿ ਇਸ ਤਰੀਕੇ ਦੇ ਨਾਲ ਬਲਬ ਨਹੀਂ ਜਗਦਾ, ਮੈਂ ਉਹ ਤਰੀਕਾ ਲੱਭ ਕੇ ਰਹਾਂਗਾ। ਔਰ ਵਾਸਤਵ ਦੇ ਅੰਦਰ ਉਹਨੇ ਲੱਭ ਲਿਆ ਨਾ। ਤਾਂ ਉਹਦਾ ਸਹਾਇਕ ਕੌਣ ਬਣਿਆ? ਸਿਸਟਮ। ਜਦੋਂ ਸਿਸਟਮ ਦਾ ਪਤਾ ਲੱਗ ਗਿਆ ਤੇ ਬਲਬ ਦੀ ਖੋਜ ਹੋ ਗਈ, ਹਵਾਈ ਜਹਾਜ਼ ਦੀ ਖੋਜ ਹੋ ਗਈ। ਸਿਸਟਮ ਤੋਂ ਉਲਟ ਨਹੀਂ ਨਾ ਇਹਨਾਂ ਚੀਜ਼ਾਂ ਤੋਂ ਕੁਛ ਵੀ। ਜੇ ਅਸੀਂ ਬੋਲ ਰਹੇ ਹਾਂ ਤੇ ਸਿਸਟਮ ਵਿੱਚ ਹੈ, ਸੁਣ ਰਹੇ ਹਾਂ ਸਿਸਟਮ ਵਿੱਚ ਹੈ, ਖਾ ਰਹੇ ਹਾਂ ਸਿਸਟਮ ਵਿੱਚ ਹੈ। ਸਿਸਟਮ ਤੋਂ ਬਾਹਰ ਤੇ ਕੁਛ ਵੀ ਨਹੀਂ ਨਾ। ਤੇ ਜਿਹਦਾ ਰੱਬ ਸਹਾਇਕ ਬਣ ਜਾਏ, ਜੋ ਰੱਬੀ ਰਜ਼ਾ ਦੇ ਅੰਦਰ ਤੁਰੇ, ਉਹਨੂੰ ਪਰਵਾਹ ਕਾਹਦੀ? ਉਹਨੂੰ ਵਰਤਾਂ ਨਰਾਤਿਆਂ ਦੀ ਲੋੜ ਥੋੜਾ, ਕਰਮਕਾਂਡਾਂ ਦੀ ਲੋੜ ਥੋੜਾ, ਕਿਉਂਕਿ ਸ੍ਰਿਸ਼ਟੀ ਨੂੰ ਸਿਰਜਣ ਵਾਲਾ ਉਹਦਾ ਸਹਾਇਕ ਹੈ, ਉਹਦੇ ਗੁਣ ਸਹਾਇਕ ਨੇ। ਜਦੋਂ ਕਿਤੇ ਈਰਖਾ ਪੈਦਾ ਹੁੰਦੀ ਹੈ ਤਾਂ ਅੰਦਰੋਂ ਆਵਾਜ਼ ਆਉਂਦੀ ਹੈ, ਬਾਦ ਵਿਵਾਦ ਕਾਹੂ ਸੇ ਨਾ ਕੀਜੇ। ਹੁਣ ਇਹੋ ਜਿਹੇ ਬੰਦੇ ਨੂੰ ਕਿਹਦੀ ਪਰਵਾਹ ਹੈ? ਭਗਤ ਪੂਰਨ ਸਿੰਘ ਵਰਗੇ ਬੰਦੇ ਨੂੰ ਕਿਹਦੀ ਪਰਵਾਹ ਹੈ? ਯਾਨੀ ਕਹਿਣ ਦਾ ਮਤਲਬ ਬੇਪਰਵਾਹੀ ਵਾਲੀ ਜ਼ਿੰਦਗੀ ਜੀਂਦੇ ਨੇ। ਭਗਤ ਕਬੀਰ ਜੀ ਨੂੰ ਕਿਹਦੀ ਪਰਵਾਹ ਹੈ? ਹੁਣ ਭਗਤ ਕਬੀਰ ਜੀ ਕਹਿੰਦੇ ਨੇ ਨਾ, ਮਨ ਮਾਨੈ ਲੋਗ ਨਾ ਭਤੀਜੇ, ਕਿ ਮੇਰਾ ਮਨ ਤੇ ਮੰਨ ਗਿਆ, ਮੈਂ ਤਾਂ ਕਰਮਕਾਂਡ ਬਿਲਕੁਲ ਨਹੀਂ ਕਰਦਾ। ਨਾ ਮੈਨੂੰ ਮੱਸਿਆ ਦੀ ਲੋੜ, ਨਾ ਮੈਨੂੰ ਸਗਰਾਨ ਦੀ ਲੋੜ, ਨਾ ਤੀਰਥਾਂ ਦੀ, ਨਾ ਬਾਬਿਆਂ ਦੀ, ਨਾ ਵਰਤਾਂ ਦੀ, ਨਾ ਸਰਾਧਾਂ ਦੀ, ਨਾ ਮੜੀਆਂ ਦੀ, ਨਾ ਮਸਾਣਾਂ ਦੀ। ਮੈਨੂੰ ਆ ਭੋਗ ਭੂਗ ਲਵਾਉਣ ਦੀ ਲੋੜ ਨਹੀਂ ਹੈ, ਮੇਰਾ ਮਨ ਤੇ ਮੰਨ ਗਿਆ। ਪਰ ਗੁਰੂ ਜੀ ਕਹਿੰਦੇ ਨੇ, ਮਨ ਮਾਨੈ ਲੋਗ ਨਾ ਭਤੀਜੇ। ਲੋਕਾਂ ਦੀ ਨਹੀਂ ਤਸੱਲੀ ਹੁੰਦੀ, ਉਹ ਕਹਿੰਦੇ ਵੀ ਭੋਗ ਜ਼ਰੂਰ ਲਵਾਉਣਾ ਹੈ। ਲੋਕਾਂ ਦੀ ਨਹੀਂ ਤਸੱਲੀ ਹੁੰਦੀ।
ਲੋਕ ਮੈਨੂੰ ਕਹਿੰਦੇ ਨੇ ਤੀਰਥਾਂ ਤੇ ਕਿਉਂ ਨਹੀਂ ਜਾਂਦਾ, ਤੂੰ ਵਰਤ ਕਿਉਂ ਨਹੀਂ ਰੱਖਦਾ, ਸਾਰੇ ਕਰਦੇ ਨੇ ਤੂੰ ਕਿਉਂ ਨਹੀਂ ਕਰਦਾ। ਲੋਕ ਨਹੀਂ ਖੁਸ਼ ਹੁੰਦੇ, ਰੱਬ ਤੇ ਹਰ ਟਾਈਮ ਖੁਸ਼ ਹੀ। ਦੇਖੋ ਅਸੀਂ ਕਹਿੰਦੇ ਆ ਵੀ ਰੱਬ ਨਾਰਾਜ਼ ਹੋ ਜਾਏਗਾ, ਬੰਦਾ ਪੁੱਛੇ ਵੀ ਯਾਰ ਉਹ ਕਿਹੋ ਜਿਹਾ ਰੱਬ ਹੋਇਆ ਜਿਹੜਾ ਨਾਰਾਜ਼ ਵੀ ਹੋ ਜਾਂਦਾ। ਅਸੀਂ ਕਾਹਦੇ ਵਾਸਤੇ ਕਰ ਰਹੇ ਹਾਂ? ਰੱਬ ਨੂੰ ਖੁਸ਼ ਕਰਨ ਲਈ। ਇਹਦਾ ਮਤਲਬ ਰੱਬ ਨਾਰਾਜ਼ ਹੋਇਆ ਹੈ। ਤੇ ਜਿਹਨੂੰ ਅਸੀਂ ਖੁਸ਼ ਕਰਨਾ ਚਾਹੀਏ, ਮਨਾਉਣਾ ਚਾਹੀਏ, ਉਹ ਮੰਨਦਾ ਹੀ ਨਹੀਂ। ਸੰਗਰਾਂਦ ਮਨਾਉਂਦੇ ਆ ਨਾ ਅਸੀਂ, ਹਰ ਮਹੀਨੇ ਮਨਾਉਂਦੇ ਆ ਤੇ ਕਹਿੰਦੇ ਆ ਸ਼ੁਭ ਦਿਹਾੜਾ। 29 ਦਿਨ ਬੇਸਗਣੇ ਜਾਂਦੇ ਨੇ, 30ਵਾਂ ਦਿਨ ਸ਼ੁਭ ਦਿਹਾੜਾ ਆਉਂਦਾ ਹੈ, ਫਿਰ ਉਹਨੂੰ ਅਸੀਂ ਮਨਾਉਂਦੇ ਆ ਤਾਂ ਫਿਰ ਰੁੱਸ ਜਾਂਦੀ ਹੈ। ਅਗਲੇ ਮਹੀਨੇ ਫਿਰ ਮਨਾਓ, ਅਗਲੇ ਮਹੀਨੇ ਫਿਰ ਮਨਾਓ। ਉਹ ਇੱਕ ਬੰਦੇ ਨੇ ਪੁੱਛਿਆ ਸੀ, ਆਂਦਾ ਵੀ ਸਭ ਤੋਂ ਵੱਡਾ ਤਿਉਹਾਰ ਕਿਹੜਾ ਹੈ? ਸਭ ਤੋਂ ਵੱਡਾ ਤਿਉਹਾਰ ਆਂਦਾ ਸਭ ਤੋਂ ਵੱਡਾ ਤਿਉਹਾਰ ਮੇਰੀ ਘਰ ਵਾਲੀ। ਆਂਦਾ ਕਿਉਂ? ਆਂਦਾ ਦਿਨ ਦੇ ਵਿੱਚ 3-4 ਵਾਰ ਮਨਾਣੀ ਪੈਂਦੀ ਹੈ, ਸਾਰਾ ਦਿਨ ਰੁੱਸੀ ਰਹਿੰਦੀ। ਐਵੇਂ ਸਾਡੀਆਂ ਸਗਰਾਂਦਾਂ ਨੇ, ਐਵੇਂ ਸਾਡੀਆਂ ਮੱਸਿਆ ਨੇ, ਮਨਾਉਂਦੇ ਆ ਫਿਰ ਰੁੱਸ ਜਾਂਦੀਆਂ ਨੇ। ਮੰਨੀਆਂ ਨੇ ਤੇ ਦੱਸੋ। ਤਾਂ ਗੁਰੂ ਜੀ ਕਹਿੰਦੇ ਨੇ ਉਹਨੂੰ ਪਰਵਾਹ ਹੀ ਨਹੀਂ, ਤਾਂ ਕੋ ਕਹਾ ਪਰਵਾਹ ਕਾਹੂ ਕਿ ਜਿਹ ਗੋਪਾਲ ਸਹਾਏ। ਬਰਸੈ ਮੇਘ ਸਖੀ ਘਰ ਪਾਹੁਨ ਆਏ। ਪਾਹੁਨ ਆਏ, ਇੱਥੇ ਪਾਹੁਨ ਆਏ ਬਹੁਵਚਨੀ ਨਹੀਂ ਹੈ, ਹੈ ਸਿੰਗੂਲਰ, ਲੇਕਿਨ ਸਤਕਾਰ ਵਜੋਂ ਬੋਲਿਆ ਜਾ ਰਿਹਾ। ਜਿਵੇਂ ਮੈਂ ਕਹਿੰਦਾ ਨਾ ਭਾਜੀ ਤੂੰ ਮੈਨੂੰ ਪਾਣੀ ਦੇ, ਹੁਣ ਤੂੰ ਸ਼ਬਦ ਭੈੜਾ ਲੱਗਦਾ ਹੈ ਤੇ ਅਸੀਂ ਤੁਸੀਂ ਕਹਿ ਦਿੰਦੇ ਹਾਂ ਤੁਸੀਂ ਮੈਨੂੰ ਪਾਣੀ ਦਿਓ। ਤੁਸੀਂ ਹੈ ਸਿੰਗੂਲਰ ਪਰ ਸਤਕਾਰ ਵਾਸਤੇ ਤੁਸੀਂ ਕਹਿ ਦਿੰਦੇ। ਇੱਥੇ ਪਾਹੁਨ ਸ਼ਬਦ ਬਹੁਵਚਨੀ ਨਹੀਂ ਹੈ, ਸਤਕਾਰ ਵਾਸਤੇ। ਪਾਹੁਨ ਆਏ ਦਾ ਮਤਲਬ ਘਰ ਪ੍ਰਾਹੁਣੇ ਆਏ ਨੇ, ਪ੍ਰਾਹੁਣਾ ਆਇਆ ਹੈ। ਬਰਸੈ ਮੇਘ ਸਖੀ ਦਾ ਮਤਲਬ ਹੈ ਸਤਸੰਗੀ ਭੈਣੇ, ਹੈ ਮੇਰੀਏ ਜਿੰਦੇ, ਮੇਰੇ ਹਿਰਦੇ ਘਰ ਦੇ ਅੰਦਰ ਬਰਸਾਤ ਹੋ ਰਹੀ ਹੈ, ਬੱਦਲ ਬਰਸ ਰਹੇ ਨੇ, ਕਿਉਂਕਿ ਘਰ ਪਾਹੁਨ ਆਏ, ਘਰ ਮੇਰਾ ਪ੍ਰਾਹੁਣਾ ਆ ਗਿਆ ਹੈ। ਹੁਣ ਉਹ ਪ੍ਰਾਹੁਣਾ ਕਿਹੜਾ ਹੈ? ਜੇ ਅੱਖਰੀ ਅਰਥ ਕਰੋਗੇ ਤੇ ਪ੍ਰਾਹੁਣਾ, ਇੱਥੇ ਪ੍ਰਾਹੁਣਾ ਹੈ ਰੱਬ, ਰੱਬ ਦੇ ਗੁਣ, ਰੱਬ ਦਾ ਅਹਿਸਾਸ, ਰੱਬ ਦੀ ਹੋਂਦ। ਤੇ ਬੱਦਲ ਕਿਹੜੇ ਬਰਸ ਰਹੇ ਨੇ? ਅੰਦਰ ਥੋੜੀ ਬੱਦਲ ਵੜੇ ਨੇ, ਉਹਦੀ ਕਿਰਪਾ ਦੀ ਬਰਸਾਤ ਹੋ ਰਹੀ ਹੈ। ਮੀਨਸ ਖੁਸ਼ੀਆਂ ਬਰਸ ਰਹੀਆਂ ਨੇ, ਖੁਸ਼ੀਆਂ ਬਰਸ ਰਹੀਆਂ ਨੇ ਅੰਦਰ। ਇਹਦਾ ਭਾਵ ਅਰਥ ਲਵਾਂਗੇ ਨਾ ਕਿ ਹੇ ਮੇਰੀ ਸਖੀਏ, ਸਤਸੰਗੀ ਭੈਣੇ, ਮੇਰੇ ਹਿਰਦੇ ਵਿੱਚ, ਮੇਰੀ ਮੈਂਟੈਲਿਟੀ ਦੇ ਅੰਦਰ, ਮੇਰੀ ਸੋਚ ਦੇ ਅੰਦਰ ਰੱਬੀ ਗੁਣ ਆ ਗਏ ਨੇ। ਅੰਦਰ ਬਰਸਾਤ ਹੋ ਰਹੀ ਹੈ, ਖੁਸ਼ੀਆਂ ਦੀ ਝੜੀ ਲੱਗੀ ਹੈ, ਖੁਸ਼ੀ ਮੂਸਲਾਧਾਰ ਖੁਸ਼ੀਆਂ ਬਰਸ ਰਹੀਆਂ ਨੇ। ਮੋਹਿ ਦੀਨ ਕਿਰਪਾ ਨਿਧ ਠਾਕੁਰ ਨਵਨਿਧ ਨਾਮ ਸਮਾਏ। ਇੱਥੇ ਨਾਮ ਦੇ ਮੰਮੇ ਨਾਲ ਸਿਹਾਰੀ ਹੈ, ਨਾਮ ਵਿੱਚ। ਮੋਹਿ ਦੀਨ, ਮੋਹਿ ਦਾ ਮਤਲਬ ਮੈਂ, ਦੀਨ ਦਾ ਮਤਲਬ ਗਰੀਬ ਨਿਮਾਣਾ। ਮੇਰੀ ਕੀ ਪਾਇਆ ਹੈ ਇਸ ਦੁਨੀਆ ਵਿੱਚ? ਮੈਂ ਤੇ ਕੁਛ ਵੀ ਨਹੀਂ। ਇਸ ਬ੍ਰਹਿਮੰਡ ਅੱਗੇ, ਰੱਬ ਅੱਗੇ ਮੇਰੀ ਕੀ ਪਾਇਆ? ਕੋਈ ਹੈ ਪਾਇਆ? ਮੈਂ ਤੇ ਕਰੇਤ ਦੇ ਕਿਣਕੇ ਬਰਾਬਰ ਵੀ ਨਹੀਂ। ਮੋਹਿ ਦੀਨ, ਮੈਂ ਨਿਮਾਣਾ ਹਾਂ। ਕਿਰਪਾ ਨਿਧ ਠਾਕੁਰ, ਨਿਧ ਦਾ ਮਤਲਬ ਖਜ਼ਾਨਾ, ਰੱਬ ਕਿਰਪਾ ਦਾ ਖਜ਼ਾਨਾ ਹੈ। ਨਵਨਿਧ ਨਾਮ ਸਮਾਏ, ਮੈਂ ਉਸ ਨਵਨਿਧ ਨਾਮ ਦੇ ਅੰਦਰ ਸਮਾ ਗਿਆ ਹਾਂ। ਉਹ ਮੇਰੇ ਵਿੱਚ ਨਹੀਂ ਸਮਾਇਆ, ਮੈਂ ਉਹਦੇ ਵਿੱਚ ਸਮਾ ਗਿਆ ਹਾਂ। ਮੈਂ ਆਪਣੀ ਸੋਚ ਨੂੰ ਉਸ ਸੋਚ ਅੰਦਰ ਲੀਨ ਕਰ ਦਿੱਤਾ ਹੈ। ਮੈਂ ਆਪਣੀ ਸੋਚ ਨੂੰ ਰੱਬੀ ਗੁਣਾਂ ਵਿੱਚ ਲੀਨ ਕਰ ਦਿੱਤਾ ਹੈ। ਤੇ ਜਦੋਂ ਰੱਬੀ ਗੁਣਾਂ ਦੇ ਵਿੱਚ ਲੀਨ ਕੀਤਾ ਨਾ, ਤੇ ਫਿਰ ਕੀ ਹੋਇਆ? ਅਨੇਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਬਿੰਜਨ ਮਿਸ਼ਟਾਏ। ਜਿਵੇਂ ਦੁਨਿਆਵੀ ਤੌਰ ਤੇ ਬੜੇ ਮਿੱਠੇ ਮਿੱਠੇ ਭੋਜਨ ਬਣੇ ਹੋਣ। ਅਨੇਕ ਪ੍ਰਕਾਰ ਦਾ ਮਤਲਬ ਕਈ ਕਿਸਮ ਦੇ। ਜਦੋਂ ਕਿਤੇ ਵਿਆਹ ਸ਼ਾਦੀ ਤੇ ਜਾਈਏ ਤੇ ਕਈ ਦਾ ਨਾ ਵੀ ਅੱਜ ਤੇ ਮਜ਼ਾ ਆ ਗਿਆ, ਬੜੇ ਬਈ ਉੱਥੇ ਲੰਗਰ ਪਾਣੀ ਛਕਿਆ। ਜਾਂ ਇੱਥੇ ਕਿਤੇ ਆਪਣੇ ਤੁਸੀਂ ਰੈਸਟੋਰੈਂਟ ਤੇ ਹੋਟਲ ਤੇ ਜਾਂਦੇ ਹੋ ਵੀ ਅੱਜ ਆਨੰਦ ਆਇਆ, ਬੜੇ ਭੋਜਨ, ਯਾਨੀ ਖੁਸ਼ੀ ਹੁੰਦੀ ਹੈ ਨਾ। ਤਾਂ ਗੁਰੂ ਜੀ ਕਹਿੰਦੇ ਨੇ ਜਿਵੇਂ ਬਾਹਰੀ ਤੌਰ ਤੇ ਬਹੁਤ ਮਿੱਠੇ ਸਵਾਦਲੇ ਭੋਜਨ ਖਾ ਕੇ ਖੁਸ਼ੀ ਹੁੰਦੀ ਹੈ, ਉਵੇਂ ਖੁਸ਼ੀ ਹੋਈ ਜਦੋਂ ਮੈਂ ਨਾਮ ਦੇ ਅੰਦਰ ਸਮਾ ਗਿਆ। ਜਦੋਂ ਮੈਂ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਗੁਣਾਂ ਨੂੰ ਚੱਖਿਆ ਨਾ, ਇਹ ਨੇ ਮਿੱਠੇ ਭੋਜਨ। ਜਿਵੇਂ ਪਾਵਨ ਬਾਣੀ ਦੇ ਅੰਦਰ ਇੱਕ ਸ਼ਬਦ ਹੈ ਨਾ, ਸਭ ਰਸ ਮਿੱਠੇ ਮੰਨਿਆ, ਸੁਣੀਏ ਸਾਲੋਣੇ, ਖਟ ਤੁਰਸੀ ਮੁਖ ਬੋਲਣਾ, ਮਾਰਨ ਨਾਦ ਕੀਏ। ਸਭ ਰਸ ਮਿੱਠੇ ਮੰਨੇ ਦਾ ਮਤਲਬ ਹੁਕਮ ਨੂੰ ਮੰਨਣਾ ਹੀ ਸਾਰੇ ਮਿੱਠੇ ਰਸ ਨੇ, ਮਿੱਠੇ ਭੋਜਨ ਨੇ। ਤਾਂ ਇੱਥੇ ਉਸ ਗੱਲ ਦੀ ਗੱਲ ਹੈ ਕਿ ਜਦੋਂ ਪ੍ਰਭੂ ਦੇ ਹੁਕਮ ਨੂੰ ਮੰਨਿਆ ਤਾਂ ਬਹੁਤ ਸਵਾਦ ਮੇਰੀ ਜ਼ਿੰਦਗੀ ਵਿੱਚ ਰਸ ਪੈਦਾ ਹੋ ਗਿਆ, ਆਨੰਦ ਬਣ ਗਿਆ। ਕਰੀ ਪਾਕਸਾਲ ਸੋਚ ਪਵਿੱਤਰਾ। ਇੱਥੇ ਪਾਕਸਾਲ ਦਾ ਮਤਲਬ ਹੈਗਾ ਰਸੋਈ। ਮੇਰੀ ਸੋਚ, ਮੇਰੀ ਮੈਂਟੈਲਿਟੀ, ਉਹਨਾਂ ਗੁਣਾਂ ਕਰਕੇ ਮੇਰੀ ਪਾਕਸਾਲ ਸੋਚ ਪਵਿੱਤਰ ਹੋ ਗਈ।
ਹੁਣ ਲਾਵੋ ਭੋਗ ਹਰ ਰਾਏ। ਲਾਵੋ ਭੋਗ ਦਾ ਮਤਲਬ ਇੱਥੇ ਪ੍ਰਵਾਨ ਕਰੋ ਕਿ हे ਪ੍ਰਭੂ ਜੀ, ਹੁਣ ਮੈਨੂੰ ਪ੍ਰਵਾਨ ਕਰ ਲਓ, ਆਪਣੇ ਦਰ ਤੇ ਪ੍ਰਵਾਨ ਕਰ ਲਓ, ਮੈਨੂੰ ਆਪਣੇ ਚਰਨਾਂ ਵਿੱਚ ਲਾਈ ਰੱਖੋ। ਭੋਗ ਦਾ ਮਤਲਬ ਇਹ ਨਹੀਂ ਵੀ ਰੱਬ ਨੇ ਆਣ ਕੇ ਤੁਹਾਡੇ ਪਦਾਰਥ ਖਾਣੇ ਨੇ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ, ਕਿ हे ਹਰੀ ਰਾਏ, ਮੇਰੀ ਇਸ ਸੋਚ ਨੂੰ ਪ੍ਰਵਾਨ ਕਰੋ, ਮੈਨੂੰ ਪ੍ਰਵਾਨ ਕਰੋ, ਮੈਂ ਆਪ ਦੀ ਸ਼ਰਨ ਵਿੱਚ ਆਇਆ ਹਾਂ। ਤੇ ਇਹਦੇ ਨਾਲ ਹੁਣ ਹੋਇਆ ਕਿ ਦੁਸ਼ਟ ਬਿਦਾਰੇ ਸਾਜਨ ਰਹਿਸੇ। ਦੁਸ਼ਟ ਬਿਦਾਰੇ ਦਾ ਮਤਲਬ ਇਹ ਸੀ ਕਿ ਸਰੀਰ ਘਰਾਂ ਤੋਂ, ਮੰਦਰਾਂ ਤੋਂ ਜਦੋਂ ਪ੍ਰਭੂ ਅਪਣਾਉਂਦਾ ਹੈ ਨਾ, ਇਹ ਮੰਦਰ ਘਰ ਅਪਣਾਏ। ਅਪਣਾਏ ਦਾ ਮਤਲਬ ਅਪਣਾ ਲੈਂਦਾ। ਜਿਹਨੂੰ ਉੱਤੇ ਪਾਕਸਾਲ ਕਹਿ ਰਹੇ ਸੀ, ਉਹਨੂੰ ਹੁਣ ਮੰਦਰ ਘਰ ਕਹਿ ਰਹੇ ਨੇ। ਦੋਵਾਂ ਪੰਕਤੀਆਂ ਨੂੰ ਤਾਲਮੇਲ ਬਿਠਾਓਗੇ ਨਾ, ਫਿਰ ਇਹ ਚੀਜ਼ ਸਮਝ ਆ ਜਾਏਗੀ। ਉੱਤੇ ਪੰਕਤੀ ਵਿੱਚ ਜਿਹਨੂੰ ਪਾਕਸਾਲ ਕਿਹਾ ਹੈ, ਉਹਨੂੰ ਹੁਣ ਮੰਦਰ ਘਰ ਕਹਿ ਰਹੇ ਨੇ। ਅਪਣਾਏ ਦਾ ਮਤਲਬ ਅਪਣਾ ਲੈ। ਜਿਸ ਹਿਰਦੇ ਘਰ ਦੇ ਅੰਦਰ ਰੱਬ ਆਣ ਕੇ ਵਸ ਗਿਆ, ਉਥੇ ਕੀ ਹੋਇਆ? ਦੁਸ਼ਟ ਬਿਦਾਰੇ। ਦੁਸ਼ਟ ਦਾ ਮਤਲਬ ਵੈਰੀ, ਕਾਮ, ਕ੍ਰੋਧ, ਲੋਭ ਆਦਿਕ। ਬਿਦਾਰੇ ਦਾ ਮਤਲਬ ਭੱਜ ਗਏ। ਸਾਜਨ ਰਹੱਸੇ, ਸਾਜਨ ਦਾ ਮਤਲਬ ਸਤ, ਸੰਤੋਖ ਆਦਿਕ। ਇਹਨਾਂ ਦੇ ਅੰਦਰ ਉਛਾਲ ਆ ਗਿਆ, ਇਹ ਖੁਸ਼ ਹੋ ਗਏ। ਸੱਜਣ ਜਿਹੜੇ ਨੇ ਆਪਣੇ ਹਿਰਦੇ ਘਰ ਦੇ ਅੰਦਰ ਪੈਦਾ ਹੋ ਗਏ। ਦੁਸ਼ਟ ਜਿਹੜੇ ਕਾਮ ਆਦਿਕ ਸਨ ਨਿਕਲ ਗਏ। ਜੋ ਗ੍ਰਹਿ ਲਾਲ ਰੰਗੀਓ ਆਇਆ, ਜਿਹਨੂੰ ਉੱਤੇ ਪਾਹੁਨ ਕਹਿ ਰਹੇ ਸਨ, ਉਹਨੂੰ ਲਾਲ ਰੰਗੀਓ ਕਹਿ ਰਹੇ ਨੇ। ਲਾਲ ਦਾ ਮਤਲਬ ਪਿਆਰਾ, ਰੰਗੀਓ ਦਾ ਮਤਲਬ ਰੰਗਦਾਇਕ, ਆਨੰਦਦਾਇਕ। ਜਦੋਂ ਮੇਰੇ ਹਿਰਦੇ ਘਰ ਦੇ ਅੰਦਰ ਮੇਰਾ ਲਾਲ, ਮੇਰਾ ਪਤੀ, ਮੇਰਾ ਪਿਆਰਾ ਰੱਬ ਦੇ ਗੁਣ ਆ ਗਏ, ਤਾਂ ਮੈਂ ਸਭ ਸੁਖ ਪਾਏ, ਤਾਂ ਮੈਂ ਸਾਰੇ ਸੁਖ ਪਾ ਲਏ। ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਹਾਰਕ ਤੌਰ ਤੇ ਮੈਂ ਬਿਲਕੁਲ ਸੁਖੀ ਔਰ ਸ਼ਾਂਤ ਹੋ ਗਿਆ। ਤੇ ਇਹ ਚੀਜ਼ ਮਿਲੀ ਕਿੱਥੋਂ? ਸੰਤ ਸਭਾ ਓਟ ਗੁਰ ਪੂਰੇ, ਤੁਰ ਮਸਤਕ ਲੇਖ ਲਿਖਾਏ। ਸੰਤ ਸਭਾ ਦਾ ਮਤਲਬ ਸਤਸੰਗਤ, ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਗੁਰੂ ਦੀ ਗੱਲ ਕਰਨੀ ਸਤਸੰਗਤ ਹੈ। ਹੁਣ ਆਨਲਾਈਨ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਸੱਚ ਦੀ ਗੱਲ ਹੈ, ਸਤਸੰਗਤ ਹੈ। ਜੇ ਤੁਸੀਂ ਘਰ ਪਤੀ ਪਤਨੀ ਜਾਂ ਬੱਚੇ ਬੈਠ ਕੇ ਗੁਰੂ ਦੀ ਗੱਲ ਕਰਦੇ ਹੋ ਤੇ ਸਤਸੰਗਤ ਹੈ। ਜਦੋਂ ਤੁਹਾਡੀ ਸੁਰਤ ਸੱਚ ਦੇ ਨਾਲ ਜੁੜੀ ਹੁੰਦੀ ਹੈ ਤਾਂ ਸਤਸੰਗਤ ਹੈ, ਸੱਚੀ ਗੱਲ ਕਰਨੀ। ਤਾਂ ਗੁਰੂ ਜੀ ਕਹਿੰਦੇ ਨੇ, ਸੰਤ ਸਭਾ ਓਟ ਗੁਰ ਪੂਰੇ, ਜਿਨ੍ਹਾਂ ਨੇ ਸਤਸੰਗਤ ਵਿੱਚ ਜਾ ਕੇ ਪੂਰੇ ਗੁਰੂ ਦੀ ਓਟ ਲਈ। ਤੇ ਕਿਹਨਾਂ ਨੇ ਲਈ? ਤੁਰਮਸਤਕ ਲੇਖ ਲਿਖਾਏ। ਜਿਨ੍ਹਾਂ ਨੇ ਗੁਰੂ ਦੀ ਓਟ ਲਈ, ਤੁਰਮਸਤਕ ਲੇਖ ਲਿਖਾਏ, ਉਹਨਾਂ ਦੇ ਮਸਤਕ ਤੇ ਸ਼ੁਭ ਲੇਖ ਲਿਖੇ ਗਏ, ਲਿਖਾ ਲਏ ਉਹਨਾਂ ਨੇ। ਹੁਣ ਸ਼ੁਭ ਲੇਖ ਕਿਹੜੇ ਨੇ? ਸੰਗਤ ਵਿੱਚ ਜਾਣਾ, ਇਹ ਲੇਖ ਹੈ ਨਾ ਇੱਕ। ਹੁਣ ਜਿਹੜਾ ਅਸੀਂ ਲਿਖ ਰਹੇ ਹਾਂ, ਇਹ ਲੇਖ ਲਿਖ ਰਹੇ ਹਾਂ। ਸਿਸਟਮ ਦੇ ਅੰਦਰ ਇਹ ਚੀਜ਼ਾਂ ਲਿਖੀਆਂ ਜਾ ਰਹੀਆਂ ਨੇ। ਤੇ ਕਿਸੇ ਨੇ ਇਹ ਲਿਖਾ ਲਈਆਂ ਨੇ ਵੀ ਰੱਬ ਨੂੰ ਭੋਗ ਹੀ ਲਵਾਉਣਾ, ਉਹਦੇ ਅੰਦਰ ਉਹ ਲਿਖਿਆ ਗਿਆ, ਕਿਉਂਕਿ ਉਹਨੇ ਵਿਚਾਰ ਬਣਾ ਲਈ ਹੈ ਨਾ। ਜੈਸਾ ਨੈਗੇਟਿਵ ਪੋਜ਼ਿਟਿਵ ਕੋਈ ਸੋਚ ਲੈਂਦਾ ਹੈ, ਜੋ ਗੱਲਾਂ ਅਸੀਂ ਬਾਰ-ਬਾਰ ਕਰਦੇ ਹਾਂ, ਉਹ ਸਾਡੇ ਵਿਚਾਰ ਬਣੀ ਜਾਂਦੇ ਨੇ। ਆਖਿਰ ਉਹ ਸਾਡਾ ਪੱਕਾ ਸੁਭਾਅ, ਪੱਕੀ ਆਦਤ ਬਣ ਜਾਂਦੀ ਹੈ। ਉਹਦੇ ਮੁਤਾਬਕ ਬੰਦਾ ਜ਼ਿੰਦਗੀ ਜੀਵੀ ਜਾਂਦਾ। ਤਾਂ ਇਹ ਤੇ ਧੁਰ ਤੋਂ ਹੀ ਗੱਲ ਚਲੀ ਆਉਂਦੀ ਹੈ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਤਾਂ ਜਿਹੜੇ ਗੁਰੂ ਦੀ ਸ਼ਰਨ ਵਿੱਚ ਗਏ, ਸਤਸੰਗ ਗਏ, ਉਹਨਾਂ ਨੇ ਆਪਣੇ ਮਸਤਕ ਤੇ ਸ਼ੁਭ ਲੇਖ ਲਿਖਾ ਲਏ, ਭਾਵ ਉਹਨਾਂ ਦਾ ਸੁਭਾਅ ਚੰਗਾ ਹੋ ਗਿਆ। ਜਨ ਨਾਨਕ ਕੰਤ ਰੰਗੀਲਾ ਪਾਇਆ, ਫਿਰ ਦੁੱਖ ਨਾ ਲਾਗੇ ਆਏ। ਜਿਨ੍ਹਾਂ ਨੇ ਉਸ ਰੰਗਦਾਇਕ, ਆਨੰਦਦਾਇਕ ਪ੍ਰਭੂ ਨੂੰ ਪਾ ਲਿਆ, ਫਿਰ ਉਹਨਾਂ ਨੂੰ ਕਦੇ ਦੁੱਖ ਨਹੀਂ ਲੱਗਦਾ। ਫਿਰ ਉਹਨਾਂ ਨੂੰ ਕਦੇ ਦੁੱਖ ਨਹੀਂ ਲੱਗਦਾ। ਦੇਖੋ, ਦੁੱਖ ਕਾਹਦੇ ਨੇ? ਦੁੱਖ ਨੇ ਸਾਡੇ ਵਿਕਾਰਾਂ ਦੇ, ਪਾਪਾਂ ਦੇ, ਅਪਰਾਧਾਂ ਦੇ। ਤੇ ਸੁੱਖ ਨੇ ਗੁਣਾ ਕਰਕੇ, ਸੱਚ ਹੈ, ਸੰਤੋਖ ਹੈ, ਪਿਆਰ ਮੁਹੱਬਤ ਦੇ ਨਾਲ ਰਹੋ ਤੇ ਸੁੱਖ ਬਣਿਆ। ਜਿਵੇਂ ਹੁਣ ਅਸੀਂ ਕਲਾਸ ਵਿੱਚ ਆ, ਪਿਆਰ ਮੁਹੱਬਤ ਨਾਲ ਗੱਲਬਾਤ ਕਰ ਰਹੇ ਹਾਂ ਤੇ ਆਨੰਦ ਬਣਿਆ ਨਾ। ਤੇ ਜੇ ਹੁਣੇ ਅਸੀਂ ਇੱਕ ਦੂਜੇ ਨੂੰ ਮੰਦਾ ਬੋਲਣ ਲੱਗ ਜਾ, ਵੀ ਇਹ ਰੌਲਾ ਪੈ ਜਾਏ, ਕਿਸੇ ਦੀ ਕਿਸੇ ਨੇ ਨਹੀਂ ਸੁਣਨੀ। ਤਾਂ ਇਹ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਕਿਵੇਂ ਰਹਿਣਾ ਹੈ ਸਮਾਜ ਵਿੱਚ, ਪਰਿਵਾਰ ਵਿੱਚ। ਤਾਂ ਜਿਹੜਾ ਰੱਬ ਨੂੰ ਪਾ ਲੈਂਦਾ ਹੈ, ਰੱਬੀ ਗੁਣਾਂ ਨੂੰ ਪਾ ਲੈਂਦਾ ਹੈ, ਜਿਸ ਦੀ ਮੈਂਟੈਲਿਟੀ ਦੇ ਅੰਦਰ ਰੱਬ ਦੇ ਗੁਣ ਆ ਜਾਂਦੇ ਨੇ, ਉਹ ਬੰਦਾ ਸੁੱਖ ਪਾ ਲੈਂਦਾ। ਰੱਬ ਤੇ ਹਰ ਥਾਂ ਹੈ ਹੀ, ਰੱਬ ਦੇ ਆਉਣ ਦਾ ਮਤਲਬ ਰੱਬੀ ਗੁਣ ਆ ਜਾਂਦੇ ਨੇ। ਤਾਂ ਇਹਨਾਂ ਦੋਵਾਂ ਹੀ ਸ਼ਬਦਾਂ ਦੇ ਅੰਦਰ ਜੋ ਸਾਨੂੰ ਭੁਲੇਖਾ ਪੈਂਦਾ ਨਾ, ਉਹ ਸਿਰਫ ਤਾਂ ਹੈ ਕਿ ਅਸੀਂ ਪਾਵਨ ਬਾਣੀ ਨੂੰ ਇਸ ਐਂਗਲ ਤੋਂ ਪਿਆਰ ਦੇ ਨਾਲ ਵਿਚਾਰਨ ਦਾ ਯਤਨ ਨਹੀਂ ਕੀਤਾ ਹੈ। ਤਾਂ ਮੈਂ ਅੱਜ ਫਿਰ ਇਹ ਬੇਨਤੀ ਕਰਦਿਆਂ ਕਿ ਦੋ ਪੰਕਤੀਆਂ ਰਾਹੀਂ ਸਾਡੇ ਅੰਦਰ ਭੁਲੇਖਾ ਪੈਂਦਾ ਸੀ, ਉਹ ਭੁਲੇਖੇ ਨੂੰ ਦੂਰ ਕਰਨ ਲਈ ਇਹਨਾਂ ਦੋ ਸ਼ਬਦਾਂ ਦੀ ਵਿਚਾਰ ਉਚੇਚੇ ਤੌਰ ਤੇ ਕੀਤੀ ਹੈ। ਕਿਉਂਕਿ ਕੱਲ ਭੋਗਲ ਸਾਹਿਬ ਵੀਰ ਜੀ ਨੇ ਇਹ ਹੁਕਮ ਕੀਤਾ ਸੀ ਕਿ ਇਹ ਸ਼ਬਦ, ਤਾਂ ਮੈਂ ਕਿਹਾ ਚਲੋ ਅੱਜ ਇਹਨਾਂ ਦੋਵਾਂ ਸ਼ਬਦਾਂ ਦੀ ਹੀ ਅਸੀਂ ਵਿਚਾਰ ਕਰ ਲੈਂਦੇ ਹਾਂ। ਤੇ ਹੁਣ ਇਹਨਾਂ ਦੋ ਸ਼ਬਦਾਂ ਦੇ ਅੰਦਰ ਜੋ ਆਪਾਂ ਵਿਚਾਰਿਆ ਹੈ, ਜੇ ਇਹਦੇ ਬਾਰੇ ਕੋਈ ਆਪਣੇ ਵਿਊਜ਼ ਤੁਸੀਂ ਦੇਣਾ ਚਾਹੁੰਦੇ ਹੋ ਜਾਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਤਾਂ ਉਹ ਸਵਾਲ ਪੁੱਛ ਸਕਦੇ ਹੋ, ਆਪਣੇ ਵਿਊਜ਼ ਦੇ ਸਕਦੇ ਹੋ।
ਬਾਕੀ ਜਿਹੜੀ ਆ ਭੋਗ ਵਾਲੀ ਗੱਲ ਚੱਲ ਰਹੀ ਸੀ ਨਾ, ਇਹ ਮੈਂ ਫਿਰ ਦੁਬਾਰਾ ਕਹਿ ਦਿਆਂ, ਮੇਰੀ ਤੁਹਾਡੇ ਨਾਲ ਕੋਈ ਵਿਰੋਧਤਾ ਨਹੀਂ ਹੈ। ਇਹ ਵਿਚਾਰ ਨੇ ਆਪਣੇ ਆਪਣੇ। ਜਿਵੇਂ ਕਿਸੇ ਨੂੰ ਕੋਈ ਚੀਜ਼ ਸਮਝ ਆਉਂਦੀ ਹੈ, ਤਾਂ ਗੁਰਮਤ ਦੇ ਅੰਦਰ ਇਹਨਾਂ ਚੀਜ਼ਾਂ ਦਾ ਸੰਬੰਧ ਨਹੀਂ ਹੈ ਰੱਬ ਦੇ ਨਾਲ, ਕਿ ਰੱਬ ਸਾਡੀ ਖੀਰ ਨਾਲ ਜਾਂ ਕੜਾਹ ਦੇ ਨਾਲ ਖੁਸ਼ ਹੋਏਗਾ, ਜਾਂ ਪਕੌੜਿਆਂ ਨਾਲ ਖੁਸ਼ ਹੋਏਗਾ, ਜਾਂ ਚਾਹ ਦੇ ਨਾਲ ਖੁਸ਼ ਹੋਏਗਾ। ਹੁਣ 2 ਮਿੰਟ ਵਾਸਤੇ ਮੈਂ ਹੀ ਤੁਹਾਡੇ ਘਰ ਆਵਾਂ ਤੇ ਤੁਸੀਂ ਬੜੇ ਪ੍ਰੇਮ ਦੇ ਨਾਲ ਪਕੌੜੇ ਬਣਾ ਕੇ ਮੇਰੇ ਅੱਗੇ ਰੱਖ ਦਿਓ, ਤੇ ਮੈਂ ਕਿਹਾ ਨਹੀਂ ਮੈਂ ਨਹੀਂ ਖਾਣੇ, ਤੁਸੀਂ ਕਹੋ ਨਹੀਂ ਭਾਈ ਜੀ ਤੇ ਖਾਣੇ ਪੈਣੇ ਨੇ, ਤੇ ਪਕੌੜੇ ਖਾ ਕੇ ਮੇਰਾ BP ਹਾਈ ਹੋ ਜਾਏ ਤੇ ਮੇਰੀ ਦਿਮਾਗ ਦੀ ਨਾੜੀ ਫਟ ਜਾਏ, ਤੇ ਜ਼ਿੰਮੇਵਾਰ ਕੌਣ ਹੈ? ਮੈਂ ਕਿ ਤੁਸੀਂ? ਹੁਣ ਜਿਹਨੂੰ ਅਸੀਂ ਭੋਗ ਲਵਾ ਰਹੇ ਹਾਂ ਉਹਦੇ ਤੋਂ ਹੀ ਪੁੱਛ ਲਓ ਨਾ, ਉਹਨੂੰ ਕੀ ਚਾਹੀਦਾ? ਉਹਨੂੰ ਪਕੌੜੇ ਚਾਹੀਦੇ ਨੇ, ਕਿ ਰੱਬ ਪਸੰਦ ਕਰਦਾ ਵੀ ਹੈ ਪਕੌੜੇ ਕਿ ਨਹੀਂ? ਗੁਲਾਬ ਜਾਮਨ, ਰਸਗੁੱਲੇ ਸਾਰਾ ਦਿਨ ਭੋਗ ਲਵਾ ਕੇ ਉਹਦਾ ਕਿੰਨਾ ਕੁ ਬਣੇਗਾ? ਤੇ ਫਿਰ ਇੰਨੇ ਕੁ ਪ੍ਰਸ਼ਾਦ ਦੇ ਨਾਲ ਕੀ ਉਹ ਰੱਜ ਵੀ ਜਾਏਗਾ? ਜਿੱਡਾ ਵੱਡਾ ਰੱਬ ਹੈ, ਤੇ ਕੀ ਉਹ ਸਾਡੇ ਇੰਨੇ ਕੁ ਖੀਰ ਦੇ ਨਾਲ ਰੱਜ ਜਾਏਗਾ, ਜਾਂ ਇੰਨੀ ਖੀਰ ਦੇ ਨਾਲ ਉਹ ਖੁਸ਼ ਹੋ ਜਾਏਗਾ? ਤਾਂ ਇਹ ਸਾਡੇ ਭਰਮ ਭੁਲੇਖੇ ਨੇ, ਕਿਉਂਕਿ ਅਸੀਂ ਸਮਾਜ ਵਿੱਚ ਇਹ ਕੁਝ ਵੇਖ ਰਹੇ ਹਾਂ, ਸਾਨੂੰ ਇਹ ਪ੍ਰਚਾਰਿਆ ਗਿਆ ਹੈ ਸਾਡੇ ਰੇਡੀਓ ਤੇ, TV ਤੇ, ਮਾਂ-ਬਾਪ ਵੱਲੋਂ, ਭੈਣ ਭਰਾਵਾਂ ਵੱਲੋਂ, ਬਹੁਤ ਸਾਰੇ ਪ੍ਰਚਾਰਕਾਂ ਵੱਲੋਂ ਵੀ, ਬਹੁਤੇ ਜਿਹੜੇ ਨੇ ਬਹੁ ਗਿਣਤੀ ਬਹੁਤ ਸਾਰੇ ਲੋਕ ਤੇ ਸੰਤ ਬਾਬੇ ਸਾਰੇ ਹੀ, ਤਾਂ ਉਹਨਾਂ ਗੱਲਾਂ ਕਰਕੇ ਸਾਡੇ ਅੰਦਰ ਇਹ ਚੀਜ਼ਾਂ ਬੈਠ ਗਈਆਂ ਨੇ। ਉਹਨਾਂ ਦੇ ਵਿੱਚੋਂ ਛੁਟਕਾਰਾ ਪਾਣਾ, ਭਵਜਲ ਤੋਂ ਬਾਹਰ ਨਿਕਲਣਾ ਹੀ ਹੈ। ਤੇ ਜਿਹੜਾ ਸਟਰੋਂਗ ਬੰਦਾ ਹੈ, ਜਿਹੜਾ ਆਪਣੇ ਦਿਮਾਗ ਨੂੰ ਯੂਜ਼ ਕਰਦਾ ਹੈ ਗੁਰਮਤ ਅਨੁਸਾਰ, ਉਹ ਬੰਦਾ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲ ਸਕਦਾ ਹੈ। ਤਾਂ ਜ਼ਰੂਰਤ ਹੈ ਕਿ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ ਨੂੰ ਸਮਝਿਆ ਜਾਏ, ਔਰ ਹੌਲੇ-ਹੌਲੇ ਆਪ ਵਿਚਾਰ ਕਰਕੇ ਇਹਨਾਂ ਚੀਜ਼ਾਂ ਤੋਂ ਬਾਹਰ ਆਉਣ ਦੀ ਟਰਾਈ ਕੀਤੀ ਜਾਏ। ਉਹਦੇ ਵਾਸਤੇ ਸਾਡੇ ਕੋਲ ਬੇਸ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੈ। ਗੁਰਬਾਣੀ ਦੇ ਵਿੱਚੋਂ ਪ੍ਰਮਾਣ ਲਿਆ ਜਾਏ, ਸ਼ਬਦਾਂ ਨੂੰ ਸਮਝਿਆ ਜਾਏ, ਜਾਂ ਫਿਰ ਦੂਜੇ ਨੰਬਰ ਦੇ ਉੱਤੇ ਅਸੀਂ ਜੇ ਰਹਿਤ ਮਰਿਆਦਾ ਦੀ ਗੱਲ ਕਰੀਏ ਤਾਂ ਉਹਦਾ ਵੀ ਅਸੀਂ ਸਹਿਯੋਗ ਲੈ ਸਕਦੇ ਹਾਂ। ਮੈਂ ਇੱਥੇ ਖਿਮਾ ਦਾ ਜਾਚਕ ਹਾਂ। ਹੁਣ ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਰਹੇ ਨੇ, ਅਗਲੀ ਕਾਰਵਾਈ ਉਹ ਕਰਨਗੇ। ਅੱਜ ਦੀ ਵਿਚਾਰ ਇਹਨਾਂ 2 ਸ਼ਬਦਾਂ ਦੀ ਆਪ ਨੂੰ ਕੈਸੀ ਲੱਗੀ, ਆਪ ਦੇ ਵਿਊਜ਼, ਔਰ ਜੇ ਤੁਹਾਡਾ ਇਹਨਾਂ ਸ਼ਬਦਾਂ ਬਾਰੇ ਜੋ ਵਿਚਾਰ ਕੀਤੀ ਕੋਈ ਸਵਾਲ ਹੋਵੇ ਤਾਂ ਉਹਨੇ ਸੰਕੋਚ ਪੁੱਛ ਸਕਦੇ ਹੋ। ਜੇ ਤੁਹਾਡੇ ਵਿਚਾਰ ਫਿਰ ਵੀ ਕਿਸੇ ਦੇ ਵੱਖਰੇ ਹੋਣ ਤਾਂ ਉਹਦੇ ਵਿੱਚ ਕੋਈ ਗੱਲ ਨਹੀਂ। ਅਸੀਂ ਸਾਰੀ ਕਲਾਸ ਤੇ ਵੀਰ ਭੈਣਾਂ ਇੱਕ ਪਰਿਵਾਰ ਹਾਂ, ਅਸੀਂ ਭੈਣ ਭਰਾ ਹਾਂ। ਕਿਸੇ ਦੇ ਵੀ ਵਿਚਾਰ ਵੱਖਰੇ ਹੋ ਸਕਦੇ ਨੇ, ਉਹ ਉਹਦੀ ਆਪਣੀ ਮਰਜ਼ੀ ਹੋ ਸਕਦੀ ਹੈ। ਸਭ ਨੂੰ ਆਪਣੇ ਵਿਚਾਰ ਆਜ਼ਾਦ ਰੱਖਣ ਦੀ ਖੁੱਲ੍ਹ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਜੀ ਦਾ। ਤੇ ਅੱਜ ਦੀ ਜਿਹੜੀ ਕਥਾ ਆਨੰਦ ਸਾਹਿਬ ਦੀ ਹੋਣ ਦੀ ਬਜਾਏ ਅੱਜ ਸਾਡੀ ਹੋਈ ਹੈ ਹੋਰ ਸ਼ਬਦਾਂ ਦੀ, ਜਿਹੜਾ ਕਿ ਆਪ ਸਾਰਿਆਂ ਨੇ ਸਰਵਣ ਕਰ ਹੀ ਲਿਆ ਜੀ। ਤੇ ਇਹਦੇ ਬਾਰੇ ਆਪ ਜੀ ਦੇ ਕੀ ਵਿਚਾਰ ਆ, ਇਹ ਬਹੁਤ ਜ਼ਰੂਰੀ ਸੀਗੀ, ਤੇ ਇਸ ਕਰਕੇ ਅਸੀਂ ਸਾਰਿਆਂ ਨੇ ਹੁਣ ਸਰਵਣ ਤਾਂ ਕਰ ਹੀ ਲਈ ਹੈ ਜੀ। ਤੇ ਅਸੀਂ ਤੁਹਾਡੇ ਹੁਣ ਵਿਚਾਰ ਜਾਣਨੇ ਚਾਹਾਂਗੇ ਜੀ। ਤੋ ਕੱਲਾ ਤੁਸੀਂ ਜਿਹਨੇ ਵੀ ਗੱਲ ਕਰਨੀ ਆ, ਅਨਮਿਊਟ ਹੋ ਕੇ ਜ਼ਰੂਰ ਵਿਚਾਰ ਦਿਓ ਆਪਣੇ, ਤਾਂ ਕਿ ਸਾਨੂੰ ਜੇ ਕੋਈ ਸ਼ੱਕ ਹੋਵੇ ਕਿਸੇ ਗੱਲ ਤੇ, ਜਾਂ ਨਹੀਂ ਸਮਝ ਆਏ, ਜਾਂ ਅਜੇ ਵੀ ਕਲੀਅਰ ਕਰਨੀ ਹੈ, ਤਾਂ ਉਹ ਤੁਸੀਂ ਜ਼ਰੂਰ ਪੁੱਛੋ ਤੇ ਆਪਣੇ ਵੀ ਵਿਚਾਰ ਦਿਓ। ਤੇ ਮੈਂ ਸਭ ਤੋਂ ਪਹਿਲਾਂ ਜੀ ਆਪਣੇ ਹਰਦੀਪ ਸਿੰਘ ਭੋਗਲ ਦਾ ਬਹੁਤ ਧੰਨਵਾਦੀ ਹਾਂ ਜੀ, ਜਿਨ੍ਹਾਂ ਨੇ ਇਹ ਟੌਪਿਕ ਲਿਆ ਕੇ ਰੱਖਿਆ ਸੀਗਾ ਕੱਲ੍ਹ, ਕਿ ਸਾਨੂੰ ਇਸ ਸ਼ਬਦ ਦੀ ਵਿਆਖਿਆ ਚਾਹੀਦੀ ਹੈ। ਤੇ ਮੈਂ ਉਹਨਾਂ ਦਾ ਧੰਨਵਾਦੀ ਹਾਂ, ਕਿਉਂਕਿ ਉਹਨਾਂ ਕਰਕੇ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਇਸ ਗੱਲ ਤੇ ਸਾਰੀ ਕਲੀਅਰ ਕਰਨ ਤੇ ਲੱਗਾ ਆ ਜੀ। ਪਰ ਉਹਦੇ ਨਾਲ ਹੁਣ ਜਿਹੜੇ ਵੀ ਆਪਣੇ ਵਿਚਾਰ ਦੇਣੇ ਆ, ਤੁਸੀਂ ਆ ਜਾਓ। ਤੇ ਸਾਡੇ ਨਾਲ ਪਹਿਲਾਂ ਮੈਂ ਹਰਦੀਪ ਸਿੰਘ ਭੋਗਲ ਨੂੰ ਹੀ ਕਰਾਂਗਾ ਜੀ, ਤੇ ਤੁਸੀਂ ਆਓ ਜੀ, ਤੁਸੀਂ ਆਪਣੇ ਵਿਚਾਰ ਦਿਓ। ਅਨਮਿਊਟ ਹੋਏਗਾ ਸਭ ਤੋਂ ਪਹਿਲਾਂ ਹਰਦੀਪ ਸਿੰਘ ਭੋਗਲ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਜੀ। ਮੇਰੇ ਕੋਈ ਤੁਹਾਡਾ ਏਦਾਂ ਨਹੀਂ ਹੈਗਾ ਕਿ ਅਣਬਣ ਨਹੀਂ ਹੈਗੀ, ਤੁਹਾਡਾ ਬਹੁਤ ਰਿਸਪੈਕਟ ਕਰਦੇ ਹਾਂ, ਬਹੁਤ ਜ਼ਿਆਦਾ ਰਿਸਪੈਕਟ ਕਰਦੇ ਹਾਂ। ਤੁਹਾਡੇ ਕੋਲ ਅਸੀਂ ਬਹੁਤ ਕੁਝ ਸਿੱਖਦੇ ਹਾਂ। ਮੇਰਾ ਸਿਰਫ ਸਿੰਪਲ ਸਵਾਲ ਸੀਗਾ ਕਿ ਜੇ ਆਮ ਕੋਈ ਮਹਾਰਾਜਾ ਰਾਜਾ ਵੀ ਅੱਜ ਵੀ ਉਹਨੂੰ ਆਪਾਂ ਇਹ ਨਹੀਂ ਕਹਾਂਗੇ ਤਾਂ ਕਿਚਨ 'ਚ ਪ੍ਰਸ਼ਾਦਾ ਛਕ ਲੈ, ਤੇ ਇਸੇ ਤਰ੍ਹਾਂ ਜਾਂ ਤਾਂ ਭੋਗ ਨਾ ਲਵਾਓ, ਠੀਕ ਆ, ਤੁਸੀਂ ਕਹਿੰਦੇ ਵੀ ਇਹ ਮਨਮਤ ਹੈਗੀ ਆ, ਇਹ ਇੱਦਾਂ ਦੇ ਕੰਮ ਨਾ ਕਰੋ। ਪਰ ਜੇ ਕਰਨਾ ਹੀ ਆ ਤੇ ਪੂਰੀ ਰਿਸਪੈਕਟ ਨਾ ਕਰੋ, ਜਿੱਦਾਂ ਕਿ ਆਮ ਦੂਜੇ ਨੂੰ ਵੀ ਕਰਾਂਗੇ ਆਪਾਂ ਕਿਸੇ ਹੋਰ ਰਾਜੇ ਮਹਾਰਾਜੇ ਨੂੰ। ਇਹ ਤਾਂ ਹੁਣ ਤੁਮ ਹੋ ਸਭ ਰਾਜਨ ਕੇ ਰਾਜਾ। ਹਾਂਜੀ, ਤਾਂ ਐਡਾ ਵੱਡਾ ਅਕਾਲ ਪੁਰਖ ਨੂੰ ਅਸੀਂ ਕਹੀਏ ਤੇ ਕਿਚਨ 'ਚ ਭੋਗ ਲਵਾ ਦਿੰਦੇ ਹਾਂ, ਫਿਰ ਦੈਟਸ ਰੋਂਗ। ਦੈਟ ਵਾਸ ਮਾਈ ਹੋਲ ਪੁਆਇੰਟ। ਹੋਰ ਤੁਹਾਡੇ ਨਾਲ ਕੋਈ ਵਿਰੋਧਤਾ ਨਹੀਂ ਕਹਿੰਦੀ ਜੀ, ਤੁਸੀਂ ਸਾਡਾ ਬਹੁਤ ਸਤਿਕਾਰ ਕਰਦੇ ਅਸੀਂ। ਨਹੀਂ ਵੀਰ ਜੀ, ਵਿਰੋਧ ਵਾਲੀ ਗੱਲ ਨਹੀਂ ਹੈਗੀ ਬਿਲਕੁਲ। ਉਹ ਤਾਂ ਮੈਂ ਅੰਡਰਸਟੈਂਡ ਕਰਨਾ, ਤੁਸੀਂ ਮੇਰੇ ਵੀਰ ਭਰਾ, ਮੇਰੇ ਬੈਸਟ ਫਰੈਂਡ ਹੈ, ਕੋਈ ਗੱਲ ਵਿਰੋਧ ਦੀ ਨਹੀਂ ਹੈਗੀ। ਔਰ ਨਾ ਹੀ ਗੱਲ ਇਹ ਹੈਗੀ ਕਿ ਰਾਜੇ ਮਹਾਰਾਜੇ ਨੂੰ ਸਤਿਕਾਰ ਕਰੋ। ਗੱਲ ਇਹ ਹੈਗੀ ਹੈ ਕਿ ਭੋਗ ਲਵਾਉਣਾ ਠੀਕ ਹੈ ਜਾਂ ਗਲਤ ਹੈ। ਗੱਲ ਇਹ ਨਹੀਂ ਵੀ ਸਤਿਕਾਰ ਨਾਲ ਲਓ ਵੀ ਉੱਤੇ ਲੈ ਕੇ ਜਾਓ ਥਾਲੀ ਜਾਂ ਥੱਲੇ, ਗੱਲ ਇਹ ਨਹੀਂ।
ਗੱਲ ਇਹ ਹੈਗੀ ਏ ਕਿ ਇਹ ਜਿਹੜਾ ਅਸੀਂ ਕਰ ਰਹੇ ਹਾਂ ਵੀ ਕੀ ਉਹਦਾ ਗੁਰਮਤ ਦੇ ਨਾਲ ਕੋਈ ਸੰਬੰਧ ਹੈ ਜਾਂ ਨਹੀਂ ਹੈ। ਹਾਂਜੀ ਇਹ ਤਾਂ ਮੈਂ ਵੀ ਕਿਉਂਕਿ ਜਾਣਦਾ, ਇੱਕ ਤੁਸੀਂ ਵੀ ਮਿੰਟ ਜਾਣਦੇ ਜਿਵੇਂ ਹਾਂਜੀ। ਤੁਸੀਂ ਆਪਾਂ ਨਾ ਇਹ ਸ਼ਬਦ ਇਸ ਕਰਕੇ ਵਿਚਾਰਿਆ ਸੀ ਕਿਉਂਕਿ ਇਹ ਨਾ ਤੁਹਾਡਾ ਕੱਲਿਆਂ ਦਾ ਨਹੀਂ, ਇਹ ਬਹੁਤ ਸਾਰੇ ਵੀਰਾਂ ਭੈਣਾਂ ਦਾ ਨਾ ਇਹ ਭੁਲੇਖਾ ਹੈਗਾ ਹੈ ਵੀ ਇਹ ਸ਼ਬਦ ਵਿੱਚ ਜੋ ਅੱਜ ਅਸੀਂ ਵਿਚਾਰਿਆ ਉਸ ਬੇਸ ਤੇ ਤੁਸੀਂ ਇਹ ਕਿਰਪਾ ਕਰਨੀ ਹੈ ਜ਼ਰੂਰ ਕਿ ਕੀ ਉਹ ਭੋਗ ਲਵਾਉਣਾ ਉਹਦੇ ਨਾਲ ਰੱਬ ਖੁਸ਼ ਹੁੰਦਾ ਹੈ ਜਾਂ ਨਹੀਂ ਹੁੰਦਾ, ਉਹ ਗੁਰਮਤ ਵਿੱਚ ਹੈ ਜਾਂ ਨਹੀਂ ਹੈ, ਇਹਦਾ ਉੱਤਰ ਆਪਾਂ ਲੱਭਣਾ ਹੈ, ਹਾਂ ਜਾਂ ਨਾ ਵਿੱਚ। ਰਾਜੇ ਮਹਾਰਾਜੇ ਨੂੰ ਛੱਡੋ। ਹਾਂਜੀ ਦੇਖੋ ਇਹ ਮੈਂ ਵੀ ਜਾਣਦਾ, ਤੁਸੀਂ ਵੀ ਜਾਣਦੇ ਹੋ, ਔਰ ਬਹੁਤ ਜ਼ਿਆਦਾ ਲੋਕ ਜਾਣਦੇ ਆ, ਜਿੰਨੇ ਪ੍ਰਚਾਰਕ ਲੋਕ ਤੇ ਸਾਰੇ ਹੁਣ ਪੜ੍ਹੇ ਲਿਖੇ ਗਿਆਨੀ ਆਏ ਹੋ ਨਾ, ਇਹ ਸਾਰੇ ਸਾਨੂੰ ਬਹੁਤ ਬਹੁਤ ਕਰਮਕਾਂਡਾਂ ਚੋਂ ਕੱਢ ਰਹੇ ਹੋ, ਇਹ 'ਚ ਕੋਈ ਹਾਂਜੀ, ਸ਼ੱਕ ਹਾਂਜੀ। ਨਹੀਂ ਹੁੰਦਾ। ਆਪਣੇ ਗੁਰਦੁਆਰੇ ਮਿਸਾਲ ਦੇਖ ਲਓ, ਫੋਟੋਆਂ ਸੀ, ਜੋਤ ਹੁੰਦੀ ਸੀਗੀ, ਕੁੰਭ ਰੱਖਦੇ ਸੀਗੇ, ਦੁੱਧ ਨਾਲ ਨਿਸ਼ਾਨ ਸਾਹਿਬ ਘੁੱਟਦੇ ਸੀਗੇ, ਕਿੰਨਾ ਕੁਝ ਹੁੰਦਾ ਸੀਗਾ। ਤੁਹਾਡੇ ਸਾਹਮਣੇ ਠੀਕ ਹੋਇਆ ਕਿ ਨਹੀਂ ਹੋਇਆ? ਹਾਂਜੀ, ਸਾਰਾ ਕੁਝ ਮੇਰੇ ਸਾਹਮਣੇ ਹਟਿਆ, ਉਹ ਫੋਟੋਆਂ ਵਗੈਰਾ ਸਾਰਾ ਹਾਂ ਕੁਛ। ਤੇ ਇਹ ਮੈਂ ਬੇਨਤੀ ਕਰ ਰਿਹਾ ਵੀ ਜੇ ਤਾਂ ਕਰਮਕਾਂਡ ਹੈਗਾ ਫਿਰ ਤੁਸੀਂ ਸਾਨੂੰ ਦੱਸੋ ਵੀ ਇਹ ਕਰਮਕਾਂਡ ਦੀ ਲੋੜ ਨਹੀਂ ਹੈਗੀ ਵੀ ਕੋਈ ਕੱਲ ਨਿਬੇੜੋ, ਪਰ ਜੇ ਕਰਨਾ ਹੈ ਤੇ ਪੂਰੇ ਸਤਿਕਾਰ ਨਾ ਹੋਵੇ। ਨਹੀਂ ਇਹ ਨਾ ਹੈ ਹੀ ਕਰਮ ਕਾਂਡ ਹੈ ਬਿਲਕੁਲ, ਹਾਂਜੀ ਤੇ ਹਾਂਜੀ ਇਸ ਕਰਕੇ ਇਹ ਕਿ ਮੇਰੀ ਫਰੈਂਡ ਆ ਗਈ ਮੇਰੇ ਨਾਲ, ਅੱਛਾ ਜੀ ਚਲੋ ਬਹੁਤ ਖੁਸ਼ੀ ਮੈਂ ਹੁਣ ਆਣਾ ਥੱਲੇ, ਤੁਸੀਂ ਥੱਲੇ ਚਲੋ ਨਾ। ਠੀਕ ਹੈ, ਧੰਨਵਾਦ ਜੀ, ਤੇ ਥੈਂਕ ਯੂ। ਇਹ ਨਾ ਅਸਲ ਦੇ ਵਿੱਚ ਇਹ ਜਿਹੜਾ ਨਾ ਤੁਸੀਂ ਹੁਣ ਜਿੱਥੇ ਸਹੀ ਟਿਕਾਣੇ ਤੇ ਆਏ ਹੋ, ਅਸਲੀ ਹੈਗਾ ਇਹ ਨਾ ਕਰਮ ਕਾਂਡ ਹੈ ਜਿਹੜਾ ਗੁਰਮਤ ਦੇ ਨਾਲ ਕੋਈ ਸੰਬੰਧ ਨਹੀਂ। ਹਾਂ ਜੇ ਕੋਈ ਕਰਦਾ ਤਾਂ ਆਪਣੀ ਮਰਜ਼ੀ, ਉਹ ਭਾਵੇਂ ਥਾਲ ਇੱਕ ਦੀ ਬਜਾਏ 4 ਵੀ ਸਜਾ ਲਵੇ, ਨੋ ਪ੍ਰੋਬਲਮ, ਲੇਕਿਨ ਗੁਰਮਤ ਵਿੱਚ ਇਹ ਨਹੀਂ ਵੀ ਇਹਨੂੰ ਗੁਰਮਤ ਕਹਿ ਕੇ ਨਾ ਕੀਤਾ ਜਾਏ। ਆਪਣੇ ਮਨ ਦੀ ਮਤ ਕਹਿ ਕੇ ਆਪਣੇ ਮਨ ਦੀ ਤਸੱਲੀ ਲਈ ਭਾਵੇਂ ਕਰ ਲਓ। ਵੈਸੇ ਤੇ ਥਾਲੀ ਸਜਾ ਕੇ ਤੁਸੀਂ ਮੈਨੂੰ ਵੀ ਖਵਾਓਗੇ ਖੀਰ ਤੇ ਮੈਂ ਵੀ ਖਾ ਜਾਊਂਗਾ। ਠੀਕ ਹੈ ਜੀ, ਹੁਣ ਤੁਹਾਡੀ ਇੱਕ ਖੀਰ ਡਿਊ ਹੋ ਗਈ ਜੀ ਤੁਹਾਡੀ। ਨਾਲੇ ਪੋਗਲ ਜੀ ਜਿਹੜਾ ਅੱਜ ਆਪਾਂ ਸ਼ਬਦ ਵਿਚਾਰਿਆ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ, ਕਿਉਂਕਿ ਗੱਲ ਤੁਹਾਡਾ ਸੀ ਤੇ ਮੈਂ ਕਿਹਾ ਚਲੋ ਵਿਚਾਰ ਹੀ ਲੈਂਦੇ। ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਜ਼ਿਆਦਾ ਕਲੈਰੀਫਾਈ ਕਰਦੇ ਹੋ, ਚੰਗੀ ਤਰ੍ਹਾਂ ਡਿਟੇਲ ਸਾਰਾ ਕੁਝ ਦੱਸਦੇ ਹੋ। ਥੱਲੇ ਆਣ ਗੱਲ ਕਰਦੇ ਜੀ ਬਹੁਤ ਧੰਨਵਾਦ ਤੁਹਾਡਾ ਗਿਆਨੀ ਜੀ। ਹਾਂ, ਥੈਂਕ ਯੂ ਸੋ ਮਚ। ਧੰਨਵਾਦ ਜੀ ਭੋਗਲ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਧੰਨਵਾਦ, ਥੈਂਕ ਯੂ ਹਾਂਜੀ, ਥੈਂਕ ਯੂ, ਥੈਂਕ ਯੂ ਵੈਰੀ ਮਚ। ਤੇ ਸਾਡੇ ਨਾਲ ਨਰਿੰਦਰ ਸਿੰਘ ਜੀ ਹੈਗੇ ਆ ਤੇ ਉਹ ਉਹਨਾਂ ਨੂੰ ਬੇਨਤੀ ਹੈ। ਹਾਂਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵਾਰੀ ਸੱਚੇ ਮੈਂ ਤੁਹਾਡੇ ਸ਼ੁਕਰਗੁਜ਼ਾਰ ਆ ਵੀਰ ਜੀ, ਤੁਸੀਂ ਬੜੇ ਹੀ ਸੋਹਣੇ ਸੱਚੇ ਔਰ ਸਹਿਜੇ ਤਰੀਕੇ ਨਾਲ ਇਹਦੀ ਵਿਆਖਿਆ ਕੀਤੀ ਹੈ ਤੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਅਡੰਬਰਾਂ ਔਰ ਵਿਕਾਰਾਂ ਤੋਂ ਹਟ ਕੇ ਸਾਨੂੰ ਗੁਰੂ ਦੇ ਨਾਮ ਨਾਲ ਜੁੜਨਾ ਚਾਹੀਦਾ ਹੈ। ਹਾਂਜੀ ਹਾਂ, ਸਿੰਪਲ ਬੜੀ ਅੱਛੇ ਤਰੀਕੇ ਨਾਲ ਤੁਹਾਨੂੰ ਤੁਸੀਂ ਇਹ ਸਹਿਜੇ ਤਰੀਕੇ ਨਾਲ ਸਮਝਾਇਆ ਤੇ ਸਾਨੂੰ ਆਪਣੇ ਜੀਵਨ ਨੂੰ ਇਹਦੇ ਨਾਲ ਸਮਝ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਪਏਗਾ। ਬੜਾ ਬੜਾ ਸ਼ੁਕਰਗੁਜ਼ਾਰ ਹਾਂ ਤੁਹਾਡੀ ਸੱਚੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਦੋਏ ਸ਼ਬਦ ਬਹੁਤ ਇੰਪੋਰਟੈਂਟ ਸੀਗੇ ਜੀ, ਜਿਹੜੇ ਕਲੀਅਰ ਕਰਨ ਵਾਲੇ ਸੀਗੇ। ਜਿੱਦਾਂ ਇਹਨਾਂ ਨੂੰ ਲਿਟਰਲੀ ਆਪਾਂ ਉਹਨਾਂ ਦੇ ਲਈ ਦੇ ਮੀਨਿੰਗ ਉਹਨਾਂ ਦੀ ਬਜਾਏ ਜਿਸ ਤਰ੍ਹਾਂ ਗਿਆਨੀ ਜੀ ਨੇ ਉਹ ਬਿਲਕੁਲ ਕਲੀਅਰ ਕਰ ਦਿੱਤੀ ਗੱਲ, ਤੇ ਉਹੋ ਹੀ ਗੱਲ ਐਕਚੁਅਲੀ ਅਪਲਾਈ ਹੁੰਦੀ ਆ। ਬਾਕੀ ਆਪਣੇ ਆਪਣੇ ਜੇ ਤੁਹਾਡੇ ਅਜੇ ਵੀ ਕੋਈ ਵਿਚਾਰ ਵੱਖਰੇ ਹੈਗੇ ਤਾਂ ਤੁਸੀਂ ਕਰ ਲਓ ਗੱਲ। ਤੇ ਹੁਣ ਹੋਰ ਕੋਈ ਅਨਮਿਊਟ ਨਹੀਂ ਜੀ, ਪਹਿਲਾਂ ਹੋਏ ਸੀਗੇ 2 ਹੋਰ ਵੀ ਤੇ ਉਹ ਹੁਣ ਨਹੀਂ ਹੈਗੇ। ਜੇ ਨਹੀਂ ਹੈਗੇ ਤਾਂ ਫਿਰ ਆਪਾਂ ਜੀ ਇੱਥੇ ਇੱਕ ਸਕਿੰਟ ਜੀ, ਆ ਮੇਰੇ ਘਰ ਵਾਲੀ ਆਈ ਜੀ, ਮੇਰਾ ਗੱਲ ਉਹ ਰੈਪ ਅਪ ਕਰਨ ਆਈ ਜੀ ਸਾਰਾ ਕੁਝ। ਹਾਂਜੀ ਦਵਿੰਦਰ ਕੌਰ ਕਰੋ ਗੱਲ। ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਤਾਂ ਜੀ ਬਸ ਐਸੇ ਜੋਕ ਵਿੱਚ ਕਹਿਣਾ ਸੀਗਾ ਕਿ ਹੁਣ ਜਿੱਦਾਂ ਜਦ ਦਾ ਮਾਰਚ ਦਾ ਮਹੀਨਾ ਸ਼ੁਰੂ ਹੋਇਆ ਤੇ ਅਸੀਂ ਸਾਰੇ ਲੋਕਡਾਊਨ ਦੇ ਵਿੱਚ ਹੈਗੇ ਆ, ਤੇ ਹੋ ਸਕਦਾ ਕਿਸੇ ਕਿਸੇ ਗੁਰਦੁਆਰੇ ਦੇ ਵਿੱਚ ਤਾਂ ਗਿਆਨੀ ਵਿਚਾਰੇ ਆਪਣਾ ਜਿਹੜੇ ਹੈਗੇ ਆ ਹਜ਼ੂਰੀ ਤੇ ਉਹ ਮਤਲਬ ਮਹਾਰਾਜ ਨੂੰ ਭੋਗ ਸ਼ਾਇਦ ਪ੍ਰਸ਼ਾਦਾ ਬਣਾ ਕੇ ਲਵਾਉਂਦੇ ਹੋਗੇ। ਨਹੀਂ ਹੁਣ ਮਾਰਚ ਤੋਂ ਲੈ ਕੇ ਹੁਣ ਤਾਂ ਹੀ ਤਾਂ ਬਾਬਾ ਹੁਣ ਲੰਗਰ ਤਾਂ ਗੁਰਦੁਆਰੇ 'ਚ ਬਣਦਾ ਨਹੀਂ ਜੀ, ਤੇ ਹੁਣ ਨਾ ਤਾਂ ਥਾਲਾ ਤਿਆਰ ਹੁੰਦਾ। ਹਾਂਜੀ, ਤੇ ਹੁਣ ਤਾਂ ਬਾਬਾ ਬਹੁਤ ਭੁੱਖਾ ਹੋਣਾ, ਨਾ ਤਾਂ ਪਕੌੜੇ ਮਿਲੇ ਆ, ਨਾ ਜਲੇਬੀਆਂ ਮਿਲੀਆਂ, ਨਾ ਬੇਸਣ ਮਿਲਿਆ, ਨਾ ਸ਼ੱਕਰਪਾਰੇ ਮਿਲੇ ਆ ਜੀ। ਹਾਂਜੀ, ਤੇ ਹੁਣ ਬਾਬੇ ਨੂੰ ਕੱਲਾ ਪ੍ਰਸ਼ਾਦ ਖਿਲਾ ਖਿਲਾ ਕੇ ਮੇਰੇ ਖਿਆਲ ਵਿੱਚ ਉਹਨਾਂ ਦਾ ਤਾਂ ਕੋਲੈਸਟਰੋਲ ਅੱਪ ਹੋ ਗਿਆ, ਉਹਨਾਂ ਤੇ ਸ਼ੂਗਰ ਅੱਪ ਹੋਈ ਹੋਈ। ਜੇ ਤੁਸੀਂ ਨਹੀਂ ਲਾਇਆ ਤਾਂ ਹੋਰ ਤਾਂ ਕੋਈ ਲਵਾਉਂਦਾ ਹੀ ਹੋਊਗਾ। ਉਹ ਨਹੀਂ ਜੀ, ਉਹਨੇ ਪਦਾਰਥਾਂ ਦੇ ਨਹੀਂ ਲੱਗੇ ਜਿੰਨੇ ਲੱਗਦੇ ਹੁੰਦੇ ਸੀ ਪਹਿਲਾਂ। ਉਹਦਾ ਕਹਿਣ ਦਾ ਮਤਲਬ ਇਹ ਆ 24 ਘੰਟੇ ਦੇ ਵਿੱਚ ਉਹ ਉਹਨੇ ਨਹੀਂ ਲੱਗੇ ਹੋਊਗੇ। ਕਿਤੇ ਕਿਸੇ ਕੋ ਗਿਆਨੀ ਵਿਚਾਰੇ ਤਾਂ ਆਪਣੇ ਪ੍ਰਸ਼ਾਦੇ ਆਪ ਬਣਾਉਂਦੇ ਆ, ਤਾਂ ਬਾਬੇ ਨੂੰ ਉਹਨਾਂ ਨੂੰ ਕਿ ਦੇਣਾ। ਅਸਲ 'ਚ ਨਾ ਦਵਿੰਦਰ ਕੌਰ ਭੈਣ ਜੀ, ਲੋਕਡਾਊਨ ਵਿੱਚ ਨਾ ਪ੍ਰਸ਼ਾਦ ਵੀ ਨਹੀਂ ਬਣਿਆ। ਲੈ ਲਓ ਜੀ ਹੁਣ ਭਾਈ ਭੋਲੇ ਸਾਹਿਬ ਜੀ। ਅਸੀਂ ਗੁਰਦੁਆਰੇ ਸਾਹਿਬ ਸਾਂ ਤੇ ਸੰਗਤਾਂ ਨੇ ਨਾ ਲੋਕਡਾਊਨ ਦੇ ਵਿੱਚ ਬਹੁਤ ਹੈਲਪ ਕੀਤੀ ਹੈ, ਪ੍ਰਬੰਧਕ ਵੀਰਾਂ ਨੇ ਵੀ ਸੰਗਤਾਂ ਨੇ ਵੀ ਹਰ ਰੋਜ਼ ਮਤਲਬ ਸਬਜ਼ੀਆਂ ਭਾਜੀਆਂ ਵਾਧੂ ਉਹਨਾਂ ਨੇ ਰੱਖੀਆਂ। ਪਰ ਲੰਗਰ ਪ੍ਰਸ਼ਾਦਾ ਸਾਨੂੰ ਤੇ ਆਪ ਬਣਾਉਣਾ ਪੈਂਦਾ ਸੀ, ਤੇ ਸਾਨੂੰ ਤੇ ਆਪ ਨਹੀਂ ਬਣਾਉਣੀ ਆਉਂਦੀ, ਤੇ ਬਾਬੇ ਨੂੰ ਅਸੀਂ ਰੱਬ ਨੂੰ ਕਿੱਥੋਂ ਬੁਲਾਉਣੀ ਸੀ ਪ੍ਰਸ਼ਾਦ। ਜੇ ਹੁਣ ਤੁਸੀਂ ਮੰਨ ਲਓ ਕਿ ਤੁਸੀਂ ਜੇ 3 ਜਾਂ 4 ਗਿਆਨੀ ਗੁਰਦੁਆਰੇ ਦੇ ਵਿੱਚ ਹੋਣਗੇ
ਜੇ ਉਹ ਪ੍ਰਸ਼ਾਦ ਬਣਾ ਦੇ ਵੀ ਹੁਣ ਰੋਜ਼ ਉਹ ਕਿੰਨਾ ਕੁ ਪ੍ਰਸ਼ਾਦ ਖਾਊਗੇ ਜੀ ਤਕਾਲਾਂ ਸਵੇਰੇ, ਹਨਾ। ਫਿਰ ਤਾਂ ਉਹਨਾਂ ਨੂੰ ਬਿਮਾਰ ਕਰਨ ਵਾਲੀ ਗੱਲ ਆ। ਮਤਲਬ ਇਹਨਾਂ ਚੀਜ਼ਾਂ ਤੋਂ ਤੁਹਾਨੂੰ ਥੋੜਾ ਜਿਹਾ ਤਾਂ ਸਿੱਖਣਾ ਚਾਹੀਦਾ। ਹੁਣ ਸਾਡਾ ਬਾਬਾ ਭੁੱਖਾ ਨਹੀਂ ਮਰਿਆ, ਇੰਨਾ ਚਿਰ ਹੋ ਗਿਆ ਆਪਾਂ ਲੋਕਡਾਊਨ ਦੇ ਵਿੱਚ ਘਰਾਂ ਵਿੱਚ ਬੈਠੇ, ਅਸੀਂ ਨਹੀਂ ਪ੍ਰਸ਼ਾਦਾ ਪਾਣੀ ਉੱਥੇ ਜਾ ਕੇ ਗੁਰਦੁਆਰਿਆਂ 'ਚ ਬਣਾ ਸਕੇ, ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਪ੍ਰਮਾਤਮਾ ਸਾਡਾ ਹੁਣ ਨਾਰਾਜ਼ ਹੋ ਗਿਆ ਵੀ ਮੈਨੂੰ ਤਾਂ ਹੁਣ ਇਹਨਾਂ ਨੇ ਸਿੰਘਾਂ ਨੇ ਭੋਗ ਨਹੀਂ ਛਕਾਇਆ, ਹਨਾ, ਲੰਗਰ ਪਾਣੀ ਨਹੀਂ ਛਕਾਇਆ। ਮਤਲਬ ਥੋੜੀ ਜਿਹੀ ਸਾਡੀ ਜਿਹੜੀ ਸੋਚ ਆ। ਹੁਣ ਗਿਆਨੀ ਜੀ ਤੁਹਾਡਾ ਬਹੁਤ ਥੈਂਕ ਯੂ ਆ, ਬਹੁਤ ਥੈਂਕ ਯੂ। ਅਸੀਂ ਤੁਹਾਡਾ ਇਨਫ ਥੈਂਕ ਯੂ ਨਹੀਂ ਕਰ ਸਕਦੇ ਜਿੰਨਾ ਤੁਸੀਂ ਸਾਨੂੰ ਸਮਝਾ ਰਹੇ ਆ ਜੀ, ਥੈਂਕ ਯੂ। ਬਾਕੀ ਹੁਣ ਸਾਡੀ ਆਪਣੀ ਇੰਡੀਵਿਜੂਅਲ ਦੀ ਮਰਜ਼ੀ ਆ ਕਿ ਅਸੀਂ ਆਪਣੀ ਸੁਰਤ ਨੂੰ ਕਿੰਨਾ ਕੁ ਉੱਚਾ ਉੱਠ ਕੇ ਗੁਰੂ ਮਹਾਰਾਜ ਦੇ ਨਾਲ ਜੋੜਨਾ ਆ। ਹਾਂਜੀ, ਜਾਂ ਫਿਰ ਆਪਣੇ ਮਨ ਮਤ ਦੇ ਪਿੱਛੇ ਤੁਰੇ ਰਹੋ ਜੀ, ਬਸ ਠੀਕ ਆ ਜੀ। ਥੈਂਕ ਯੂ ਜੀ, ਥੈਂਕ ਯੂ। ਤੇ ਸਾਡੇ ਨਾਲ ਆਪਣੇ ਪੁਨੀਤ ਕੌਰ ਜੀ ਵੀ ਆਏ ਆ, ਤੇ ਮੈਂ ਇੱਕ ਅਰਵਿੰਦਰ ਸਿੰਘ ਵੀ ਆ, ਤੇ ਬਲਬੀਰ ਕੌਰ ਸੱਲ ਵੀ ਆ। ਤੇ ਮੈਂ ਪਹਿਲਾਂ ਆਪਣੇ ਪੁਨੀਤ ਕੌਰ ਜੀ ਤੁਸੀਂ ਹੋਲਡ ਕਰਿਓ, ਬਲਬੀਰ ਕੌਰ ਸੱਲ ਤੁਸੀਂ ਆਇਓ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ। ਦਵਿੰਦਰ ਕੌਰ ਜੀ, ਕਿੱਦਾਂ ਤੁਹਾਨੂੰ ਕਿੱਦਾਂ ਪਤਾ ਆ ਵੀ ਮਹਾਰਾਜ ਭੁੱਖੇ ਨਹੀਂ ਰਹੇ 3 ਮਹੀਨੇ? ਜਸਵਿੰਦਰ ਨੂੰ ਪੁੱਛ ਕੇ ਦੇਖੋ। ਸ਼ਾਇਦ ਤੁਹਾਡੇ ਗੁਰਦੁਆਰੇ ਵਾਲੇ ਬਾਬੇ ਨੂੰ ਮਿਲਦਾ ਰਿਹਾ ਹੋਊਗਾ, ਬੁਲਚ ਵਾਲੇ ਨੂੰ ਤਾਂ ਮੈਨੂੰ ਨਹੀਂ ਲੱਗਦਾ ਮਿਲਿਆ ਆ। ਤੇਰਾ ਵੀ ਇਹ ਹੀ ਆ। ਸਾਡੇ ਦੋ ਗੁਰਦੁਆਰੇ ਆ ਜੀ। ਅਸੀਂ ਵੀਕਡੇ 'ਚ ਕਿਤੇ ਉਧਰ ਹੋਈਦਾ ਤਾਂ ਵੀਕਐਂਡ 'ਚ ਕਿਤੇ ਉਧਰ ਹੋਈਦਾ। ਹਾਂਜੀ ਦੇਖੋ ਜੀ, ਅਸੀਂ ਤੇ ਜੀ ਦੇਖੋ ਜਿਹੜੇ 3-4 ਸੀ ਆਪਣੇ ਰਾਮਗੜੀਆ ਗੁਰਦੁਆਰਾ ਵਿੱਚ, ਅਸੀਂ ਤਾਂ ਲੰਗਰ ਨੂੰ ਭੋਗ ਲਵਾਇਆ ਨਹੀਂ, ਸਾਡੇ ਵਾਲਾ ਤੇ ਰੱਬ ਭੁੱਖਾ ਹੀ ਰਿਹਾ ਹੋਣਾ ਜੀ। ਖੁਦ ਕਹਿੰਦੀ ਆ, ਇਹ ਤਾਂ ਉਹਨੇ ਖਿਲਾਇਆ ਹੋਣਾ, ਸਾਡੇ ਵਾਲਿਆਂ ਨੇ ਨਹੀਂ ਖਿਲਾਇਆ। ਤੇ ਬਾਕੀ ਹਜੇ ਵੀ ਅਸੀਂ ਭਟਕਦੇ ਫਿਰਦੇ ਆ। ਬੀਬੀ ਹਜੇ ਵੀ ਇੱਕ ਪੰਜਾਬ ਰੇਡੀਓ ਤੇ ਗਈ, ਉਹਨੇ ਪੁੱਛਿਆ, ਪਰ ਮੈਂ ਸਾਰਾ ਨਹੀਂ ਸੁਣਿਆ, ਮੈਨੂੰ ਪਤਾ ਨਹੀਂ ਕਿ ਗੁਰਦੀਪ ਸਿੰਘ ਨੇ ਕੀ ਕਿਹਾ। ਉਹਨੇ ਸਿਰਫ ਪ੍ਰਵਾਨਗੀ ਕਹੀ ਆ, ਇਹ ਨਹੀਂ ਪਤਾ ਉਹਨੇ ਦੇਗ ਨੂੰ ਕਿਹਾ। ਉਹਨੇ ਕਿਹਾ ਵੀ ਦੇਗ ਸਿਰਫ ਦੇਗ ਨੂੰ ਭੋਗ ਲੱਗਣਾ ਚਾਹੀਦਾ ਆ। ਆਪਣੇ ਗਰੁੱਪ ਵਿੱਚੋਂ ਮੈਨੂੰ ਕਨਫਰਮ ਹੋਇਆ ਸੀ, ਉਹਨਾਂ ਨੇ ਕਿਹਾ ਸੀ ਭੋਜਨ ਨੂੰ ਲੱਗਣਾ ਚਾਹੀਦਾ ਹੈ, ਕਿਉਂ ਨਹੀਂ ਲਵਾਉਣਾ? ਨਹੀਂ, ਇਹ ਕੱਲ ਦੀ ਗੱਲ ਆ ਦਵਿੰਦਰ। ਅੱਛਾ, ਕੱਲ ਫੇਰ ਹੋ ਗਿਆ? ਹਾਂਜੀ, ਕੱਲ ਫੇਰ ਬੀਬੀ ਗਈ ਸੀ। ਅੱਛਾ, ਹਾਂਜੀ। ਸੇਮ ਬੀਬੀ ਸੀ, ਮਤਲਬ ਕੋਈ ਆਪਣੀ ਕਲਾਸ ਵਿੱਚ ਨਹੀਂ, ਡਿਫਰੈਂਟ ਬੀਬੀ ਸੀ। ਅੱਛਾ, ਚਲੋ ਠੀਕ ਹੈ। ਚਲੋ ਜਿਹੜੇ ਉਧਰ ਕੁਐਸਚਨ ਜਾਂਦੇ ਆ ਨਾ ਜੀ, ਉਹ ਕਰੀ ਚਲੋ, ਠੀਕ ਹੈ। ਮੈਂ ਕਹਿੰਦਾ ਜਿੰਨੇ ਕੁਐਸਚਨ ਆਉਂਦੇ ਸਗੋਂ ਠੀਕ ਹੈ, ਕਿਉਂਕਿ ਇਹ ਗੱਲ ਜਿਹੜੀ ਕਲੀਅਰ ਹੋ ਜਾਣੀ ਚਾਹੀਦੀ। ਗਿਆਨੀ ਜੀ ਨੇ ਤਾਂ ਬਹੁਤ ਚਿਰ ਦੀ ਕਲੀਅਰ ਕੀਤੀ ਉਹ ਆ, ਪਰ ਮੁੜ ਕੇ ਜੇ ਆਉਂਦੀ ਆ ਤਾਂ ਬਾਬਾ ਜੀ ਭੁੱਖੇ ਨਹੀਂ, ਬਾਬਾ ਜੀ ਭੁੱਖੇ ਹੀ ਆ ਉਦਣ ਦੇ। ਠੀਕ ਹੈ, ਫਿਰ ਹੁਣ ਅਸੀਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਤੇ ਅਰਵਿੰਦਰ ਸਿੰਘ ਜੀ, ਨੈਂਦਰਾ ਸਾਹਿਬ। ਹਾਂਜੀ, ਮੈਂ ਇਹ ਵੀ ਕਹਿਣਾ ਸੀ ਕਿ ਗਿਆਨੀ ਜੀ ਬਹੁਤ ਸੋਹਣਾ ਸੀਗਾ ਅੱਜ ਦਾ ਤੁਹਾਡੀ ਕਥਾ ਜਿਹੜੀ ਸੀਗੀ, ਤੇ ਬੜਾ ਕੁਝ ਕਲੀਅਰ ਹੋਇਆ। ਜਿੱਦਾਂ ਤੁਸੀਂ ਕਿਹਾ ਕਿ ਸਾਡੇ ਪਿੱਛੇ ਸਾਰੀ ਦੁਨੀਆ ਲੱਗੀ ਹੁੰਦੀ ਕਿ ਆਹ ਕਰਨਾ ਚਾਹੀਦਾ, ਤੁਸੀਂ ਆਹ ਕਰੋ, ਤੁਸੀਂ ਆਹ ਕਰੋ, ਉਹ ਤੁਹਾਨੂੰ ਟਿਕਣ ਨਹੀਂ ਦਿੰਦੇ। ਬਾਕੀ ਜਿਹੜੇ ਕਰਮ ਕਾਂਡ ਆ ਅਸੀਂ ਨਹੀਂ ਛੱਡਦੇ। ਕਿੰਨੇ ਹੈਗੇ ਕਰਮ ਕਾਂਡ, ਤੇ ਜਿਹੜਾ ਆਪਾਂ ਹੁਣ ਵੀ ਬਾਬੇ ਦੀ ਗੱਲ ਕਰਦੇ, ਰੱਬ ਦੀ ਗੱਲ ਕਰਦੇ, ਜੇ ਅਸੀਂ ਇੱਕ ਕਹਿ ਦਈਏ ਕਿ ਰੱਬ ਕੀ ਆ, ਉਹ ਸਿਸਟਮ ਆ। ਸਿਸਟਮ ਨੂੰ ਤੁਸੀਂ ਖਾਣਾ ਨਹੀਂ ਨਾ ਖਿਲਾ ਸਕਦੇ, ਜਿਹੜਾ ਹੈ ਹੀ ਸਿਸਟਮ, ਉਹਨੂੰ ਖਾਣਾ ਕਿੱਦਾਂ ਖਿਲਾਓਗੇ? ਤੋ ਆਪਾਂ ਨੂੰ ਬੰਦ ਕਰਨਾ ਚਾਹੀਦਾ। ਪਹਿਲੀ ਗੱਲ ਇਹ ਗੱਲਾਂ ਕਿ ਫਿਨਿਸ਼ ਕਰ ਦੋ ਹਨਾ, ਬਾਰ ਉਹੀ ਕਹੀ ਜਾਏ ਕਿ ਬਾਬਾ ਏਦਾਂ ਕਰਦਾ, ਬਾਬਾ ਇਹ ਸਿਸਟਮ ਆ। ਤੇ ਦੂਜਾ, ਤੁਸੀਂ ਪੰਜਾਬ ਰੇਡੀਓ ਦੀ ਵੀ ਗੱਲ ਕੀਤੀ 2-3 ਦਫਾ ਕਈਆਂ ਨੇ। ਇਹ ਨਾ ਸੋਚੋ ਕਿ ਉੱਥੋਂ ਸਾਰਾ ਕੁਝ ਸਹੀ ਆ ਰਿਹਾ, ਉੱਥੇ ਬਿਲਕੁਲ ਸਹੀ ਨਹੀਂ ਆ ਰਿਹਾ। ਬੜਾ ਸੁਣਿਆ ਮੈਂ ਉੱਥੇ, ਉਹ ਵੀ ਹਾਲੇ ਗੱਲਾਂ ਕਰਦੀਆਂ ਰੀਇਨਕਾਰਨੇਸ਼ਨ ਜਿਹਨੂੰ ਕਹਿੰਦੇ, ਰੀਇਨਕਾਰਨੇਸ਼ਨ, ਉਹ ਹਾਲੇ ਉਸੇ ਚੀਜ਼ ਨੂੰ ਬਲੀਵ ਕਰਦੇ ਚੰਗੀ ਤਰ੍ਹਾਂ। ਭਾਵੇਂ ਉਹ ਕੋਈ ਵੀ ਉੱਥੇ ਹੈਗਾ ਪ੍ਰਚਾਰਕ, ਉਹ ਗੱਲਾਂ ਸਹੀ ਨਹੀਂ ਕਰਦੇ, ਉਹਨਾਂ ਨੂੰ ਕੋਈ ਉਹਨਾਂ ਪਿੱਛੇ ਨਹੀਂ ਜਾਣ ਦੀ ਸਾਨੂੰ ਲੋੜ। ਕੋਈ ਰੈਫਰੈਂਸ ਲਾਇਬ੍ਰੇਰੀ ਨਹੀਂ ਉਹ ਜਿਹੜੀ ਉਹਨਾਂ ਨੂੰ ਕਹੀਏ ਕਿ ਉਹਨਾਂ ਨੇ ਏਦਾਂ ਕਿਹਾ, ਬਿਲਕੁਲ ਨਹੀਂ। ਪ੍ਰਚਾਰਕਾਂ ਦੀ ਵੀ ਕਈ ਵਾਰੀ ਐਸਾ ਹੁੰਦਾ ਕਿ ਜਿਵੇਂ ਹੁਣ 2 ਮਿੰਟ ਵਾਸਤੇ ਜੇ ਇਹੀ ਚੀਜ਼ਾਂ ਮੈਂ ਗੁਰਦੁਆਰੇ ਵਿੱਚ ਬੋਲਦਾ ਤਾਂ ਮੈਂ ਇੰਨੀਆਂ ਖੋਲ ਕੇ ਸ਼ਾਇਦ ਨਾ ਬੋਲਦਾ ਨਾ, ਕਿਉਂਕਿ ਉੱਥੇ ਰੌਲਾ ਪੈਂਦਾ। ਹੁਣ ਇੱਥੇ ਕਲਾਸ ਵਿੱਚ ਬੋਲ ਰਿਹਾ ਤਾਂ ਇੱਥੇ ਮੇਰੀ ਡਿਊਟੀ ਬਣਦੀ ਕਿ ਮੈਂ ਸੱਚ ਬਿਲਕੁਲ ਬੋਲਾਂ, ਇੱਥੇ ਮਿਸਗਾਈਡ ਨਾ ਕਰਾਂ। ਮਿਸਗਾਈਡ ਗੁਰਦੁਆਰੇ ਸਾਹਿਬ ਵਿੱਚ ਵੀ ਨਹੀਂ ਕਰੀਦਾ, ਪਰ ਕਈ ਥਾਵਾਂ ਤੇ ਐਸਾ ਹੁੰਦਾ ਕਿ ਉਹ ਬੋਲਣ ਦੀ ਇਜਾਜ਼ਤ ਹੀ ਨਹੀਂ ਹੁੰਦੀ, ਜਾਂ ਕੁਛ ਹੁੰਦਾ ਹੈ ਤੇ ਫਿਰ ਰੌਲਾ ਪੈ ਜਾਵੇਗਾ ਤੇ ਐਵੇਂ ਕਲੇਸ਼ ਪੈਂਦਾ ਹੈ। ਤਾਂ ਇਹਨਾਂ ਚੀਜ਼ਾਂ ਦੀ ਆਊਟਪੁੱਟ ਜਿਹੜੀ ਨਾ ਕਲਾਸਾਂ ਵਿੱਚ ਆਉਣੀ, ਜੇ ਪ੍ਰਚਾਰਕ ਹਿੰਮਤ ਕਰਨ ਕਹਿਣ ਦੀ ਤਾਂ ਹੋ ਤਾਂ ਸਕਦਾ, ਜੇ ਪ੍ਰਬੰਧਕ ਔਰ ਪ੍ਰਚਾਰਕ ਮਿਲ ਕੇ ਚੱਲਣ ਨਾ, ਤੇ ਇਹਨਾਂ ਚੀਜ਼ਾਂ ਨੂੰ ਹੌਲੇ ਹੌਲੇ ਦੂਰ ਕੀਤਾ ਜਾ ਸਕਦਾ ਹੈ।
ਪਿਆਰ ਦੇ ਨਾਲ, ਜਿਸ ਨਾਲ ਰੌਲਾ ਵੀ ਨਾ ਪਵੇ। ਜਿਹੜਾ ਬੰਦਾ ਮਤਲਬ ਇਸ ਚੀਜ਼ ਨੂੰ ਇਸ ਢੰਗ ਦੇ ਨਾਲ ਲੈਂਦਾ ਤਾਂ ਉਹਨੂੰ ਪਿਆਰ ਦੇ ਨਾਲ ਪਹਿਲਾਂ ਸਮਝਾਇਆ ਜਾਏ ਤੇ ਫਿਰ ਹੋ ਸਕਦਾ ਹੈ ਦੋਵੇਂ ਧਿਰਾਂ ਸਮਝਣ ਦਾ ਟਰਾਈ ਕਰਨ ਤਾਂ ਹੋ ਸਕਦਾ। ਧੰਨਵਾਦ। ਧੰਨਵਾਦ ਜੀ ਰਵਿੰਦਰ ਸਿੰਘ ਜੀ। ਤੇ ਮੈਂ ਹੁਣ ਪਨੀਤ ਕੌਰ ਨੂੰ ਕਹੂੰਗਾ ਜੀ, ਤੇ ਉਹ ਅਨਮਿਊਟ ਹੋ ਕੇ ਸਾਡੇ ਨਾਲ ਗੱਲ ਕਰਨ। ਉਹਦੇ ਬਾਅਦ ਚ ਮੈਂ ਗੁਰਚਰਨ ਸਿੰਘ ਢੇਸੀ ਦੇ ਨਾਲ ਆਉਂਗਾ ਜੀ। ਹਾਂਜੀ ਪਨੀਤ ਕੌਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਵੀਰ ਜੀ ਮੇਰਾ ਕੁਐਸਚਨ ਕੀ ਹੈ, ਇੱਕ ਕੁਐਰੀ ਹੈ ਕਿ ਇਸ ਕਲਾਸ ਤੋਂ ਇਲਾਵਾ ਅਸੀਂ ਐਸੇ ਕਿਹੜੇ ਰਿਸੋਰਸਿਸ ਹਨ ਜਿਹੜੇ ਅਸੀਂ ਯੂਜ਼ ਕਰਕੇ ਆਪਣੀ ਨੌਲੇਜ ਨੂੰ ਵਧਾ ਸਕਦੇ ਹਾਂ। ਜਿਸ ਤਰ੍ਹਾਂ ਕੋਈ ਵੈਬਸਾਈਟਸ ਹੋ ਗਈਆਂ, ਉਹਨਾਂ ਨੂੰ ਅਗਰ ਤੁਸੀਂ ਕੋਟ ਕਰਨਾ ਚਾਹੋ, ਸੋ ਦੈਟ ਕਿ ਇਸ ਤਰ੍ਹਾਂ ਤੇ ਚਲੋ ਰੈਂਡਮ ਸਰਚ ਤੇ ਕਰੀ ਦੀ ਹੈ, ਬਟ ਇੱਕ ਐਸੀ ਜਿੱਥੇ ਐਗਜ਼ੈਕਟ ਸਾਨੂੰ, ਜਿਸ ਤਰ੍ਹਾਂ ਹੁਣ ਮੇਬੀ ਤੁਸੀਂ ਵੀ ਟੈਕਨੀਕਲ ਕਾਫੀ ਜਾਣਦੇ ਹੋ ਇਸ ਦੇ ਬਾਰੇ, ਤੇ ਕੋਈ ਵੈਬਸਾਈਟਸ ਜਿਹੜੀਆਂ ਗੁਰਬਾਣੀ ਦੇ ਰਿਲੇਟਡ ਹੋਣ, ਜਿੱਥੇ ਇਸ ਤਰੀਕੇ ਦੇ ਜਿਸ ਤਰ੍ਹਾਂ ਬਲੌਗਸ ਹੁੰਦੇ ਨੇ, ਤੇ ਕੋਈ ਐਸੇ ਤੁਸੀਂ ਰਿਸੋਰਸਿਸ, ਇੰਟਰਨੈਟ ਰਿਸੋਰਸਿਸ ਅਗਰ ਗਰੁੱਪ ਤੇ ਤੁਸੀਂ ਲਿਖ ਦੋ ਕਿ ਭਈ ਹਾਂ ਇਹ ਵਾਲਾ ਤੁਸੀਂ ਸਰਚ ਕਰ ਸਕਦੇ ਹੋ, ਜਿਸ ਨੂੰ ਗੁਰਬਾਣੀ ਦੇ ਬਾਰੇ ਹੋਰ ਜਾਣਨ ਦੀ ਜਿਗਿਆਸਾ ਹੈ, ਤੇ ਉਹ ਪਲੀਜ਼ ਤੁਸੀਂ ਜ਼ਰੂਰ ਸ਼ੇਅਰ ਕਰਿਓ ਸਾਡੇ ਨਾਲ। ਹਾਂ ਭੈਣ ਠੀਕ। ਇੱਕ ਤਾਂ ਨਾ sikhjagat.com ਤੇ ਤੁਸੀਂ ਥੋੜੇ ਮੇਰੇ ਆਰਟੀਕਲ ਹੈਗੇ ਨੇ, ਉਹ ਪੜ੍ਹ ਸਕਦੇ ਹੋ। ਹਾਂ ਠੀਕ। ਓਹੋ ਅੱਛਾ, ਤਾਂ ਮੈਂ ਸਿਰਫ YouTube ਚੈਨਲ ਹੀ ਸਬਸਕ੍ਰਾਈਬ ਕੀਤਾ, ਮੈਂ ਵੈਬਸਾਈਟ ਨਹੀਂ ਦੇਖੀ। ਹਾਂ sikhjagat.com ਤੇ ਤੁਸੀਂ ਨਾ ਮੇਰੇ ਕੁਝ ਆਰਟੀਕਲ ਨੇ, ਕੁਝ ਤਾਂ ਮੈਂ ਇੰਸਪਾਇਰੇਸ਼ਨਲ ਸਟੋਰੀਜ਼ ਲਿਖੀਆਂ ਨੇ ਥੋੜੀਆਂ ਜਿਹੀਆਂ। ਹਾਂਜੀ ਵੀਰ ਜੀ। ਤੇ ਸਿੱਖ ਜਗਤ SIKHJAGAT sikhjagat.com ਔਰ ਕੁਝ ਮੋਟੀਵੇਸ਼ਨਲ ਆਰਟੀਕਲ ਨੇ, ਬੱਚਿਆਂ ਦੀ ਪਾਲਣਾ ਕਿਵੇਂ ਕਰੀਏ, ਸਫਲਤਾ ਕਿਵੇਂ ਹਾਸਲ ਕਰੀਏ, ਸਫਲਤਾ ਵੱਲ ਵੱਧਦੇ ਕਦਮ, ਮੋਟੀਵੇਸ਼ਨਲ ਆਰਟੀਕਲ ਨੇ। ਔਰ ਕੁਝ ਜਪਜੀ ਸਾਹਿਬ ਦੀਆਂ ਜਿਹੜੀਆਂ ਪਹਿਲੀ ਪੌੜੀ ਔਰ ਦੂਜੀ ਪੌੜੀ ਦੀ ਵਿਆਖਿਆ ਵੀ ਹੈ। ਤੇ ਅੱਗੇ ਮੈਂ ਲਿਖ ਨਹੀਂ ਸਕਿਆ, ਮੈਂ ਟਰਾਈ ਕਰਾਂਗਾ, ਉੱਥੋਂ ਤੁਹਾਨੂੰ ਥੋੜੀ ਹੈਲਪ ਮਿਲ ਸਕਦੀ। ਤੇ ਮੈਂ ਹੋਰ ਵੀ ਇੱਕ ਸਿੱਖ ਮਾਰਗ ਹੈਗੀ ਹੈ, ਉਹ ਵੀ ਤੁਸੀਂ ਪੜ੍ਹ ਸਕਦੇ ਹੋ ਜਾ ਕੇ। ਠੀਕ ਹੈ ਵੀਰ ਜੀ, ਸਿੱਖ ਮਾਰਗ ਤੇ ਵੀ ਜਾ ਸਕਦੇ। ਠੀਕ ਹੈ ਵੀਰ ਜੀ, ਥੈਂਕ ਯੂ ਸੋ ਮਚ। ਧੰਨਵਾਦ। ਧੰਨਵਾਦ ਜੀ ਪਨੀਤ ਕੌਰ ਜੀ, ਧੰਨਵਾਦ। ਤੇ ਗੁਰਚਰਨ ਸਿੰਘ ਜੀ, ਮੈਂ ਤੁਹਾਡੇ ਕੋਲ ਆਉਣਾ, ਤੋਂ ਬਾਅਦ ਕੁਲਦੀਪ ਕੌਰ। ਗੁਰਚਰਨ ਸਿੰਘ ਜੀ। ਜੀ ਮੈਂ ਰਵਿੰਦਰ ਸਿੰਘ ਨਾਲ ਪੂਰਾ ਸਹਿਮਤ ਹਾਂ ਕਿ ਵੀ ਜੋ ਰੇਡੀਓ ਤੇ ਅਸੀਂ ਸੁਣਦੇ ਹਾਂ ਕਿ ਨਾ, ਸਦਾ ਹੀ ਨਹੀਂ ਉਹ ਵੀ ਸਹੀ ਹੁੰਦਾ, ਕਿਉਂਕਿ ਉਹਨੇ ਆਪਣਾ ਖਿਆਲ ਦੇਣਾ ਹੁੰਦਾ। ਇੱਕ ਉਹਨੇ ਆਪਣਾ ਚੈਨਲ ਵੀ ਚਲਾਉਣਾ, ਰੇਡੀਓ ਵੀ ਚਲਾਉਣਾ, ਉਹ ਹਰੇਕ ਦੇ ਨਾਲ ਹੀ ਕੋਸ਼ਿਸ਼ ਕਰਦੇ ਆ ਵੀ ਹਾਂ ਹਾਂ ਰਲਾਈ ਜਾਂਦੇ ਆ। ਤੇ ਆਪਾਂ ਜਿਹੜੀ ਹੈਗੀ ਆ ਗੱਲ ਕਰਨੀ ਵੀ ਨਾ, ਬੜੀ ਕੀਮਤੀ ਆ ਕਿ ਅਸੀਂ ਮਨਮਤ ਦੇ ਵਿੱਚ ਫਸੇ ਬੈਠੇ ਹਾਂ। ਅਸੀਂ ਦੇਖ ਲਓ ਵੀ ਸੁਧਾਰ ਨਹੀਂ, ਜੇ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਆਪਾਂ ਪਾਠ ਤੋਂ ਬਾਅਦ ਕਰਾਂ ਬਹੁਤੇ ਲੋਕ ਕੱਪੜੇ ਲੈ ਜਾਂਦੇ ਆ। ਮੇਰੀ ਮਾਤਾ ਪੂਰੀ ਹੋਈ, ਯਾਨੀ ਮੈਨੂੰ ਵੀ ਇੱਕ ਦੋ ਨੇ ਕਿਹਾ ਉਹ ਤੂੰ ਕੱਪੜੇ ਨਹੀਂ ਰੱਖੇ। ਮੈਂ ਕਿਹਾ ਵੀ ਮੈਂ ਆਪਣੀ ਮਾਤਾ ਨੂੰ ਸਭ ਕੁਛ ਆਪਣੇ ਘਰ ਦੇ ਵਿੱਚ ਹੀ ਦਿੱਤਾ, ਮੈਨੂੰ ਉੱਥੇ ਜੇ ਮੈਂ ਗੁਰਦੁਆਰੇ ਲਿਆ ਕੇ ਦੋ ਕੱਪੜੇ ਰੱਖ ਦਊਂਗਾ, ਸਰਾਣਾ ਰੱਖ ਦਊਂਗਾ, ਉਹਦੇ ਨਾਲ ਚੱਲ ਜਾਣਾ। ਮੈਂ ਪਾ ਕੇ ਆਇਆ। ਸੋ ਇਹ ਗੱਲ ਹੈ ਕਿ ਆਪਾਂ ਨੂੰ ਇਸ ਚੀਜ਼ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਮੈਂ ਨਹੀਂ ਕੋਈ ਵੀ ਚੀਜ਼ ਗੁਰਦੁਆਰੇ ਰੱਖੀ ਹੈਗੀ ਆਪਣੀ ਮਾਤਾ ਦੀ ਖਾਤਰ, ਕਿਉਂਕਿ ਮੈਂ ਆਪਣੀ ਮਾਤਾ ਨੂੰ ਪੂਰਾ ਸੁੱਖ ਦਿੱਤਾ ਜਿਹੜਾ ਮੈਂ ਦੇ ਸਕਦਾ ਸੀ। ਸੋ ਇਹੀ ਆ ਮੇਰਾ ਵਿਚਾਰ। ਧੰਨਵਾਦ। ਧੰਨਵਾਦ ਜੀ ਗੁਰਚਰਨ ਸਿੰਘ ਜੀ। ਤੇ ਸਾਡੇ ਨਾਲ ਹੁਣ ਕੁਲਦੀਪ ਕੌਰ ਹੈਗੀ ਜੀ, ਤੁਸੀਂ ਗੱਲ ਕਰੋ ਕੁਲਦੀਪ ਕੌਰ ਜੀ। ਹਾਂਜੀ ਗਿਆਨੀ ਜੀ। ਹਾਂਜੀ ਭੈਣ। ਇਹ ਜਿਹੜੇ ਪੰਜਾਬ ਰੇਡੀਓ ਤੇ ਬੈਠੇ ਆ, ਇਹ ਡੇਰਿਆਂ ਦੇ ਪੜੇ ਹੋਏ ਆ। ਇਹ ਉਹੀ ਲੋਕ ਆ ਜਿਨ੍ਹਾਂ ਨੇ ਆਪਣੇ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਦੀ ਪੱਗ ਉਤਾਰੀ ਸੀ। ਸੋ ਉਹਨਾਂ ਦੀ ਥਿੰਕਿੰਗ ਜਿਹੜੀ ਆ ਉਹ ਕਾਫੀ ਡੇਰਿਆਂ ਦੇ ਨਾਲ ਮਿਲਦੀ ਆ, ਇਸ ਕਰਕੇ ਉਹ ਇਹ ਚੀਜ਼ਾਂ ਦੱਸਦੇ ਆ। ਅਸਲ ਦੇ ਵਿੱਚ ਨਾ ਮੈਨੂੰ ਤਾਂ ਇਹ ਲੱਗਿਆ, ਮੈਂ ਤਾਂ ਜਿੰਨਾ ਸੁਣਿਆ ਮੈਨੂੰ ਇਹ ਕੁਝ ਸਮਝ ਆਈ ਆ। ਭੈਣ ਕੁਲਦੀਪ ਕੌਰ, ਮੈਂ ਨਾ ਦਰਅਸਲ ਮੇਰੀ ਪ੍ਰੋਬਲਮ ਹੈ ਕਿ ਮੈਂ ਨਾ ਰੇਡੀਓ ਜਾਂ ਟੀਵੀ ਵਗੈਰਾ ਨਾ ਚੈਨਲ ਜਿੰਨੇ ਵੀ YouTube ਤੇ ਸੁਣਦਾ ਨਹੀਂ ਬਿਲਕੁਲ ਵੀ, ਕਿਉਂਕਿ ਮੇਰੇ ਕੋਲ ਟਾਈਮ ਨਹੀਂ ਹੁੰਦਾ। ਤੇ ਉਹਦੇ ਵਾਸਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸੁਜੈਸ਼ਨ ਜ਼ਰੂਰ ਦੇਵਾਂਗਾ, ਜਿੰਨੇ ਵੀ ਕਲਾਸ ਵਾਲੇ ਵੀਰ ਭੈਣੋ। ਹਾਂਜੀ। ਤੁਸੀਂ ਕਿਸੇ ਦੀ ਵੀ ਗੱਲ ਨੂੰ ਡਾਇਰੈਕਟ ਉਸੇ ਤਰ੍ਹਾਂ ਹੀ ਸੱਚ ਨਾ ਮੰਨ ਲਓ। ਹਾਂ ਬਿਲਕੁਲ। ਜੋ ਮੈਂ ਵੀ ਕਹੀਆਂ ਨੇ ਨਾ, ਮੇਰੀਆਂ ਗੱਲਾਂ ਨੂੰ ਵੀ ਐਵੇਂ ਸੱਚ ਨਾ ਮੰਨੋ ਬਿਲਕੁਲ ਨਾ, ਕਿਉਂਕਿ ਮੈਂ ਗਲਤ ਹੋ ਸਕਦਾ ਵਾਂ, ਦੂਜਾ ਬੰਦਾ ਗਲਤ ਹੋ ਸਕਦਾ ਹੈ। ਇਸ ਲਈ ਤੁਸੀਂ ਇਹ ਕਲਾਸ ਸਾਡੇ ਲਾਉਣ ਦਾ ਮਕਸਦ ਇਹ ਕਿ ਤੁਸੀਂ ਆਪਣਾ ਦਿਮਾਗ ਖੁਦ ਯੂਜ਼ ਕਰੋ
ਔਰ ਯੂਨੀਵਰਸਲ ਟਰੁੱਥ ਦੇ ਬੇਸ ਦੇ ਉੱਤੇ ਪਰਖੋ ਕਿ ਇਹ ਜਿਹੜੀ ਚੀਜ਼ ਕਹੀ ਜਾ ਰਹੀ ਹੈ ਕਿ ਇਹ ਪ੍ਰੈਕਟੀਕਲ ਕੀਤਿਆਂ ਵੀ ਐਵੇਂ ਹੁੰਦੀ ਹੈ। ਜਿਹੜੀ ਚੀਜ਼ ਪ੍ਰੈਕਟੀਕਲ ਦੇ ਵਿੱਚ ਵੀ ਪੂਰੀ ਉਤਰ ਸਕੇ ਸੱਚ ਦੇ ਉੱਤੇ, ਉਹਨੂੰ ਸੱਚ ਮੰਨ ਲਓ, ਬਾਕੀ ਨੂੰ ਰੱਦ ਕਰ ਦਿਓ। ਗੁਰਬਾਣੀ ਹੈਗੀ ਯੂਨੀਵਰਸਲ ਟਰੁੱਥ। ਗੁਰਬਾਣੀ ਪਹਿਲਾਂ ਵੀ ਸੱਚ ਸੀ, ਅੱਜ ਵੀ, ਆਉਣ ਵਾਲੇ ਟਾਈਮ ਦੇ ਵਿੱਚ ਵੀ। ਤੇ ਇਸ ਲਈ ਯੂਨੀਵਰਸਲ ਟਰੁੱਥ ਨੂੰ ਬੇਸ ਬਣਾ ਕੇ ਜਿਹੜਾ ਤੁਸੀਂ ਅਰਥ ਕਰੋਗੇ, ਉਹ ਅਰਥ ਤੁਹਾਡਾ ਠੀਕ ਹੋ ਸਕਦਾ ਹੈ ਜਾਂ ਕਿਸੇ ਵੀ ਵੀਰ ਦਾ। ਤੇ ਇਸ ਲਈ ਸੁਣਨ ਦੀ ਬਹੁਤੀ ਜ਼ਰੂਰਤ ਨਹੀਂ ਹੈ ਕਿਸੇ ਨੂੰ ਵੀ ਜਾਂ ਕੁਛ ਵੀ। ਜੇ ਸੁਣੋ ਵੀ ਤਾਂ ਸਿਰਫ ਉਹਨੂੰ ਸੱਚ ਦੇ ਬੇਸ ਤੇ ਆਪ ਜ਼ਰੂਰ ਸਾਰੇ ਵੀਰ ਭੈਣਾਂ ਪਰਖੋ ਕਿ ਕੀ ਗੱਲ ਸੱਚ ਵੀ ਹੈ ਕਿ ਝੂਠ ਹੈ। ਬੇਸ਼ੱਕ ਮੇਰੇ ਪਿਤਾ ਜੀ ਹੀ ਕੋਈ ਗੱਲ ਕਹਿ ਰਹੇ ਹੋਣ, ਤੇ ਜੇ ਉਹ ਗਲਤ ਹੈ ਤਾਂ ਉਹਨੂੰ ਆਪਣਾ ਗਲਤ ਕਹਿਣ ਵਿੱਚ ਕੋਈ ਉਹ ਨਹੀਂ ਹੈ ਛੱਡਣ ਦੇ ਵਿੱਚ, ਕਿਉਂਕਿ ਗਲਤ ਤਾਂ ਗਲਤ ਹੀ ਹੈ। ਇਸ ਲਈ ਸੱਚ ਨੂੰ ਤੁਸੀਂ ਆਪ ਪਰਖਣਾ ਹੈ। ਬਾਣੀ ਪੜ੍ਹਨ ਦਾ ਮਤਲਬ ਇਹ ਹੈ ਕਿ ਸਿੱਖ ਨੇ ਡਾਇਰੈਕਟ ਗੁਰੂ ਦੇ ਨਾਲ, ਗਿਆਨ ਦੇ ਨਾਲ ਆਪ ਜੁੜਨਾ ਹੈ ਔਰ ਆਪਣੇ ਫੈਸਲੇ ਗੁਰਮਤਿ ਅਨੁਸਾਰ ਖੁਦ ਲੈਣੇ ਨੇ, ਫਿਰ ਸਾਡੇ ਭੰਬਲ ਭੂਸੇ ਨਿਕਲ ਸਕਦੇ ਨੇ। ਇਸ ਲਈ ਮੈਂ ਤੁਹਾਨੂੰ ਸਾਰੇ ਵੀਰ ਭੈਣਾਂ ਨੂੰ ਬੇਨਤੀ ਕਰਾਂਗਾ ਕਿ ਮੇਰੀਆਂ ਕਈਆਂ ਵਿਸ਼ਵਾਸ ਕਰਨ ਦੀ ਲੋੜ ਨਹੀਂ, ਸੱਚ ਤੇ ਆਪ ਜ਼ਰੂਰ ਪਰਖੋ। ਤੇ ਮੈਂ ਕੋਈ ਰੇਡੀਓ ਵਗੈਰਾ ਨਾ ਸੁਣਦਾ ਨਹੀਂ, ਇਸ ਲਈ ਮੈਨੂੰ ਪਤਾ ਨਹੀਂ ਵੀ ਕੌਣ ਕੀ ਬੋਲਦਾ। ਮੈਨੂੰ ਲੱਗਦਾ ਉਹ ਦਮਦਮੀ ਟਕਸਾਲ ਜਿਹੜੀ ਆ ਨਾ, ਉਹਨਾਂ ਦੇ ਡੇਰੇ ਚੋਂ ਪੜ੍ਹੇ ਲਿਖੇ ਆ ਜਾਂ ਉਹਨਾਂ ਦੇ ਨਾਲ ਹੈਗੇ ਆ। ਹਾਂ, ਪਤਾ ਨਹੀਂ। ਚਲੋ ਹੋ ਸਕਦਾ ਭੈਣ ਜੀ, ਉਹ ਕਿਸੇ ਕਿਤਿਓਂ ਵੀ ਹੋ ਸਕਦੇ ਆ, ਪਰ ਅਸੀਂ ਆਪਣਾ ਦਿਮਾਗ ਵਰਤਣਾ ਜੀ। ਜਿਸ ਗੱਲ ਨੂੰ ਅਸੀਂ ਤੋਲਣਾ ਹੈ ਜੀ, ਉਹ ਜਿੱਦਾਂ ਗਿਆਨੀ ਜੀ ਨੇ ਕਿਹਾ ਗੁਰਬਾਣੀ ਦੇ ਹਿਸਾਬ ਨਾਲ ਤੋਲੋ। ਤਾਂ ਹੁਣ ਤੁਹਾਡੇ ਸਾਹਮਣੇ ਹੈ ਜੀ, ਇੱਥੇ ਇੰਗਲੈਂਡ ਦੇ ਵਿੱਚ ਕਿ ਸਾਰੀ ਦੁਨੀਆ ਦੇ ਵਿੱਚ ਕਿੱਦਾਂ ਪ੍ਰਚਾਰ ਹੋ ਰਿਹਾ। ਜੇ ਸਾਰੀ ਚੀਜ਼ ਨੂੰ ਮੰਨ ਕੇ ਚੱਲੂਗੇ ਤਾਂ ਫਿਰ ਤੁਸੀਂ ਕਿਸੇ ਪਾਸੇ ਵੀ ਨਹੀਂ ਪਹੁੰਚਣਾ। ਠੀਕ ਹੈ ਜੀ। ਇੱਥੇ ਜਿਹੜੀ ਗੱਲ ਹੋ ਰਹੀ ਆ ਨਾ, ਇਹ ਬਹੁਤ ਵਧੀਆ ਹੋ ਰਹੀ ਆ, ਕਿਉਂਕਿ ਇਹ ਤੁਹਾਨੂੰ ਕਿਸੇ ਉੱਧਰ, ਮੈਂ ਹੋਰ ਵੀ ਕਈ ਦੇਖੇ ਜ਼ੂਮ ਕਲਾਸਾਂ, ਉਹਨਾਂ ਦੇ ਵਿੱਚ ਇਹ ਤੁਹਾਨੂੰ ਚਾਂਸ ਨਹੀਂ ਮਿਲਦਾ ਜਾਂ ਲੋਕੀ ਇੰਨੀ ਖੁੱਲੀ ਗੱਲ ਨਹੀਂ ਕਰਦੇ, ਕਿਉਂਕਿ ਮੂਹਰੇ ਜਿਹੜਾ ਦੱਸਣ ਵਾਲਾ ਹੈ ਨਾ, ਉਹ ਵੀ ਇੰਨੇ ਖੁੱਲੇ ਖਿਆਲਾਂ ਦਾ, ਖੁੱਲੇ ਵਿਚਾਰਾਂ ਦਾ ਤੁਹਾਨੂੰ ਇੰਨੀ ਖੁੱਲ ਨਹੀਂ ਦਿੰਦਾ। ਠੀਕ ਹੈ ਜੀ, ਕਿਉਂਕਿ ਉਹਨਾਂ ਦੇ ਆਪਣੇ ਤੰਗ ਦਿਲੀ ਹੁੰਦੀ ਆ। ਇੱਥੇ ਇਸ ਕਲਾਸ ਦੇ ਵਿੱਚ ਖੁੱਲ ਦਿਲੀ ਆ ਸਾਰਿਆਂ ਵਾਸਤੇ। ਜਿੱਦਾਂ ਭਾਈ ਸਾਹਿਬ ਹਰਦੀਪ ਸਿੰਘ ਜੀ ਨੇ ਕੱਲ ਇਹ ਕੁਐਸਚਨ ਪੁੱਛਿਆ ਸੀਗਾ, ਤਾਂ ਗਿਆਨੀ ਜੀ ਨੇ ਅੱਜ ਸਾਰਾ ਪ੍ਰੋਗਰਾਮ ਉੱਤੇ ਹੀ ਲਾਤਾ। ਠੀਕ ਹੈ ਜੀ, ਇਸ ਕਰਕੇ ਲਾਇਆ ਕਿਉਂਕਿ ਸਾਨੂੰ ਸਮਝ ਆ ਜਾਵੇ। ਔਰ ਇੱਕ ਕੁਐਸਚਨ ਉਹਨੇ ਪੁੱਛਿਆ ਸੀ, ਉਹਨਾਂ ਨੇ ਗੁਰਬਾਣੀ ਦੇ ਦੋ ਪਾਸਿਆਂ ਤੋਂ ਦੋ ਸ਼ਬਦਾਂ ਦੀ ਵਿਆਖਿਆ ਕਰ ਦਿੱਤੀ ਹੈ ਜਿਹੜੇ ਇਸ ਕੰਮ ਦੇ ਨਾਲ, ਇਸ ਚੀਜ਼ ਨਾਲ ਰਿਲੇਟਡ ਸੀਗੇ। ਹੈ ਜੀ। ਤੋ ਇਸ ਕਰਕੇ ਪੰਜਾਬ ਰੇਡੀਓ ਜਾਂ ਹੋਰ ਕੁਝ ਵੀ ਹੈ, ਜਿੱਥੋਂ ਵੀ ਆਪਾਂ ਸੁਣਦੇ ਆ ਨਾ, ਆਹ ਵਿਚਾਰਾਂ ਸੁਣਨ ਤੋਂ ਬਾਅਦ ਸਾਨੂੰ ਆਪਣਾ ਮਾਈਂਡ ਮੇਕਅਪ ਕਰਨਾ ਚਾਹੀਦਾ ਵੀ ਗੱਲ ਕਿਹੜੀ ਸਹੀ ਹੈ। ਹੈ ਜੀ, ਕਿਹੜੀ ਅਸੀਂ ਲਾਗੂ ਕਰਨੀ ਆ ਤੇ ਕਿਹੜੀ ਅਸੀਂ ਮੰਨਣੀ ਆ। ਤਾਂ ਉਹਨੂੰ ਮੰਨ ਕੇ ਤਾਂ ਆਪਾਂ ਕਿੱਦਾਂ ਤੁਰਨਾ। ਜੇ ਅਸੀਂ ਦੁਬਿਧਾ ਦੇ ਵਿੱਚ ਹੀ ਪਏ ਰਹੇ ਨਾ ਜੀ, ਤੇ ਫਿਰ ਆਪਾਂ ਕਿਤੇ ਵੀ ਨਹੀਂ ਪਹੁੰਚਣਾ। ਫਿਰ ਕਲਾਸਾਂ ਦਾ ਇਹਨਾਂ ਦਾ ਵੀ ਕੋਈ ਫਾਇਦਾ ਨਹੀਂ, ਤੇ ਇਹ ਆਪਣੀ ਮਨੌਤ ਤੇ ਡਿਪੈਂਡ ਕਰਦਾ ਜੀ ਕਿੰਨਾ ਤੁਸੀਂ ਉਸ ਚੀਜ਼ ਨੂੰ ਸਮਝਦੇ ਆ ਤੇ ਕਿੰਨਾ ਆਪਾਂ ਉੱਥੇ ਤਾਈਂ ਪਹੁੰਚ ਸਕਦੇ ਆ। ਸੋ ਧੰਨਵਾਦ ਜੀ ਕੁਲਦੀਪ ਕੌਰ ਜੀ, ਧੰਨਵਾਦ। ਰੇਡੀਓ ਵਾਲਿਆਂ ਨੇ ਟੀਵੀ ਵਾਲਿਆਂ ਨੇ ਆਪਣੀਆਂ ਸਿਰਫ ਰੇਡੀਓ ਤੇ ਟੀਵੀ ਚਲਾਉਣੇ ਆ, ਔਰ ਉਹਨਾਂ ਨੇ ਤੁਹਾਡੇ ਕੋਲ ਤੁਸੀਂ ਕੋਈ ਵੀ ਚੈਨਲ ਲਾ ਕੇ ਦੇਖ ਲਓ, ਕੋਈ ਤੁਸੀਂ ਰੇਡੀਓ ਲਾ, ਇਹਨਾਂ ਦੀਆਂ ਸਪਾਈ ਅਪੀਲਾਂ ਤੋਂ ਹੋਰ ਕੁਝ ਨਹੀਂ ਉੱਥੇ ਮਿਲਦਾ। ਜੇ ਹੁਣ ਉਹਨਾਂ ਨੇ ਅਪੀਲ ਕਰਨੀ, ਤੁਹਾਡੇ ਤੋਂ ਪੈਸੇ ਲੈਣੇ, ਤੁਹਾਨੂੰ ਉਹ ਸਿੱਧੇ ਰਸਤੇ ਕਿੱਦਾਂ ਪਾ ਸਕਦੇ ਆ। ਉਹਨਾਂ ਦਾ ਪਿੱਛੇ ਇੱਕ ਮੰਤਵ ਆ, ਉਹ ਹੈਗਾ ਪੈਸਾ ਇਕੱਠਾ ਕਰਨਾ, ਰੇਡੀਓ ਨੂੰ ਚਲਾਉਣਾ, ਉਹਦੇ ਖਰਚੇ ਕੱਢਣੇ, ਆਪਣੀਆਂ ਤਨਖਾਹਾਂ ਕੱਢਣੀਆਂ। ਠੀਕ ਹੈ ਨਾ। ਉਹ ਸਾਨੂੰ ਕਦੇ ਵੀ ਸਹੀ ਰਸਤਾ ਨਹੀਂ ਦੱਸ ਸਕਦੇ। ਉਹਨਾਂ ਨੇ ਜੋ ਪੁਰਾਣੀਆਂ ਪਰੰਪਰਾਵਾਂ ਬਣ ਕੇ ਆ ਰਹੀਆਂ ਆ, ਉਹਨਾਂ ਦਾ ਸਾਨੂੰ ਹਵਾਲਾ ਦੇ ਕੇ ਦੱਸਣਾ ਕਿ ਇਹਨਾਂ ਤੇ ਚੱਲੇ ਰਹੋ, ਇਹ ਸੱਚੇ ਆ, ਇਹ ਠੀਕ ਆ। ਸੋ ਸਾਨੂੰ ਜ਼ਰੂਰ ਇਸ ਕਲਾਸ ਵਿੱਚ ਇੱਕ ਚੀਜ਼ ਆ ਕਿ ਗਿਆਨੀ ਜੀ ਉਹਨਾਂ ਦਾ ਕੋਈ ਵੀ ਕੋਈ ਲੋਭ ਲਾਲਚ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਵੀ ਹੈ ਨਹੀਂ। ਇਸ ਕਰਕੇ ਸਾਨੂੰ ਜਿਹੜੀ ਪਿਓਰ ਤੇ ਪਿਓਰ ਜਿੰਨੀ ਉਹਨਾਂ ਨੂੰ ਆਪਣੀ ਸੋਝੀ ਹੈਗੀ, ਉਹਦੇ ਮੁਤਾਬਕ ਸਾਨੂੰ ਸਾਰੇ ਸ਼ਬਦਾਂ ਦੀ ਕਰਕੇ ਦੱਸ ਰਹੇ। ਇਸ ਕਰਕੇ ਸਾਨੂੰ ਸਾਰਿਆਂ ਨੂੰ ਜ਼ਰੂਰ ਇਹਨੂੰ ਆਪਣੇ ਮਾਈਂਡ ਵਿੱਚ ਸੋਚਣਾ ਚਾਹੀਦਾ। ਭਾਵੇਂ ਤੁਸੀਂ ਜੇ ਮਨੌਤ ਮੰਨਣੀ ਆ, ਪਰ ਉਹਨੂੰ ਜ਼ਰੂਰ ਲਾਗੂ ਕਰਕੇ ਦੇਖੋ, ਕਸਵੱਟੀ ਲਾ ਕੇ ਦੇਖੋ ਕਿ ਗਿਆਨੀ ਜੀ ਤੁਹਾਨੂੰ ਕੀ ਕਹਿ ਰਹੇ ਆ। ਥੈਂਕ ਯੂ ਜੀ। ਠੀਕ ਹੈ। ਇਹਦੇ ਵਾਸਤੇ ਨਾ ਸਾਰੇ ਜਿਹੜੇ ਵੀਰ ਭੈਣਾਂ ਨੇ ਨਾ, ਤੁਹਾਡਾ ਕਲੀਅਰਿਟੀ ਆ ਸਕਦੀ, ਤੁਹਾਡੇ ਸਵਾਲ ਖਤਮ ਹੋ ਸਕਦੇ ਨੇ ਬਿਲਕੁਲ ਨਾ, ਜੇ ਤੁਸੀਂ ਕਿਸੇ ਵੀ ਚੀਜ਼ ਨੂੰ ਡਿਫਾਈਨ ਕਰਨਾ ਸਿੱਖ ਲਓ। ਸਭ ਤੋਂ ਪਹਿਲਾਂ ਸਾਡੀ ਰੱਬ ਦੀ ਗੱਲ ਹੈ, ਤਾਂ ਸਭ ਤੋਂ ਪਹਿਲਾਂ ਰੱਬ ਨੂੰ ਡਿਫਾਈਨ ਕਰੋ ਕਿ ਰੱਬ ਕੀ ਹੈ। ਫਿਰ ਤੁਹਾਨੂੰ ਰੱਬ ਬਾਰੇ ਸਮਝ ਆ ਜਾਏਗੀ, ਰੱਬ ਦਾ ਮਿਲਣਾ ਕੀ ਹੈ ਜਾਂ ਕੁਛ ਵੀ। ਉਸ ਤੋਂ ਬਾਅਦ ਜਿਵੇਂ ਹੁਕਮ ਹੈਗਾ ਹੈ, ਤਾਂ ਹੁਕਮ ਦੀ ਡੈਫੀਨੇਸ਼ਨ ਕੀ ਹੈ, ਧਰਮਰਾਜ ਦੀ ਡੈਫੀਨੇਸ਼ਨ ਕੀ ਹੈ, ਜਮਾਂ ਦੀ ਡੈਫੀਨੇਸ਼ਨ ਕੀ ਹੈ। ਕਿਸੇ ਵੀ ਚੀਜ਼ ਵਾਸਤੇ ਜੇ ਤੁਸੀਂ ਡਿਫਾਈਨ ਕਰ ਲਓ ਨਾ ਸੱਚ ਦੇ ਬੇਸ ਤੇ, ਫਿਰ ਤੁਹਾਡੇ ਸਵਾਲ ਆਟੋਮੈਟਿਕਲੀ ਖਤਮ ਹੋ ਜਾਣਗੇ। ਤੇ ਜੇ ਇਹਨਾਂ ਚੀਜ਼ਾਂ ਨੂੰ ਡਿਫਾਈਨ ਨਾ ਕੀਤਾ, ਕਲੀਅਰਿਟੀ ਇਹਨਾਂ ਦੀ ਨਾ ਹੋਈ, ਤਾਂ ਫਿਰ ਸਾਡੇ ਸਵਾਲ ਜਿਹੜੇ ਨੇ ਬਣੇ ਰਹਿਣਗੇ। ਹੋ ਸਕਿਆ ਤੇ ਮੈਂ ਸੋਮਵਾਰ ਨੂੰ
ਤੁਸੀਂ ਆਪਣੇ ਪੈਨ ਕਾਪੀਆਂ ਜ਼ਰੂਰ ਲੈ ਕੇ ਬੈਠਿਆ ਕਰੋ। ਮੈਂ ਟਰਾਈ ਕਰਾਂਗਾ ਕਿ ਮੈਂ ਤੁਹਾਨੂੰ ਇਹਨਾਂ ਬਾਰੇ ਥੋੜੀ ਡੈਫੀਨੇਸ਼ਨ ਵੈਸੇ ਤਾਂ ਮੈਂ ਕਹੀ ਸੀ, ਲੇਕਿਨ ਮੈਂ ਫਿਰ ਹੋਰ ਲਿਖਾ ਦਵਾਂ ਦੁਬਾਰਾ। ਜੇ ਤੁਸੀਂ ਉਹਨਾਂ ਚੀਜ਼ਾਂ ਨੂੰ ਪੱਕਿਆਂ ਕਰ ਲੈਂਦੇ ਹੋ ਫਿਰ ਸਵਾਲ ਖਤਮ ਹੋ ਜਾਣੇ ਚਾਹੀਦੇ ਨੇ। ਇਹ ਤਾਂ ਛੋਟੇ ਸਵਾਲ ਖਤਮ ਹੀ ਹੋ ਜਾਣਗੇ। ਠੀਕ ਹੈ ਜੀ, ਠੀਕ ਹੈ ਜੀ, ਧੰਨਵਾਦ ਜੀ ਗਿਆਨੀ ਜੀ, ਬਹੁਤ ਬਹੁਤ। ਤੇ ਸੋਮਵਾਰ ਨੂੰ ਅਸੀਂ ਕਾਪੀਆਂ ਪੈਨ ਲੈ ਕੇ ਰੈਡੀ ਰਵਾਂਗੇ। ਮੈਂ ਸਾਰਿਆਂ ਨੂੰ ਵੀ ਬੇਨਤੀ ਕਰਦਾ, ਕਿਉਂਕਿ ਸਾਡੇ ਜਿਹੜੇ ਇਹ ਮਸਲੇ ਆ ਨਾ, ਇਹ ਸਾਡੇ ਮੁੜ ਮੁੜ ਕੇ ਘਿਰ ਕੇ ਆਉਂਦੇ ਆ। ਕਿਤੇ ਇਸ ਕਲਾਸ ਚੋਂ ਅਸੀਂ ਜੇ ਕਿਤੇ ਉੱਧਰ ਸੁਣਦੇ ਆ ਤਾਂ ਉੱਥੇ ਕੁਝ ਹੋਰ ਕਿਹਾ ਜਾਂਦਾ, ਅਸੀਂ ਫਿਰ ਉੱਧਰ ਨੂੰ ਤੁਰ ਪੈਂਦੇ ਆ। ਹਾਂਜੀ, ਮੈਂ ਏਦਾਂ ਨਹੀਂ ਕਹਿੰਦਾ ਕਿ ਤੁਸੀਂ ਸੁਣੋ ਨਾ, ਜ਼ਰੂਰ ਸੁਣੋ, ਪਰ ਹਾਂ ਜਦੋਂ ਤੁਸੀਂ ਪਰ ਉਹਨੂੰ ਤੋਲੋ ਜ਼ਰੂਰ ਉਸ ਚੀਜ਼ ਨਾਲ, ਤਾਂ ਕਿ ਤੁਹਾਨੂੰ ਇਹ ਕਲੀਅਰ ਹੋ ਜਾਵੇ ਵੀ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਆ ਵੀ ਜਿਹੜਾ ਸਾਡਾ ਮੂਲ ਮੰਤਰ ਆ ਜਾਂ ਜਿਹੜੀ ਡੈਫੀਨੇਸ਼ਨ ਹੈਗੀ ਆ ਨਾ, ਜੇ ਤੁਸੀਂ ਉਹਨੂੰ ਮੰਨਦੇ ਆ ਫਿਰ ਮੰਨਣ ਲੱਗ ਪਾਓ। ਏਦਾਂ ਨਹੀਂ ਵੀ ਕੋਈ ਹੋਰ ਕਹਿ ਗਿਆ ਤਾਂ ਫਿਰ ਮੁੜ ਕੇ ਉੱਧਰ ਨੂੰ ਤੁਰ ਪਏ, ਏਦਾਂ ਨਹੀਂ। ਹਾਂਜੀ ਹਾਂ, ਉਹਨੂੰ ਲਾ ਕੇ। ਠੀਕ ਹੈ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ। ਜਿਨ੍ਹਾਂ ਨੇ ਨਹੀਂ ਵੀ ਕੋਈ ਆਪਣੇ ਵਿਚਾਰ ਦਿੱਤੇ ਨਾ, ਆਈ ਐਮ ਸ਼ੋਰ ਕਿ ਉਹ ਵੀ ਸੈਟਿਸਫਾਈਡ ਹੋਣਗੇ। ਤੇ ਕਿਉਂਕਿ ਖੁੱਲ੍ਹ ਤਾਂ ਸਾਰਿਆਂ ਨੂੰ ਸੀਗੀ ਜੀ, ਸਾਰੇ ਆਪਣਾ ਆਪਣਾ ਵਿਚਾਰ ਦੇਣ, ਪਰ ਕੋਈ ਗੱਲ ਨਹੀਂ ਜੀ। ਤੇ ਇਹਦਾ ਮਤਲਬ ਸਾਰੇ ਹੈਪੀ ਆ। ਤੇ ਇਸ ਹਿਸਾਬ ਨਾਲ ਸਾਡੇ ਕੋਲ ਮੰਡੇ ਨੂੰ ਆਉਣਗੇ ਬੜੇ ਇਸੇ ਹੀ ਤਰੀਕੇ ਦੇ ਨਾਲ। ਤੇ ਆਪਾਂ ਕੱਲ ਨੂੰ ਕਰ ਲੈਣੇ ਛੁੱਟੀ, ਤੇ ਆਪਣੇ ਛੁੱਟੀ ਮਨਾ ਲਓ ਤਾਂ ਆਪਣੇ ਦਿਮਾਗ ਫਿਰ ਤਿੱਖੇ ਕਰਕੇ ਲੈ ਕੇ ਆਇਓ ਮੰਡੇ ਨੂੰ, ਤਾਂ ਕਿ ਅਸੀਂ ਗਿਆਨੀ ਜੀ ਨੂੰ ਸਵਾਲ ਜਵਾਬ ਕਰ ਸਕੀਏ। ਤੇ ਹੋਰ ਕੋਈ ਤੁਹਾਡਾ ਸਵਾਲ ਹੋਊਗਾ ਉਹਨੂੰ ਵੀ ਲੈ ਆਇਓ। ਬੜੀ ਮਿਹਰਬਾਨੀ। ਤੇ ਇੱਥੇ ਬੁਲਾਓ ਜੀ। ਫਤਿਹ। ਹੈਵ ਅ ਗੁੱਡ ਵੀਕਐਂਡ। ਸੀ ਯੂ ਮੰਡੇ 2 o'clock ਇੱਥੇ ਦੇ ਹਿਸਾਬ ਨਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।